प्यारे दर्शकों, मैं नवदीप सिंह ते मेरे साथी बलवीर रत्तू जी जय इंसान ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਪਤੇ ਦੀ ਗੱਲ ਲੈ ਕੇ ਫਿਰ ਇਸ ਹਫ਼ਤੇ ਤੁਹਾਡੇ ਨਾਲ ਸਾਂਝ ਪਾਉਣ ਲਈ ਹਾਜ਼ਰ ਹੋਏ ਹਾਂ। ਬਲਵੀਰ ਜੀ, ਆਪਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਅਪੀਲ ਜਿਹੜੀ ਹੈਗੀ ਆ ਜ਼ਰੂਰੀ ਹੈਗੀ ਉਹ ਕਰਨੀ ਚਾਹੁੰਦੇ ਹਾਂ। ਜੀ ਜੀ ਬਿਲਕੁਲ। ਸੋ ਉਹਦੇ ਬਾਰੇ ਤੁਸੀਂ ਜਿਹੜਾ ਹੈਗਾ ਪਿਆਰੇ ਦਰਸ਼ਕੋ, ਤੁਸੀਂ ਇਹ ਸਾਡਾ ਪ੍ਰੋਗਰਾਮ ਦੇਖਦੇ ਹਾਂ, ਸਹਿਯੋਗ ਦਿੰਦੇ ਹਾਂ, ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਨਾਲੇ ਨਾਲ ਅਸੀਂ ਕਾਂਸ਼ੀ ਟੀਵੀ ਦੇ ਵੀ ਬਹੁਤ ਧੰਨਵਾਦੀ ਹਾਂ ਕਿ ਉਹ ਜਿਹੜੇ ਨਵਦੀਪ ਜੀ ਬਹੁਤ ਵਧੀਆ ਪ੍ਰੋਗਰਾਮ ਉਹ ਦੇ ਰਹੇ ਆ, ਜਿਹੜੇ ਕਿ ਲੋਕਾਂ ਨੂੰ ਸਿੱਖਿਆ ਕਰਨ ਦੇ ਵਾਸਤੇ ਬਹੁਤ ਜ਼ਰੂਰੀ ਆ। ਅਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਚੈਨਲ ਚਲਾਉਣ ਦੇ ਵਾਸਤੇ ਬਹੁਤ ਖਰਚਾ ਆਉਂਦਾ, ਅਤੇ ਅਸੀਂ ਤੁਹਾਡੇ ਸਾਰਿਆਂ ਅੱਗੇ ਅਪੀਲ ਕਰਦੇ ਹਾਂ ਕਿ ਆਪਣੇ ਵੱਲੋਂ ਜਿੰਨਾ ਹੋ ਸਕੇ ਵੱਧ ਤੋਂ ਵੱਧ ਮਾਇਕ ਤੌਰ 'ਤੇ ਇਸ ਚੈਨਲ ਦੀ ਤੁਸੀਂ ਮਦਦ ਕਰੋ, ਜਿੰਨੀ ਵੀ ਤੁਸੀਂ ਕਰ ਸਕਦੇ ਹੈਗੇ ਆ, ਤਾਂ ਕਿ ਜਿਹੜਾ ਕਾਂਸ਼ੀ ਟੀਵੀ ਹੈਗਾ ਸਾਡੇ ਸਾਰਿਆਂ ਦੇ ਵਾਸਤੇ ਉਹ ਵਧੀਆ ਪ੍ਰੋਗਰਾਮ ਦਿੰਦਾ ਰਹੇ। ਬਿਲਕੁਲ ਬਲਵੀਰ ਜੀ, ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਜਿਹੜੀਆਂ ਅਸੀਂ ਸੰਸਥਾਵਾਂ ਖੜ੍ਹੀਆਂ ਕਰਦੇ ਹਾਂ, ਜਿਨ੍ਹਾਂ ਦੇ ਵਿੱਚੋਂ ਕਾਂਸ਼ੀ ਟੀਵੀ ਵੀ ਇੱਕ ਸੰਸਥਾ ਜਿਹੜੀ ਹੈਗੀ ਆ ਉਹ ਬਣ ਚੁੱਕਾ ਹੈਗਾ। ਇਹਨਾਂ ਸੰਸਥਾਵਾਂ ਨੂੰ ਸਾਡਾ ਚਲਾਉਣ ਦਾ ਜਿਹੜਾ ਹੈਗਾ ਫਰਜ਼ ਉਨਾ ਹੀ ਬਣ ਜਾਂਦਾ ਜਿੰਨਾ ਕਿ ਜਿਹੜੇ ਇਹਨੂੰ ਔਰਗੇਨਾਈਜ਼ ਕਰਦੇ ਹੈਗੇ ਆ। ਸੋ ਸਾਨੂੰ ਹਮੇਸ਼ਾ ਹੀ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ। ਇਹ ਨਹੀਂ ਹੈਗਾ ਕਿ ਇਹ ਜਿਹੜੇ ਪ੍ਰੋਗਰਾਮ ਹੈਗੇ ਆ ਕਾਂਸ਼ੀ ਟੀਵੀ 'ਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਵੱਖ-ਵੱਖ ਪ੍ਰੈਜ਼ੈਂਟਰ ਹੈਗੇ ਆ ਉਹ ਆਪਣਾ ਸਮਾਂ ਕੱਢ ਕੇ ਲੈ ਕੇ ਆਉਂਦੇ ਆ, ਔਰ ਮੇਰਾ ਖਿਆਲ ਹੈ ਕਿ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਵਧੀਆ ਵੀ ਮੰਨਦੇ ਹੋਵੋਗੇ, ਤੁਹਾਨੂੰ ਜਾਣਕਾਰੀ ਵੀ ਮਿਲਦੀ ਹੋਊਗੀ। ਅਗਰ ਅਸੀਂ ਇਸ ਕੰਮ ਨੂੰ ਚੱਲਦਾ ਰੱਖਣਾ ਆ ਅਤੇ ਸਾਨੂੰ ਕਾਂਸ਼ੀ ਟੀਵੀ ਦਾ ਸਹਿਯੋਗ ਕਰਨਾ ਵੀ ਓਨਾ ਹੀ ਜ਼ਰੂਰੀ ਹੈਗਾ। ਇਹ ਸਾਡਾ ਇਖਲਾਕੀ ਫਰਜ਼ ਵੀ ਬਣਦਾ ਹੈਗਾ। ਸੋ ਤੁਸੀਂ ਕਾਂਸ਼ੀ ਟੀਵੀ ਨੂੰ ਸਪੋਰਟ ਕਰਨ ਦੇ ਲਈ ਕਾਂਸ਼ੀ ਟੀਵੀ ਦੀ ਜਿਹੜੀ ਵੈਬਸਾਈਟ ਹੈਗੀ ਆ ਉਹਦੇ 'ਤੇ ਵੀ ਜਾ ਸਕਦੇ ਆ, ਉੱਤੇ ਵੀ ਸਟੈਂਡਿੰਗ ਆਰਡਰ ਜਿਹੜਾ ਹੈਗਾ ਉਹ ਭਰ ਸਕਦੇ ਹੈਗੇ ਆ, ਜਾਂ ਤੁਸੀਂ ਕਾਂਸ਼ੀ ਟੀਵੀ ਦਾ ਜਿਹੜਾ ਲੈਂਡਲਾਈਨ ਦਾ ਨੰਬਰ ਹੈਗਾ ਜਿਹੜਾ 0121 502 4304 ਤੁਸੀਂ ਉੱਥੇ ਵੀ ਫੋਨ ਕਰ ਸਕਦੇ ਹੈਗੇ ਆ, ਤਾਂ ਤੁਸੀਂ ਆਪਣਾ ਡਾਇਰੈਕਟ ਡੈਬਿਟ ਉਹਨਾਂ ਦੇ ਨਾਲ ਵੀ ਸੈਟਅਪ ਕਰਵਾ ਸਕਦੇ ਹੈਗੇ ਆ। ਸੋ ਜਿਸ ਤਰ੍ਹਾਂ ਦੀ ਵੀ ਤੁਸੀਂ ਮਦਦ ਜਿਤਨੀ ਵੀ ਤੁਸੀਂ ਆਪਣੀ ਸਮਰੱਥਾ ਅਨੁਸਾਰ ਕਰ ਸਕੋ, ਅਤੇ ਸਾਡੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਤੁਸੀਂ ਇਸ ਨੂੰ ਜ਼ਰੂਰ ਇਸ ਕਾਂਸ਼ੀ ਟੀਵੀ ਦੀ ਮਦਦ ਕਰੋ, ਤਾਂ ਕਿ ਅਸੀਂ ਆਪਾਂ ਜਿਹੜਾ ਰਲ ਮਿਲ ਕੇ ਹੈਗਾ ਇਸ ਪ੍ਰੋਗਰਾਮ ਨੂੰ, ਇਸ ਕਾਂਸ਼ੀ ਟੀਵੀ ਨੂੰ, ਇਸ ਚੈਨਲ ਨੂੰ ਜਿਹੜਾ ਹੈਗਾ ਉਹ ਚੱਲਦਿਆਂ ਰੱਖ ਸਕੀਏ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈਗਾ। ਉਮੀਦ ਰਹੇਗੀ ਕਿ ਤੁਸੀਂ ਜ਼ਰੂਰ ਕਾਂਸ਼ੀ ਟੀਵੀ ਨਾਲ ਰਾਬਤਾ ਕਰੋਗੇ। ਬਲਵੀਰ ਜੀ, ਅੱਜ ਦਾ ਜਿਹੜਾ ਅਸੀਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਜੀ, ਉਹ ਹੈਗਾ ਮੌਰਗੇਜਸ ਦੇ ਬਾਰੇ। ਹਾਂਜੀ। ਜਿਹੜਾ ਘਰ ਆ ਉਹ ਮਨੁੱਖ ਦੀ ਬੁਨਿਆਦੀ ਲੋੜ ਹੈਗੀ ਆ। ਹਾਂਜੀ। ਸੋ ਬਿਨਾਂ ਘਰ ਤੋਂ ਸਾਡਾ ਨਹੀਂ ਸਰਦਾ, ਔਰ ਸਾਨੂੰ ਰਹਿਣ ਦੇ ਲਈ ਚਾਹੇ ਅਸੀਂ ਉਹ ਕਿਰਾਏ 'ਤੇ ਲਈਏ, ਚਾਹੇ ਅਸੀਂ ਉਹ ਆਪਣਾ ਘਰ ਲਈਏ, ਸੋ ਸਾਨੂੰ ਘਰ ਦੀ ਜ਼ਰੂਰਤ ਜ਼ਰੂਰ ਪੈਂਦੀ ਆ। ਅਸੀਂ ਜਿਸ ਮੁਲਕ ਦੇ ਵਿੱਚ ਰਹਿੰਦੇ ਹਾਂ, ਅਸੀਂ ਇੱਥੇ ਪਰਦੇਸੀ ਆ ਇੱਕ ਤਰ੍ਹਾਂ ਦੇ। ਹੁਣ ਤਾਂ ਚਲੋ ਸਾਡੇ ਘਰ ਬਣ ਗਏ, ਲੰਮਿਆਂ ਸਮਿਆਂ ਤੋਂ ਰਹਿੰਦੇ ਹਾਂ, ਕੁਛ ਸਾਡੇ ਭੈਣ ਭਰਾ ਨਵੇਂ ਵੀ ਆਉਂਦੇ ਆ। ਸਾਨੂੰ ਇਹ ਘਰ ਕੋਈ ਵਿਰਾਸਤ ਵਿੱਚ ਨਹੀਂ ਮਿਲੇ, ਔਰ ਬਹੁਤ ਘੱਟ ਇੱਥੇ ਦੀ ਸਿਚੁਏਸ਼ਨ ਇੱਦਾਂ ਦੀ ਆ ਕਿ ਅਸੀਂ ਬਹੁਤ ਸਾਰਾ ਜਿਹੜਾ ਹੈਗਾ ਪਰਿਵਾਰ ਆ ਉਹਨਾਂ ਨੂੰ ਘਰ ਲੈਣੇ ਪੈਂਦੇ ਆ। ਜਿੱਦਾਂ ਪਰਿਵਾਰ ਵੱਡੇ ਹੁੰਦੇ ਆ, ਬੱਚੇ ਵੱਡੇ ਹੁੰਦੇ ਆ, ਉਹਨਾਂ ਨੂੰ ਹੋਰ ਘਰਾਂ ਦੀ ਲੋੜ ਪੈਂਦੀ ਆ। ਸੋ ਇਹਦੇ ਲਈ ਸਾਨੂੰ ਮੌਰਗੇਜ ਦੀ ਜਿਹੜੀ ਹੈਗੀ ਆ ਉਹ ਜ਼ਿੰਦਗੀ ਦੇ ਵਿੱਚ ਲੋੜ ਜ਼ਰੂਰ ਪੈਂਦੀ ਆ ਜੀ। ਭਾਵੇਂ ਕਿ ਇਸ ਮੁਲਕ ਦੇ ਵਿੱਚ ਕਰਜ਼ਾ ਲੈਣ ਦੇ ਲਈ ਬਹੁਤ ਸਾਰੀਆਂ ਸਹੂਲਤਾਂ ਹੈਗੀਆਂ, ਪਰ ਫਿਰ ਵੀ ਔਰ ਸਰਕਾਰ ਵੀ ਜਿਹੜੀ ਹੈਗੀ ਆ ਉਹ ਵੱਖ-ਵੱਖ ਸਮਿਆਂ 'ਤੇ ਵੱਖ-ਵੱਖ ਸਕੀਮਾਂ ਕੱਢਦੀ ਰਹਿੰਦੀ ਆ, ਤਾਂ ਕਿ ਜਿਹੜੀ ਹੈਗੀ ਆ ਉਹ ਲੋਕ ਜਿਹੜੇ ਹੈਗੇ ਨੌਜਵਾਨ ਬੱਚੇ ਬੱਚੀਆਂ ਹੈਗੇ ਆ ਉਹ ਘਰ ਦੀ ਮੌਰਗੇਜ ਲੈ ਸਕਣ, ਘਰ ਲੈ ਸਕਣ, ਆਪਣਾ ਘਰ ਬਣਾ ਸਕਣ, ਆਪਣੀਆਂ ਜੜ੍ਹਾਂ ਜਿਹੜੀਆਂ ਹੈਗੀਆਂ ਉਹ ਲਾ ਸਕਣ ਜੀ। ਜਿਹੜਾ ਮੌਰਗੇਜ ਲੈਣਾ ਹੈਗਾ ਇਹ ਕੋਈ ਛੋਟਾ ਕਦਮ ਨਹੀਂ ਹੈਗਾ ਕਿਸੇ ਦੇ ਲਈ ਵੀ, ਇਹ ਬਹੁਤ ਵੱਡਾ ਕਦਮ ਹੈਗਾ। ਕਿਉਂਕਿ ਅਗਰ ਤੁਸੀਂ ਉਸ ਵੇਲੇ ਸਾਵਧਾਨੀ ਨਹੀਂ ਵਰਤਦੇ, ਤੁਸੀਂ ਫੈਸਲੇ ਸਹੀ ਨਹੀਂ ਲੈਂਦੇ, ਉਹ ਤੁਹਾਨੂੰ ਆਰਥਿਕ ਤੌਰ 'ਤੇ ਤਾਂ ਤੁਹਾਡੇ 'ਤੇ ਪ੍ਰਭਾਵ ਪਾਉਣਗੇ, ਪਰ ਕਿਸੇ ਇੱਦਾਂ ਦੀ ਹਾਲਾਤ ਹੋ ਜਾਵੇ ਕਿ ਤੁਸੀਂ ਆਪਣੀ ਮੌਰਗੇਜ ਜਿਹੜੀ ਹੈਗੀ ਆ ਕਿਸ਼ਤ ਉਹ ਨਾ ਦੇ ਸਕੋ, ਤਾਂ ਜਿਹੜਾ ਤੁਹਾਡਾ ਘਰ ਹੈਗਾ ਉਹ ਬੈਂਕ ਲੈ ਕੇ ਜਾ ਸਕਦੀ ਆ, ਉਹ ਤੁਹਾਡਾ ਜ਼ਬਤ ਕਰ ਲੈਂਦੀ ਹੈਗੀ ਆ। ਸੋ ਸਾਨੂੰ ਮੌਰਗੇਜ ਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਹੈਗਾ। ਇਹ ਇੱਕ ਵੱਡੀ ਕਮਿਟਮੈਂਟ ਹੁੰਦੀ ਆ। ਸੋ ਇਸੇ ਕਰਕੇ ਅਸੀਂ ਜਿਹੜਾ ਅੱਜ ਦਾ ਵਿਸ਼ਾ ਰੱਖਿਆ ਹੈਗਾ ਉਹ ਮੌਰਗੇਜ ਦਾ ਰੱਖਿਆ ਹੈਗਾ।
दूसरी गल जिहड़ी मैं तुहाडे नाल साझी करनी चाहुंदा वो ये कि जिहड़ी असीं जानकारी तुहाडे लई लैके आउने आ वो जानकारी तुहाडी गाइड दे तौर ते हुंदी आ। तुहाडी ये नहीं हैगा कि साडा जो कुछ असीं किहा उही सही हैगा। सो सिर्फ ये हुंदा कि तुहानूं किते ना किते गल शुरू करन दे लई तुहानूं राह मिल सके। सो असीं वो तुहाडे लई इनफॉर्मेशन मुहैया करवाउने आ। सो तुसीं जदों भी कोई इदां दा कदम लेना मॉर्गेज लैनी आ तां तुसीं जिहड़ियां अपणियां हैगियां सावधानियां जरूर वरतणियां हैगियां जिन्हां दे बारे अज असीं गलबात करांगे जी। नवदीप जी जिहड़ा लफ्ज़ मॉर्गेज जी है हाँ जी ਉਹਦਾ ਮਤਲਬ ਕੀ ਹੈਗਾ ਮੌਰਗੇਜ ਕੀ ਹੁੰਦੀ ਆ ਬਲਵੀਰ ਜੀ ਆਪਣੇ ਜਿਹੜਾ ਮੌਰਗੇਜ ਦਾ ਹੈਗਾ ਸਮਾਨਾਂਤਰ ਸ਼ਬਦ ਹੈਗਾ ਜਾਂ ਇੱਕੋ ਜਿਹਾ ਸ਼ਬਦ ਹੈਗਾ ਆਪਾਂ ਜਦੋਂ ਉੱਥੇ ਇੰਡੀਆ ਵਿੱਚ ਸੀ ਹਾਂਜੀ ਤੇ ਅਸੀਂ ਕਹਿੰਦੇ ਸੀ ਕੋਈ ਚੀਜ਼ ਰਹਿਣ ਰੱਖਣੀ ਜਾਂ ਗਹਿਣੇ ਰੱਖਣੀ ਹਾਂਜੀ ਜਿਹਨਾਂ ਲੋਕਾਂ ਦੇ ਕੋਲ ਕੁਛ ਸੀਗਾ ਤੇ ਉਹ ਕੋਈ ਸੋਨਾ ਕੋਈ ਦੂਜਾ ਜਿਹੜਾ ਹੈਗਾ ਘਰ ਸੀ ਜਾਂ ਕੋਈ ਜ਼ਮੀਨ ਦਾ ਟੁਕੜਾ ਸੀ ਉਹ ਰੱਖ ਕੇ ਤੇ ਕੁਛ ਪੈਸੇ ਜਿਹੜੇ ਸੀਗੇ ਉਹ ਆਪਣੇ ਕਿਸੇ ਵੀ ਕੰਮ ਦੇ ਲਈ ਉਹ ਲੈਂਦੇ ਸੀ। ਸੋ ਮੌਰਗੇਜ ਦਾ ਮਤਲਬ ਵੀ ਜਿਹੜਾ ਸਿੱਧੇ ਸ਼ਬਦਾਂ ਦੇ ਵਿੱਚ ਉਹ ਇਹੀ ਹੈਗਾ ਕਿ ਜਿਹੜਾ ਤੁਸੀਂ ਘਰ ਲੈਣਾ ਉਹ ਤੁਸੀਂ ਬੈਂਕ ਕੋਲੋਂ ਗਹਿਣੇ ਰੱਖਣਾ ਔਰ ਬੈਂਕ ਨੇ ਉਹਦੇ ਇਵਜ਼ ਦੇ ਵਿੱਚ ਤੁਹਾਨੂੰ ਜਿਹੜੀ ਹੈਗੀ ਆ ਉਹ ਲੋਨ ਦੇਣਾ ਔਰ ਜਿਹੜਾ ਕਿ ਤੁਸੀਂ ਉਹ ਲੋਨ ਆਪਣੇ ਸਮੇਂ ਦੇ ਮੁਤਾਬਕ ਜਾਂ ਉਹਦੀਆਂ ਜਿਹੜੀਆਂ ਬੈਂਕ ਦੀਆਂ ਸ਼ਰਤਾਂ ਹੈਗੀਆਂ ਉਹਦੇ ਮੁਤਾਬਕ ਉਹ ਜਿਹੜਾ ਲੋਨ ਆ ਉਹ ਚੁਕਤਾ ਕਰਨਾ ਤਾਂ ਕਿ ਤੁਸੀਂ ਆਪਣੇ ਕਿਸੇ ਦਿਨ ਘਰ ਦੇ ਜਿਹੜੇ ਹੈਗੇ ਉਹ ਮਾਲਕ ਬਣ ਸਕੋ ਜੀ। ਇਹ ਨਵਦੀਪ ਜੀ ਬਹੁਤ ਵਧੀਆ ਗੱਲ ਆ ਹਾਂਜੀ ਕਿ ਜਿਸ ਤਰ੍ਹਾਂ ਇਸ ਮੁਲਕ ਦੇ ਵਿੱਚ ਜਿਹੜਾ ਮੌਰਗੇਜ ਦਾ ਸਿਸਟਮ ਹੈਗਾ ਜੀ ਉਹਦੇ ਮੌਰਗੇਜ ਲੈ ਕੇ ਤਕਰੀਬਨ ਹਰੇਕ ਬੰਦਾ ਹਾਂਜੀ ਜਿਹੜਾ ਮੌਰਗੇਜ ਲਈ ਕੁਆਲੀਫਾਈ ਕਰਦਾ ਜੀ ਉਹ ਘਰ ਲੈ ਸਕਦਾ ਆਪਣਾ ਘਰ-ਬਾਰ ਬਣਾ ਸਕਦਾ ਹਾਂਜੀ ਤੇ ਨਹੀਂ ਤਾਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਸਹੂਲਤਾਂ ਉਹ ਉਪਲਬਧ ਨਹੀਂ ਹੈਗੀਆਂ ਤੇ ਉੱਥੇ ਜਿਹੜੇ ਹੈਗੇ ਆ ਉਹ ਮੌਰਗੇਜ ਆਪਣਾ ਜਿਹੜਾ ਘਰ-ਬਾਰ ਹੈਗਾ ਉਹ ਨਹੀਂ ਬਣਾ ਸਕਦੇ ਬਿਲਕੁਲ ਤਾਂ ਸੋ ਜਿਹੜੀ ਮੌਰਗੇਜ ਇਹ ਕਿੰਨੀ ਤਰ੍ਹਾਂ ਦੀ ਹੁੰਦੀ ਹੈ ਜੀ ਉੱਦਾਂ ਤਾਂ ਬਲਵੀਰ ਜੀ ਮੌਰਗੇਜ ਤਾਂ ਬਹੁਤ ਕਿਸਮਾਂ ਦੀਆਂ ਹੈਗੀਆਂ ਜੀ ਸ਼ਾਇਦ ਜੇ ਮੈਂ ਕਹਾਂ ਕਿ 100 ਕਿਸਮ ਦੀ ਵੀ ਹੋਵੇ ਤਾਂ ਉਹ ਕੋਈ ਅਤਕਥਨੀ ਨਹੀਂ ਹੋਊਗੀ ਜੀ। ਉਹਦਾ ਮਤਲਬ ਇਹ ਹੁੰਦਾ ਕਿ ਬੈਂਕਾਂ ਨੇ ਵੱਖ-ਵੱਖ ਜਿਹੜੇ ਹੈਗੇ ਲੋਕ ਹੈਗੇ ਆ ਉਹਨਾਂ ਦੀ ਸਹੂਲਤ ਲਈ ਉਹਨਾਂ ਦੇ ਹਾਲਾਤਾਂ ਦੇ ਮੁਤਾਬਕ ਹਾਂਜੀ ਉਹ ਆਪਣੀਆਂ ਜਿਹੜੀਆਂ ਮੌਰਗੇਜਾਂ ਉਹ ਕੱਢਦੇ ਰਹਿੰਦੇ ਆ ਜੀ। ਨਵੀਆਂ ਪ੍ਰੋਡਕਟਸ ਆਉਂਦੀਆਂ ਰਹਿੰਦੀਆਂ ਨਵੇਂ ਜਿਹੜੀਆਂ ਹੁੰਦੀਆਂ ਕੋਈ ਜਿਹੜੀਆਂ ਪਹਿਲਾਂ ਪ੍ਰਚਲਿਤ ਹੁੰਦੀਆਂ ਉਹ ਬੰਦ ਕਰਦੇ ਰਹਿੰਦੇ ਆ ਹਾਂਜੀ। ਪਰ ਫਿਰ ਵੀ ਮੋਟੇ ਰੂਪ ਦੇ ਵਿੱਚ ਜੇ ਅਸੀਂ ਇਹਨਾਂ ਨੂੰ ਦੇਖਣਾ ਹੋਵੇ ਤੇ ਜਿਹੜੀ ਮੌਰਗੇਜ ਹੈਗੀ ਆ ਉਹ ਤਕਰੀਬਨ ਉਹਨੂੰ ਦੋ ਹਿੱਸਿਆਂ ਦੇ ਵਿੱਚ ਜਾਂ ਦੋ ਵਰਗਾਂ ਦੇ ਵਿੱਚ ਵੰਡਿਆ ਜਾ ਸਕਦਾ ਹਾਂਜੀ। ਜਿਹੜਾ ਪਹਿਲਾ ਵਰਗ ਹੈਗਾ ਉਹਨੂੰ ਕਹਿੰਦੇ ਆ ਰੀਪੇਮੈਂਟ ਮੌਰਗੇਜ। ਰੀਪੇਮੈਂਟ ਮੌਰਗੇਜ ਜਿਹੜੀ ਹੁੰਦੀ ਆ ਉਹਦੇ ਵਿੱਚ ਤੁਸੀਂ ਮੂਲ ਵੀ ਵਾਪਸ ਕਰ ਰਹੇ ਆ ਔਰ ਕੁਛ ਵਿਆਜ ਜਿਹੜਾ ਤੁਹਾਡਾ ਬਣਦਾ ਜੀ ਉਹ ਤੁਸੀਂ ਦੇ ਰਹੇ ਆ। ਮੂਲ ਮਤਲਬ ਜਿਹੜਾ ਤੁਸੀਂ ਲੋਨ ਲਿਆ ਮੰਨ ਲਓ ਜੇ ਤੁਸੀਂ 1 ਲੱਖ ਦਾ ਲੋਨ ਲਿਆ ਹਾਂਜੀ 25 ਸਾਲਾਂ ਦੇ ਲਈ ਉਹ ਲੋਨ ਲਿਆ ਜੀ ਉਹ ਜਿਹੜਾ 1 ਲੱਖ ਆ ਉਹ ਤੁਸੀਂ 25 ਸਾਲਾਂ ਦੇ ਵਿੱਚ ਥੋੜਾ ਕਰਕੇ ਮੋੜਨਾ ਉਹ ਉਤਾਰਨਾ ਹਾਂਜੀ ਉਹ ਵੀ ਉਤਾਰਨਾ ਔਰ ਉਹਦੇ ਨਾਲ ਜਿਹੜਾ ਤੁਹਾਡਾ ਵਿਆਜ ਪੈ ਰਿਹਾ ਤੁਹਾਨੂੰ ਸੋ ਉਹ ਜਿਹੜਾ ਮੂਲ ਆ ਜਿਹੜਾ ਤੁਸੀਂ ਲੋਨ ਲਿਆ ਲੋਨ ਦੀ ਰਕਮ ਤੇ ਪਲੱਸ ਜਿਹੜਾ ਉਹਦਾ ਵਿਆਜ ਬਣਦਾ ਉਹਨਾਂ ਦੋਵਾਂ ਨੂੰ ਇਕੱਠਿਆਂ ਕਰਕੇ ਤੁਸੀਂ ਤੁਹਾਡੀ ਮਹੀਨੇ ਦੀ ਇੱਕ ਕਿਸ਼ਤ ਜਿਹੜੀ ਹੈਗੀ ਉਹ ਬਣਦੀ ਆ ਉਹ ਤੁਸੀਂ ਪੇਮੈਂਟ ਹੋਣੀ ਹਾਂਜੀ ਉਹਨੂੰ ਰੀਪੇਮੈਂਟ ਕਹਿੰਦੇ ਆ। ਸੋ ਉਹਦਾ ਮਤਲਬ ਇਹ ਹੁੰਦਾ ਕਿ ਜਿੰਨੇ ਵੀ ਸਾਲਾਂ ਦਾ ਤੁਸੀਂ ਬੈਂਕ ਨਾਲ ਸਮਝੌਤਾ ਕੀਤਾ ਹੁੰਦਾ 10 ਦਾ 20 ਦਾ 15 ਦਾ 25 ਦਾ ਹਾਂਜੀ ਉਨੇ ਚਿਰ ਦੇ ਵਿੱਚ ਜੇ ਤੁਸੀਂ ਉਨੀ ਕਿਸ਼ਤ ਦਿੰਦੇ ਰਹੋ ਤੇ ਉਹ ਤੁਹਾਡਾ ਜਿਹੜਾ ਸਾਰਾ ਹੀ ਲੋਨ ਆ ਹਾਂਜੀ ਉਹ ਰੀਪੇ ਹੋ ਜਾਂਦਾ ਉਹ ਵਾਪਸ ਤੁਸੀਂ ਉਹਨਾਂ ਨੂੰ ਕਰ ਦਿੰਦੇ ਆ। ਇਹਦੀ ਕੋਈ ਗਾਰੰਟੀ ਵੀ ਹੁੰਦੀ ਹੈ ਜੀ ਕਿ ਜਿਹੜਾ ਤੁਸੀਂ ਉਹ ਪੇਮੈਂਟ ਕਰਦੇ ਹੋ ਉਨੇ ਸਮੇਂ ਦੇ ਵਿੱਚ ਮੁੱਕ ਜਾਊਗਾ ਉਹ ਜਾਂ ਕੋਈ ਇਹਦਾ ਹੈਗਾ ਇੱਦਾਂ ਦਾ ਸਿਸਟਮ? ਹਾਂਜੀ ਬਿਲਕੁਲ ਉਹਦੀ ਗਾਰੰਟੀ ਹੁੰਦੀ ਆ ਕਰਕੇ ਉਹਨਾਂ ਨੇ ਜਿਹੜਾ ਮੰਨ ਲਓ ਜਿੱਦਾਂ ਆਪਾਂ ਉਦਾਹਰਨ ਲਈ ਸੀ ਕਿ ਤੁਸੀਂ 1 ਲੱਖ ਦਾ ਲੋਨ ਲਿਆ ਹੈਗਾ ਉਹ ਉਹਨਾਂ ਨੂੰ 25 ਤੇ ਮੰਨ ਲਓ ਜੀ 25 ਸਾਲ ਦੇ ਤੁਸੀਂ ਉਹ ਲਿਆ ਹੈਗਾ ਉਹਨੂੰ 25 ਤੇ ਵੰਡ ਲੈਂਦੇ ਆ ਜੀ ਤੇ ਜਿਹੜਾ 4000 ਤੁਹਾਡਾ ਮੰਨ ਲਓ ਸਾਲ ਦਾ ਇਹ ਹੋ ਗਿਆ ਕਿ 4000 ਤੁਸੀਂ ਉਸ ਲੋਨ ਦੇ ਵਿੱਚੋਂ ਹਰ ਸਾਲ ਮੋੜਨਾ ਪਲੱਸ ਜਿਹੜਾ ਵਿਆਜ ਹੈਗਾ ਜੀ ਸੋ ਉਹਦੀ ਉਹ ਕਿਸ਼ਤ ਬਣਾ ਕੇ ਤੁਹਾਨੂੰ ਦੱਸ ਦਿੰਦੇ ਆ ਤੇ ਉਹ ਤੁਸੀਂ ਜਿਹੜਾ ਹੈਗਾ ਮੋੜਨਾ ਤੇ ਉਹ 25 ਸਾਲਾਂ ਦੇ ਵਿੱਚ ਜੇ ਤੁਸੀਂ ਉਨੀ ਕਿਸ਼ਤ ਦਿੰਦੇ ਰਹਿੰਦੇ ਆ ਉਹ ਤੁਹਾਡਾ ਜਿਹੜਾ ਸਾਰਾ ਹੀ ਮੂਲ ਲੋਨ ਦੀ ਰਕਮ ਆ ਉਹ ਤੁਹਾਡੀ ਜਿਹੜੀ ਹੈਗੀ ਆ ਉਹ ਵਾਪਸ ਬੈਂਕ ਨੂੰ ਚਲੇ ਜਾਂਦੀ ਆ। ਨਵਦੀਪ ਜੀ ਉਹਦੇ ਵਿੱਚੋਂ ਕਦੇ ਕੁਝ ਬਚ ਵੀ ਜਾਂਦਾ ਤੁਹਾਨੂੰ ਕੁਝ ਕਦੇ ਮੋੜਦੇ ਵੀ ਆ? ਨਹੀਂ ਜੀ ਉਹਦੇ ਵਿੱਚ ਉਹਨਾਂ ਦੇ ਮੋੜਨ ਦੇ ਲਈ ਕੁਝ ਨਹੀਂ ਹੁੰਦਾ ਕਰਕੇ ਉਹ ਤੁਸੀਂ ਮੂਲ ਦੇਣਾ ਹੁੰਦਾ ਹਾਂਜੀ ਲੋਨ ਦੀ ਰਕਮ ਤੇ ਵਿਆਜ ਦੇਣਾ ਹੁੰਦਾ ਜੀ। ਤੇ ਜਿਹੜੀ ਦੂਸਰੀ ਕਿਸਮ ਬਲਵੀਰ ਜੀ ਹੈਗੀ ਆ ਉਹਨੂੰ ਇੰਟਰਸਟ ਓਨਲੀ ਮੌਰਗੇਜ ਕਹਿੰਦੇ ਆ। ਇੰਟਰਸਟ ਓਨਲੀ ਮੌਰਗੇਜ ਦਾ ਮਤਲਬ ਇਹ ਹੁੰਦਾ ਕਿ ਜੇ ਤੁਸੀਂ 1 ਲੱਖ ਦਾ
ਲੋਨ ਲਿਆ ਹੈਗਾ ਉਹਦਾ ਜਿੰਨਾ ਮੰਨ ਲਓ ਵਿਆਜ ਬਣਦਾ ਹੈਗਾ ਮਹੀਨੇ ਦਾ ਜਾਂ ਸਾਲ ਦਾ, ਹਾਂਜੀ, ਜੇ ਮੰਨ ਲਓ ਸਾਲ ਦਾ ਬਣਦਾ, ਸਾਲ ਦਾ 4000 ਬਣਦਾ, ਉਹ 4000 ਨੂੰ 12 ਤੇ ਵੰਡ ਕੇ ਮੰਨ ਲਓ ਜਿਹੜਾ 300-350 ਹੋ ਸਕਦਾ, ਤੇ ਉਹ ਤੁਸੀਂ 300-350 ਹੀ ਵਾਪਸ ਦੇਣਾ ਹੁੰਦਾ। ਅੱਛਾ ਜੀ। ਉਹਦੇ ਵਿੱਚ ਜਿਹੜਾ ਤੁਸੀਂ ਲੋਨ ਦੀ ਰਕਮ ਲਈ ਆ ਹਾਂਜੀ, ਉਹ ਤੁਸੀਂ ਵਾਪਸ ਨਹੀਂ ਕਰਨੀ ਹੁੰਦੀ। ਸੋ ਮੰਨ ਲਓ ਜੇ ਤੁਸੀਂ 25 ਸਾਲ ਉਹ ਕਿਸ਼ਤ ਦੇਈ ਜਾਂਦੇ ਆ, ਹਾਂਜੀ, ਪਰ ਜਿਹੜਾ ਤੁਹਾਡਾ 1 ਲੱਖ ਦਾ ਤੁਸੀਂ ਲੋਨ ਲਿਆ ਜੀ, ਉਹ ਉਹਨੇ ਦਾ ਉਨਾ ਹੀ ਹਾਂਜੀ ਵਾਪਸ ਖੜਾ ਹੈਗਾ। ਹਾਂਜੀ, ਇਹ ਜਿਹੜੀ ਹੈਗੀ ਆ ਇੰਟਰਸਟ ਓਨਲੀ ਮੌਰਗੇਜ ਹੈਗੀ ਆ, ਇਹ ਜ਼ਿਆਦਾਤਰ ਉਹ ਲੋਕ ਲੈਂਦੇ ਆ ਜਿਨ੍ਹਾਂ ਨੇ ਘਰ ਕਿਰਾਏ ਵਗੈਰਾ ਤੇ ਦੇਣੇ ਹੁੰਦੇ ਆ, ਉਹਨਾਂ ਕੋਲ ਥੋੜ੍ਹੇ ਬਹੁਤੇ ਪੈਸੇ ਪਏ ਹੁੰਦੇ ਆ, ਉਹ ਪੈਸੇ ਰੱਖ ਕੇ ਡਿਪੋਜ਼ਿਟ ਤੇ ਇੰਟਰਸਟ ਓਨਲੀ ਲੈ ਲੈਂਦੇ ਆ। ਇੰਟਰਸਟ ਓਨਲੀ ਦਾ ਮਤਲਬ ਇਹ ਹੁੰਦਾ ਕਿ ਤੁਹਾਡੀ ਜਿਹੜੀ ਕਿਸ਼ਤ ਆ ਹਾਂਜੀ ਉਹ ਥੋੜ੍ਹੀ ਹੁੰਦੀ ਆ, ਓਕੇ, ਕਿਉਂਕਿ ਤੁਸੀਂ ਮੂਲ ਉਹਦੇ ਵਿੱਚ ਨਹੀਂ ਮੋੜ ਰਹੇ ਹੁੰਦੇ, ਠੀਕ, ਤੇ ਜਿਹੜੀ ਰੀਪੇਮੈਂਟ ਹੁੰਦੀ ਉਹਦੇ ਵਿੱਚ ਤੁਸੀਂ ਮੂਲ ਵੀ ਮੋੜਨਾ ਹੁੰਦਾ। ਸੋ ਉਹਦੀ ਕਿਸ਼ਤ ਜਿਹੜੀ ਹੁੰਦੀ ਆ ਉਹ ਥੋੜ੍ਹੀ ਜ਼ਿਆਦਾ ਹੋ ਜਾਂਦੀ ਆ। ਸੋ ਇਸ ਕਰਕੇ ਅੱਜ ਤੋਂ ਕੁਝ ਸਾਲ ਪਹਿਲਾਂ ਇੱਕ ਪਾਲਿਸੀ ਹੁੰਦੀ ਸੀ, ਇੰਡਾਊਮੈਂਟ ਪਾਲਿਸੀ ਕਹਿੰਦੇ ਸੀ। ਉਹਦੇ ਵਿੱਚ ਇਹ ਹੁੰਦੀ ਸੀ ਕਿ ਉਹ ਤੁਸੀਂ ਇੰਟਰਸਟ ਵੀ ਦੇਈ ਜਾਣਾ ਤੇ ਥੋੜ੍ਹਾ ਜਿਹਾ ਉਹ ਇੰਸ਼ੋਰੈਂਸ ਵਾਂਗੂ ਉਸ ਪਾਲਿਸੀ ਲਈ ਵੀ ਪੇਮੈਂਟ ਕਰੀ ਜਾਣੀ, ਹਾਂਜੀ, ਔਰ 20-25 ਸਾਲ ਦੇ ਬਾਅਦ ਉਹ ਤੁਹਾਡੇ ਜਿਹੜਾ ਸੀਗਾ ਉਹ ਪੈਸੇ ਉਨੇ ਕੁ ਹੋ ਜਾਂਦੇ ਸੀ ਜਿੰਨਾ ਤੁਸੀਂ ਲੋਨ ਲਿਆ ਹੁੰਦਾ ਸੀ, ਉਹ ਤੁਸੀਂ ਵਾਪਸ ਕਰ ਦਿੰਦੇ ਸੀ। ਪਰ ਉਹ ਸਕੀਮ ਜਿਹੜੀ ਹੈਗੀ ਆ ਕਾਫੀ ਸਾਲ ਹੋ ਗਏ ਆ, ਉਹ ਬੰਦ ਹੋ ਗਈ ਆ ਜੀ। ਸੋ ਇਸ ਕਰਕੇ ਇਹ ਦੋ ਤਰ੍ਹਾਂ ਦੀਆਂ ਜਿਹੜੀਆਂ ਮੌਰਗੇਜਸ ਆਮ ਤੌਰ ਤੇ ਜਿਹੜੀਆਂ ਹੁੰਦੀਆਂ, ਇੱਕ ਜਿਹੜਾ ਹੈਗਾ FCA ਉਹਨੂੰ ਕਹਿੰਦੇ ਹੈਗਾ, ਫਾਈਨੈਂਸ਼ੀਅਲ ਕੰਡਕਟ ਅਥਾਰਟੀ ਹੈਗੀ ਆ, ਜਿਹੜੀ ਇਹ ਸਾਰੀਆਂ ਹੀ ਪੈਸੇ ਨਾਲ ਜੁੜੀਆਂ ਜਿਹੜੀਆਂ ਸਕੀਮਾਂ ਹੈਗੀਆਂ, ਬੈਂਕਾਂ ਹੈਗੀਆਂ ਜਾਂ ਕੋਈ ਵੀ ਹੋਰ ਜਿਹੜੀ ਆਰਗੇਨਾਈਜੇਸ਼ਨ ਹੈਗੀ ਆ, ਉਹ ਆਰਥਿਕਤਾ ਦੇ ਨਾਲ ਸੰਬੰਧਿਤ ਸਲਾਹ ਵਗੈਰਾ ਦਿੰਦੀ ਹੈਗੀ ਆ, ਉਹਨਾਂ ਨੂੰ ਸਾਰਿਆਂ ਨੂੰ ਇਹ ਦੇਖਦੀ ਹੈਗੀ ਆ ਕਿ ਉਹ ਸਹੀ ਢੰਗ ਨਾਲ ਜਿਹੜਾ ਇਹ ਕੰਮ ਹੋ ਰਿਹਾ। ਹਾਂਜੀ, ਉਹਦੇ ਵਿੱਚ ਜ਼ਿਆਦਾਤਰ ਅਗਰ ਤੁਸੀਂ ਆਪਣਾ ਘਰ ਲੈਣਾ ਆ ਤੇ ਉਹ ਤੁਹਾਨੂੰ ਇਹੀ ਇਨਕਰੇਜ ਕਰਦੇ ਆ ਕਿ ਤੁਸੀਂ ਜਿਹੜਾ ਰੀਪੇਮੈਂਟ ਦੀ ਪਾਲਿਸੀ ਜਿਹੜੀ ਹੈਗੀ ਆ ਜਾਂ ਰੀਪੇਮੈਂਟ ਮੌਰਗੇਜ ਹੈਗੀ ਆ, ਉਹ ਤੁਸੀਂ ਉਹ ਜਿਹੜੀ ਆਪਸ਼ਨ ਉਹ ਤੁਸੀਂ ਲਵੋ। ਹਾਂਜੀ, ਉਹ ਆਪਸ਼ਨ ਲਵੋ ਕਰਕੇ ਉਹਨਾਂ ਨੂੰ ਇਹ ਹੁੰਦਾ ਕਿ ਇੱਦਾਂ ਨਾ ਹੋਵੇ ਕਿ ਤੁਸੀਂ 20 ਸਾਲ 25 ਸਾਲ ਤੁਸੀਂ ਮੌਰਗੇਜ ਦੇਈ ਗਏ ਤੇ ਮੁੜ ਕੇ ਫਿਰ ਤੁਹਾਡਾ ਲੋਨ ਜਿਹੜਾ ਹੈਗਾ ਉਹ ਨਾ ਪੂਰਾ ਹੋਵੇ ਔਰ ਬੈਂਕ ਨੂੰ ਤੁਹਾਡਾ ਜਿਹੜਾ ਘਰ ਆ ਉਹ ਜ਼ਬਤ ਕਰਨਾ ਪਵੇ। ਹਾਂਜੀ, ਤੇ ਇਹ ਜਿਹੜੀ ਜੀ ਕਿਸਮਾਂ ਹੈਗੀਆਂ, ਹਾਂਜੀ, ਤਾਂ ਇਹਨਾਂ ਦੀਆਂ ਅੱਗੇ ਹੋਰ ਵੀ ਕੋਈ ਕਿਸਮਾਂ ਹੁੰਦੀਆਂ? ਹਾਂਜੀ ਬਲਬੀਰ ਜੀ, ਜਿੱਦਾਂ ਆਪਾਂ ਪਹਿਲਾਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਇਹਨਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਜਿਹੜੀਆਂ ਹੈਗੀਆਂ ਹੋ ਸਕਦੀਆਂ। ਹਾਂਜੀ, ਉਹ ਜਿਹੜਾ ਤੁਹਾਡਾ ਵਿਆਜ ਆ ਉਹ ਕਿਸ ਢੰਗ ਨਾਲ ਲਿਆ ਜਾਂਦਾ, ਉਹਦੀਆਂ ਕੰਡੀਸ਼ਨਾਂ ਕੀ ਹੈਗੀਆਂ, ਉਹਦੇ ਵਿੱਚ 3-4 ਜਿਹੜੀਆਂ ਹੈਗੀਆਂ ਮੈਂ ਜਿੱਦਾਂ ਇੱਕ ਵੇਰੀਏਬਲ ਰੇਟ ਹੁੰਦਾ। ਵੇਰੀਏਬਲ ਰੇਟ ਦਾ ਹੁੰਦਾ ਕਿ ਮੰਨ ਲਓ ਜੀ ਤੁਹਾਡਾ ਇੰਟਰਸਟ ਉਹ ਕਹਿੰਦੇ ਪਏ ਅੱਜ 2% ਆ, ਹਾਂਜੀ, ਤੁਹਾਡਾ ਜਦੋਂ ਤੁਸੀਂ ਪੈਸੇ ਲੈਂਦੇ ਆ ਜੀ। ਉਹ ਵੇਰੀਏਬਲ ਤੋਂ ਮਤਲਬ ਇਹ ਹੈਗੀ ਆ ਕਿ ਅਗਰ ਰੇਟ ਵੱਧਦਾ ਘਟਦਾ ਆ ਤਾਂ ਉਹਦੇ ਨਾਲ ਤੁਹਾਡੀ ਜਿਹੜਾ ਵਿਆਜ ਦਾ ਰੇਟ ਜਿਹੜਾ ਹੈਗਾ, ਹਾਂਜੀ, ਉਹ ਉੱਪਰ ਥੱਲੇ ਜਾ ਸਕਦਾ। ਠੀਕ, ਉਹਦੇ ਨਾਲ ਇਹ ਹੁੰਦਾ ਕਿ ਤੁਹਾਡੀ ਜਿਹੜੀ ਕਿਸ਼ਤ ਆ, ਹਾਂਜੀ, ਉਹ ਵੀ ਉੱਪਰ ਥੱਲੇ ਜਾ ਸਕਦੀ, ਉਹ ਵੀ ਫਿਰ ਉੱਪਰ ਥੱਲੇ ਜਾਊਗੀ। ਸੋ ਜੇ ਮੰਨ ਲਓ 500 ਪਾਉਂਡ ਤੁਹਾਡੀ ਮਹੀਨੇ ਦੀ ਕਿਸ਼ਤ ਆ, ਉਹ ਵੇਰੀਏਬਲ ਰੇਟ ਦੇ ਵਿੱਚ ਇਹ ਹੋ ਸਕਦਾ ਕਿ ਉਹ 450 ਵੀ ਹੋ ਸਕਦੀ ਆ, ਉਹ 550 ਵੀ ਹੋ ਸਕਦੀ ਆ, ਜਾਂ ਜ਼ਿਆਦਾ ਵੀ ਹੋ ਸਕਦੀ, ਜਾਂ ਇਹਦੇ ਤੋਂ ਹੋਰ ਜ਼ਿਆਦਾ ਘੱਟ ਵੀ ਹੋ ਸਕਦੀ ਆ। ਹਾਂਜੀ, ਇੱਕ ਹੁੰਦਾ ਟਰੈਕਰ ਰੇਟ ਮੌਰਗੇਜ। ਹਾਂਜੀ, ਟਰੈਕਰ ਰੇਟ ਦਾ ਮੌਰਗੇਜ ਦਾ ਮਤਲਬ ਇਹ ਹੁੰਦਾ ਕਿ ਜਿਹੜੀ ਬੈਂਕ ਆਫ ਇੰਗਲੈਂਡ ਆ, ਹਾਂਜੀ, ਉਹਦਾ ਆਪਣਾ ਇੱਕ ਰੇਟ ਹੁੰਦਾ। ਅੱਛਾ ਜੀ, ਹਾਂਜੀ, ਹਾਂਜੀ, ਤੇ ਜਿਹੜੀਆਂ ਫਿਰ ਬੈਂਕਾਂ ਤੁਹਾਨੂੰ ਲੋਨ ਦਿੰਦੀਆਂ ਜੀ, ਉਹ ਇਹ ਕਹਿੰਦੀਆਂ ਕਿ ਜਿੰਨਾ ਬੈਂਕ ਆਫ ਇੰਗਲੈਂਡ ਦਾ ਰੇਟ ਆ, ਹਾਂਜੀ, ਪਲੱਸ 1% 2% ਅੱਧਾ % ਜਾਂ ਕੁਛ ਵੀ। ਹਾਂਜੀ, ਸੋ ਜਿਵੇਂ ਜਿਵੇਂ ਉਹ ਬੈਂਕ ਆਫ ਇੰਗਲੈਂਡ ਦਾ ਜਿਹੜਾ ਰੇਟ ਆ ਉਹ ਵੱਧਦਾ ਘਟਦਾ ਆ, ਹਾਂਜੀ, ਜਿਹੜਾ ਬੈਂਕ ਦਾ ਰੇਟ ਆ ਉਹ ਤੁਹਾਡੀ ਬੈਂਕ ਜਿੱਥੋਂ ਤੁਸੀਂ ਲੋਨ ਲਿਆ, ਹਾਂਜੀ, ਉਹਦਾ ਰੇਟ ਵੱਧਦਾ ਨਹੀਂ ਘਟਦਾ ਨਹੀਂ ਹੈਗਾ। ਓਕੇ, ਪਰ ਬੈਂਕ ਦਾ ਰੇਟ ਜਿਹੜਾ ਆ, ਬੈਂਕ ਆਫ ਇੰਗਲੈਂਡ ਦਾ ਰੇਟ ਆ, ਜੇ ਉਹ ਵੱਧਦਾ ਘਟਦਾ ਆ, ਹਾਂਜੀ, ਉਹਦੇ ਨਾਲ ਫਿਰ ਵੀ ਤੁਹਾਡੀ ਜਿਹੜੀ ਕਿਸ਼ਤ ਆ ਉਹ ਅੱਗੇ ਪਿੱਛੇ ਘੱਟ ਵੱਧ ਹੋ ਸਕਦੀ ਆ। ਹਾਂ, ਇਹਦੇ ਵਿੱਚ ਇਹ ਗੱਲ ਜ਼ਰੂਰ ਯਾਦ ਰੱਖਣ ਵਾਲੀ ਹੈਗੀ ਆ ਕਿ ਜਿਹੜਾ ਟਰੈਕਰ ਰੇਟ ਹੈਗਾ ਆ, ਹਾਂਜੀ, ਉਹਦੇ ਵਿੱਚ ਤੁਹਾਡਾ ਜਿਹੜਾ ਬੈਂਕ ਵੀ ਆ ਉਹ ਵੀ ਆਪਣਾ ਰੇਟ ਜਿਹੜੀ ਆ ਉਹ ਵੱਧ ਘੱਟ ਕਰ ਸਕਦੀ ਆ। ਸੋ ਤੁਹਾਡੇ ਦੋ ਰੇਟ ਹੋ ਗਏ, ਹਾਂਜੀ, ਪਲੱਸ ਬੈਂਕ ਆਫ ਇੰਗਲੈਂਡ ਦਾ ਰੇਟ ਪਲੱਸ ਤੁਹਾਡਾ ਬੈਂਕ ਦਾ ਰੇਟ। ਸੋ ਇਹ ਦੋਵੇਂ ਵਾਧੇ ਘੱਟਦੇ ਜਿਹੜੇ ਹੈਗੇ ਆ ਇਹ ਹੋ ਸਕਦੇ ਆ, ਕਰਕੇ ਇਹਦੇ ਵਿੱਚ ਫਿਰ ਜ਼ਿਆਦਾ ਚਾਂਸ ਹੈਗਾ ਕਿ ਜਿਹੜੀ ਤੁਹਾਡੀ ਰੀਪੇਮੈਂਟ ਹੈਗੀ ਆ, ਜਿਹੜੀ ਤੁਸੀਂ ਕਿਸ਼ਤ ਦੇਣੀ ਆ, ਬਿਲਕੁਲ, ਤਾਂ ਉਹਦੇ ਵਿੱਚ 2 ਤਰੀਕਿਆਂ ਦੇ ਨਾਲ ਤਬਦੀਲੀ ਆ ਸਕਦੀ ਆ। ਬਿਲਕੁਲ, ਹਾਂਜੀ, ਤੇ ਜਦੋਂ ਕਿ ਪਹਿਲੇ ਦੇ ਵਿੱਚ ਜਿਹੜਾ ਇੱਕੋ ਹੀ ਹੈਗਾ, ਹਾਂਜੀ,
ਇੱਕੋ ਬੈਂਕ ਦੇ। ਹਾਂ ਠੀਕ ਹੈ, ਹਾਂਜੀ ਹਾਂ ਬਲਬੀ ਜੀ, ਇਹਦੇ ਵਿੱਚ ਹੋਰ ਵੀ ਸਮੱਸਿਆ ਥੋੜੀ ਜਿਹੀ ਗੁੰਝਲਦਾਰ ਹੁੰਦੀ ਜਾਂਦੀ ਆ ਜੀ। ਕਈ ਵਾਰੀ ਬੈਂਕਾਂ ਇਹ ਕਹਿ ਦਿੰਦੀਆਂ ਕਿ ਜਿਹੜਾ ਸਾਡਾ ਰੇਟ ਆ, ਜਿਸ ਬੈਂਕ ਤੋਂ ਤੁਸੀਂ ਲੋਨ ਲੈਣਾ, ਉਹ ਕਹਿੰਦੀ ਸਾਡਾ ਰੇਟ 2 ਸਾਲਾਂ ਲਈ, 3 ਸਾਲਾਂ ਲਈ, ਜੇ 5 ਸਾਲਾਂ ਲਈ ਸਾਡਾ ਰੇਟ ਨਹੀਂ ਵਧੂ ਘਟੂਗਾ। ਠੀਕ। ਪਰ ਜੇ ਬੈਂਕ ਆਫ ਇੰਗਲੈਂਡ ਦਾ ਰੇਟ ਵੱਧਦਾ ਘਟਦਾ ਆ, ਹਾਂਜੀ, ਫਿਰ ਤੁਹਾਡੀ ਕਿਸ਼ਤ ਉੱਪਰ ਥੱਲੇ ਹੋ ਸਕਦੀ ਹੈ। ਉਹਦੇ ਵਿੱਚ ਵੀ ਫਿਰ ਕੋਈ ਜਿਹੜਾ ਫਿਕਸਡ ਰੇਟ ਹੈਗਾ ਉਹਦੇ ਵਿੱਚ ਵੀ ਕੋਈ ਗਾਰੰਟੀ ਨਹੀਂ ਹੈਗੀ। ਹਾਂਜੀ ਹਾਂ, ਜਿਹੜਾ ਉਹ ਰੇਟ ਆ, ਜਿਹੜੀ ਤੁਹਾਡੀ ਪੇਮੈਂਟ ਆ ਉਹ ਘਟੂਗੀ ਵਧੂਗੀ ਨਾ। ਹਾਂਜੀ ਜੀ ਹਾਂ, ਅਗਰ ਉਹ ਤੁਹਾਡਾ ਟਰੈਕਰ ਰੇਟ ਆ, ਹਾਂਜੀ, ਉਹਦੇ ਤੋਂ ਅੱਗੇ ਆਉਂਦਾ ਡਿਸਕਾਊਂਟਡ ਰੇਟ ਮੌਰਗੇਜਸ ਜਿਹੜੀਆਂ ਹੁੰਦੀਆਂ, ਉਹਦੇ ਵਿੱਚ ਡਿਸਕਾਊਂਟਡ ਦਾ ਮਤਲਬ ਇਹ ਹੁੰਦਾ ਕਿ ਉਹ ਕਹਿੰਦੇ ਨੇ ਜੀ ਪਹਿਲੇ 2 ਸਾਲ ਅਸੀਂ ਤੁਹਾਨੂੰ 2% ਵਿਆਜ ਚਾਰਜ ਕਰਾਂਗੇ। ਅੱਛਾ ਜੀ। ਉਹਦੇ ਤੋਂ ਬਾਅਦ ਜਿਹੜਾ ਹੈਗਾ ਅਸੀਂ ਤੁਹਾਨੂੰ 3% ਜਾਂ 4% ਜਿਹੜਾ ਹੈਗਾ ਉਹ ਰੇਟ, ਉਹ ਜ਼ਿਆਦਾ ਰੇਟ, ਹਾਂਜੀ, ਉਹ ਤੁਹਾਨੂੰ ਜ਼ਿਆਦਾ ਰੇਟ ਦੇਵਾਂਗੇ। ਠੀਕ। ਸੋ ਉਹਦੇ ਵਿੱਚ ਉਹ ਡਿਸਕਾਊਂਟਡ ਉਸ ਖਾਸ ਸਮੇਂ ਲਈ ਹੁੰਦਾ, ਉਹ ਸਾਲ ਲਈ ਹੋ ਸਕਦਾ ਜਾਂ 2 ਸਾਲਾਂ ਲਈ ਹੋ ਸਕਦਾ ਜਾਂ 3 ਸਾਲਾਂ ਲਈ ਹੋ ਸਕਦਾ। ਔਰ ਉਹਦੇ ਤੋਂ ਬਾਅਦ ਜਿਹੜਾ ਆਪਣਾ ਬੈਂਕ ਦਾ ਰੇਟ ਹੁੰਦਾ ਜੀ, ਇੱਕ ਫਿਕਸ ਕੀਤਾ ਆ, ਹਾਂਜੀ, ਉਹ ਫਿਰ ਤੁਹਾਡਾ ਉਸ ਸਮੇਂ ਤੋਂ ਬਾਅਦ 19 ਸਾਲਾਂ ਤੋਂ ਬਾਅਦ ਉਹ ਤੁਹਾਡਾ ਰੇਟ ਜਿਹੜਾ ਉਹ ਹੋ ਜਾਂਦਾ, ਉਹਨਾਂ ਨੇ ਉਹ ਚਾਰਜ ਕਰਨਾ। ਹਾਂਜੀ। ਇਹਦੇ ਤੋਂ ਅੱਗੇ ਆ ਜਾਂਦਾ ਫਿਕਸਡ ਰੇਟ। ਅੱਛਾ ਜੀ। ਫਿਕਸਡ ਰੇਟ ਦਾ ਮਤਲਬ ਇਹ ਹੁੰਦਾ ਮੌਰਗੇਜ ਦਾ ਇਹ ਹੁੰਦਾ ਕਿ ਉਹ ਤੁਹਾਨੂੰ ਦੱਸ ਦਿੰਦੇ ਜੀ ਤੁਹਾਡੀ ਕਿਸ਼ਤ ਜਿਹੜੀ ਆ ਉਹ 500 ਪਾਉਂਡ ਹੀ ਰਹਿਣੀ ਆ। ਹਾਂਜੀ। ਮਤਲਬ ਤੁਹਾਡਾ ਰੇਟ ਜਿਹੜਾ ਹੈਗਾ ਉਹ 2.5% ਆ। ਸਾਡਾ ਬੈਂਕ ਆਫ ਇੰਗਲੈਂਡ ਰੇਟ ਦਾ ਵੱਧ ਜਵੇ ਜਾਂ ਨਾ ਵਧੇ, ਬੈਂਕਸ ਦਾ ਰੇਟ ਵੱਧ ਜਵੇ ਜਾਂ ਘੱਟ ਜਵੇ, ਜੋ ਕੁਛ ਮਰਜ਼ੀ ਹੋਵੇ, ਹਾਂਜੀ, ਉਹ ਫਿਕਸਡ ਰੇਟ ਦੇ ਵਿੱਚ ਜਿਹੜਾ ਤੁਹਾਡਾ ਮੌਰਗੇਜ ਆ ਜੀ, ਉਹ ਉਨੀ ਦੀ ਉਨੀ ਰਹੂਗੀ। ਹਾਂਜੀ। ਮਤਲਬ 500 ਪਾਉਂਡ ਤੋਂ ਕਹਿਣ ਦਾ ਭਾਵ ਜਿੰਨੀ ਵੀ ਤੁਹਾਡੀ ਪੇਮੈਂਟ ਹੈਗੀ, ਜਿੰਨੀ ਵੀ ਪੇਮੈਂਟ ਹੈਗੀ, ਨਹੀਂ ਕਿ 500 ਪਾਉਂਡ, ਨਹੀਂ ਨਹੀਂ, ਹਾਂਜੀ, ਉਹ ਕੋਈ ਵੀ ਉਹ ਤੁਹਾਡੇ ਲੋਨ ਦੇ ਮੁਤਾਬਕ ਹੋ ਸਕਦੀ, ਤੁਹਾਡਾ ਲੋਨ ਕਿੰਨਾ ਆ, ਉਹ ਕਿੰਨੇ ਸਾਲ ਦਾ ਰਹੇਗਾ, ਹਾਂਜੀ, ਸੋ ਉਹਦੇ ਮੁਤਾਬਕ ਜੋ ਵੀ ਉਹ ਤੁਹਾਨੂੰ ਪਹਿਲੇ ਦਿਨ ਤੋਂ ਬਣਾ ਕੇ ਦੇਣਗੇ, ਤੇ ਜਿੱਦਣ ਤੁਸੀਂ ਮੌਰਗੇਜ ਲਈ ਅਪਲਾਈ ਕਰਨਾ ਉਦੋਂ ਤੁਹਾਨੂੰ ਉਹ ਦੱਸਦੇ ਆ ਕਿ ਜੀ ਤੁਹਾਡੀ ਮੌਰਗੇਜ ਜਿਹੜੀ ਮਹੀਨੇ ਦੀ 400 ਹੋਣੀ ਆ, 500 ਹੋਣੀ ਆ, 450 ਹੋਣੀ, ਜੋ ਵੀ ਉਹ ਤੁਹਾਨੂੰ ਰਕਮ ਦੱਸਦੇ ਆ। ਹਾਂਜੀ। ਔਰ ਉਹ ਖਾਸ ਸਮੇਂ ਦੇ ਲਈ ਜਾਂ 2 ਸਾਲ ਲਈ ਜਾਂ 3 ਸਾਲ ਲਈ ਜਾਂ 5 ਸਾਲ ਲਈ, ਜਿੰਨੇ ਸਮੇਂ ਦੇ ਵਾਸਤੇ ਤੁਸੀਂ ਉਹ ਮੌਰਗੇਜ ਫਿਕਸ ਕਰਦੇ ਆ, ਜਿਹੜੀ 25 ਸਾਲ ਲਈ ਵੀ ਹੋ ਸਕਦੀ ਆ। ਨਹੀਂ, 25 ਸਾਲ ਲਈ ਨਹੀਂ ਹੁੰਦੀ, ਵੱਧ ਤੋਂ ਵੱਧ ਜਿਹੜੀ ਮੇਰੀ ਧਿਆਨ ਦੇ ਵਿੱਚ ਆਈ ਆ ਉਹ 10 ਸਾਲ ਦੀ ਹੁੰਦੀ ਆ। ਔਰ ਉਹ ਵੀ ਬਹੁਤ ਘੱਟ ਬੈਂਕਾਂ ਜਿਹੜੀਆਂ ਹੈਗੀਆਂ 10 ਸਾਲ ਦੀ ਦਿੰਦੀਆਂ। ਜੇ ਉਹ ਦਿੰਦੀਆਂ ਵੀ ਹੈਗੀਆਂ ਤੇ ਉਹਨਾਂ ਦਾ ਜਿਹੜਾ ਇੰਟਰਸਟ ਰੇਟ ਹੁੰਦਾ, ਵਿਆਜ ਦੀ ਦਰ ਹੁੰਦੀ ਆ, ਉਹ ਕਾਫੀ ਜ਼ਿਆਦਾ ਹੁੰਦੀ ਆ ਆਮ ਨਾਲੋਂ। ਓਕੇ, ਠੀਕ। ਜਿਹੜੇ 2 ਸਾਲ ਦੇ ਜਾਂ 3 ਸਾਲ ਦੇ ਆ, ਉਹ ਤੁਹਾਨੂੰ ਜਿਹੜੇ ਰੇਟ ਆ ਉਹ ਬਹੁਤ ਜ਼ਿਆਦਾ ਵਧੀਆ ਮਿਲਦੇ ਆ। ਕਰਕੇ ਬੈਂਕਾਂ ਨੂੰ ਇਹ ਹੁੰਦਾ ਕਿ ਜੇ 10 ਸਾਲਾਂ ਲਈ ਅਸੀਂ ਬਚ ਗਏ, ਹਾਂਜੀ, ਕੱਲ ਨੂੰ ਸਾਨੂੰ ਵਧਾਉਣਾ ਪਿਆ, ਹਾਂਜੀ, ਤੇ ਉਹ ਤੁਹਾਨੂੰ ਫਾਇਦਾ ਆ। ਸੋ ਪਹਿਲਾਂ ਹੀ ਉਸ ਗੱਲ ਨੂੰ ਬੈਂਕ ਜਿਹੜੀ ਹੈਗੀ ਆ ਉਹ ਉਹਨਾਂ ਨੂੰ ਪਹਿਲਾਂ ਹੀ ਪਤਾ ਐਡ ਕਰ ਲੈਂਦੀ ਆ। ਸੋ ਉਹ ਬੈਂਕ ਨੇ ਇੱਕ ਤਰ੍ਹਾਂ ਇਹ ਕਹਿ ਲਓ ਕਿ ਘਾਟੇ ਦੇ ਵਿੱਚ ਨਹੀਂ ਰਹਿਣਾ ਹੁੰਦਾ। ਬਿਲਕੁਲ ਜੀ, ਬਿਲਕੁਲ। ਅਗਲੇ ਦਾ ਫਾਇਦਾ ਉਹਨਾਂ ਨੇ ਵੀ ਉਠਾਉਣਾ। ਬਿਲਕੁਲ, ਹਾਂਜੀ। ਇੱਕ ਇਹਦੇ ਵਿੱਚ ਹੁੰਦਾ ਸਟੈਂਡਰਡ ਵੇਰੀਏਬਲ ਰੇਟ, ਕਿ ਜੋ ਵੀ ਅੱਜ ਚਲੰਤ ਰੇਟ ਹੈਗਾ ਬੈਂਕ ਦਾ, ਹਾਂਜੀ, ਤੇ ਉਹ ਉਹੀ ਰੇਟ ਤੁਹਾਡਾ ਹੋਣਾ, ਨਾ ਉਹ ਵੱਧ ਘੱਟ ਵੀ ਸਕਦਾ ਹੈਗਾ। ਉਹ ਅੱਜ ਥੋੜ੍ਹਾ ਆ, ਕੱਲ੍ਹ ਨੂੰ ਜ਼ਿਆਦਾ ਹੋ ਸਕਦਾ, ਜੇ ਕੱਲ੍ਹ ਨੂੰ ਜ਼ਿਆਦਾ ਆ ਤਾਂ ਉਹ ਘੱਟ ਵੀ ਹੋ ਸਕਦਾ। ਠੀਕ। ਸੋ ਅਗਰ ਜਿਹੜੇ ਸਾਡੇ ਹੈਗੇ ਭੈਣ ਭਰਾ, ਅਗਰ ਉਹਨਾਂ ਨੇ ਮੌਰਗੇਜ ਇੱਦਾਂ ਦੀ ਲੈਣੀ, ਉਹਨਾਂ ਨੂੰ ਪਤਾ ਵੀ ਅਸੀਂ 2-4 ਸਾਲ ਇੱਥੇ ਇਸ ਘਰ ਦੇ ਵਿੱਚ ਰਹਿਣਾ ਆ, ਹਾਂਜੀ, ਤੇ ਉਹਨਾਂ ਨੂੰ ਫਿਰ ਉਹਦੇ ਤੋਂ ਅਵੋਇਡ ਕਰਨਾ ਚਾਹੀਦਾ ਜੀ। ਕਰਕੇ ਇਹ ਕੋਈ ਜੇ ਕੋਈ ਮਤਲਬ ਲੰਬੇ ਸਮੇਂ ਲਈ ਮੌਰਗੇਜ ਲੈਣੀ ਹੋਵੇ, ਲੰਬੇ ਸਮੇਂ ਤੋਂ ਮਤਲਬ ਜਿੱਦਾਂ ਜੇ ਉਹਨਾਂ ਨੂੰ ਪਤਾ ਕਿ ਅਸੀਂ ਇੱਥੇ 10-15 ਸਾਲ ਲਈ ਹੈਗੇ ਹਾਂ, ਹਾਂਜੀ, ਫਿਰ ਉਹ ਕਿਹੜੀ ਮੌਰਗੇਜ ਲੈਣ ਦੇ ਵਿੱਚ ਫਾਇਦਾ? ਉਹੀ ਜੇ ਤਾਂ ਤੁਸੀਂ ਤੁਹਾਡੇ ਘਰ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਘਰ ਤੁਸੀਂ ਰਹਿਣ ਲਈ ਲੈਣਾ, ਹਾਂਜੀ, ਕਿਰਾਏ ਤੇ ਦੇਣ ਲਈ ਨਹੀਂ ਲੈਣਾ। ਜੇ ਤਾਂ ਤੁਸੀਂ ਆਪਣਾ ਉਹ ਘਰ ਲੈਣਾ, ਫਿਰ ਮੰਨ ਲਓ ਤੁਸੀਂ 10-15 ਸਾਲ ਰਹਿਣਾ ਆ, ਤੇ ਤੁਸੀਂ 3 ਸਾਲ ਦੀ ਜਾਂ 5 ਸਾਲ ਦਾ ਜਿਹੜਾ ਫਿਕਸਡ ਰੇਟ ਜਿਹੜਾ ਹੈਗਾ ਉਹ ਤੁਸੀਂ ਲੈ ਲਓ। ਕਰਕੇ ਫਿਰ ਤੁਹਾਨੂੰ ਇਹ ਪਤਾ ਹੁੰਦਾ ਕਿ ਆਉਣ ਵਾਲੇ 3 ਸਾਲ ਜਾਂ 5 ਸਾਲ ਜਾਂ 2 ਸਾਲ ਵੀ ਅਸੀਂ ਇੱਥੇ ਰਹਿਣਾ, ਅਸੀਂ ਰਹਿਣਾ ਹੀ ਰਹਿਣਾ। ਹਾਂਜੀ। ਔਰ ਉਹਦੇ ਨਾਲ ਬਲਵੀਰ ਜੀ ਕਈ ਵਾਰੀ ਜਿਹੜੀਆਂ ਬੈਂਕਾਂ ਹੈਗੀਆਂ, ਔਰ ਫਿਰ ਤੁਹਾਡੇ ਤੇ ਇੱਕ ਸ਼ਰਤ ਲਾ ਦਿੰਦੀਆਂ ਕਿ ਜੇ ਤੁਸੀਂ 5 ਸਾਲ ਲਈ ਸਾਡੇ ਤੋਂ ਫਿਕਸਡ ਰੇਟ ਲੈਣਾ, ਹਾਂਜੀ, ਅਗਰ ਤੁਸੀਂ 5 ਸਾਲਾਂ ਤੋਂ ਪਹਿਲਾਂ ਸਾਨੂੰ ਪੈਸੇ ਸਾਰੇ ਹੀ ਮੋੜ ਦਿੰਦੇ ਆ, ਮੰਨ ਲਓ ਤੁਹਾਡੀ ਕੋਈ ਲੋਟਰੀ ਨਿਕਲ ਆਉਂਦੀ ਆ, ਤੁਸੀਂ ਕਹਿੰਦੇ ਜੀ ਅਸੀਂ ਤਾਂ ਪੈਸੇ ਦੇ ਦੇਣੇ ਆ ਜੀ, ਜਾਂ ਮੋੜ ਦੇਣੇ ਆ, ਜਾਂ ਮੰਨ ਲਓ ਤੁਹਾਨੂੰ ਕੋਈ ਇਨਹੈਰੀਟੈਂਸ ਆ ਗਿਆ, ਤੁਹਾਨੂੰ ਕਿਸੇ ਵਸੀਅਤ ਦੇ ਵਿੱਚੋਂ ਜਾਂ ਕੋਈ ਹਿੱਸਾ ਜ਼ਮੀਨ ਦਾ ਆ ਗਿਆ, ਕਿਤੋਂ ਵੀ ਇਨਕਮ ਆ ਗਈ, ਕਿਤੋਂ ਵੀ ਉਹ ਇਨਕਮ ਆ ਗਈ, ਉਹ ਤੁਸੀਂ ਕਹਿੰਦੇ ਵੀ ਹੁਣ ਅਸੀਂ ਪੈਸੇ ਮੋੜ ਦੇਣੇ ਆ। ਫਿਰ ਉਹਨਾਂ ਨੇ ਰੱਖਿਆ ਹੁੰਦਾ ਵੀ ਇੰਨੇ ਪੈਸੇ ਅਸੀਂ ਤੁਹਾਡੇ ਕੋਲੋਂ ਵਾਧੂ ਜਿਹੜੇ ਆ ਉਹ ਚਾਰਜ ਕਰਾਂਗੇ, ਜੇ ਤੁਸੀਂ ਉਹ ਪਹਿਲਾਂ, ਜੇ ਉਹ ਤੁਸੀਂ ਉਸ ਸਮੇਂ ਤੋਂ ਨਿਰਧਾਰਿਤ ਸਮੇਂ ਤੋਂ ਪਹਿਲਾਂ ਮੋੜਦੇ ਆ। ਫਿਕਸ ਮੰਨ ਲਓ ਜੇ ਤੁਸੀਂ 5 ਸਾਲ ਦਾ ਉਹਨਾਂ ਨਾਲ ਸਮਝੌਤਾ ਕੀਤਾ ਵੀ 5 ਸਾਲ ਦੀ ਫਿਕਸ ਰੇਟ ਸਾਡੀ ਮੌਰਗੇਜ ਹੈਗੀ ਆ, ਅਗਰ ਉਹਦੇ ਤੋਂ ਤੁਸੀਂ ਪਹਿਲਾਂ ਮੋੜਦੇ ਆ ਤਾਂ ਉਹ ਕਹਿਣਗੇ ਜੀ ਅਸੀਂ 2% ਐਕਸਟਰਾ ਜਿਹੜਾ ਜਾਂ 3% ਐਕਸਟਰਾ ਜਿਹੜਾ ਹੈਗਾ ਉਹ ਤੁਹਾਡੇ ਤੋਂ ਲਵਾਂਗੇ। ਸੋ ਮੰਨ ਲਓ ਜੇ ਤੁਸੀਂ £1,00,000 ਲਿਆ, ਹਾਂਜੀ,
ਉਹਦੇ ਚੋਂ ਤੁਸੀਂ 10,000 ਆਲਰੇਡੀ ਮੋੜ ਦਿੱਤਾ, ਤੁਹਾਡਾ ਬਚਿਆ 90,000। ਫਿਰ ਉਹਨਾਂ ਨੂੰ ਕਹਿਣਾ ਵੀ ਜੇ 4 ਸਾਲ ਹਾਲੇ ਤੁਹਾਡੇ ਮੌਰਗੇਜ ਦੇ ਰਹਿੰਦੇ ਆ ਤੇ ਉਹਨਾਂ 4 ਸਾਲਾਂ ਦਾ ਜਿਹੜਾ ਹੈਗਾ ਉਹ 2% ਵਾਧੂ ਦੇ ਹਿਸਾਬ ਦੇ ਨਾਲ ਉਹਨਾਂ ਨੇ ਉਹ ਤੁਹਾਨੂੰ ਕੈਲਕੂਲੇਸ਼ਨ ਕਰਕੇ ਜਿਹੜਾ 3-4,000 ਪਾਉਂਡ ਕਈ ਵਾਰੀ ਬਣ ਜਾਂਦਾ ਜਾਂ ਜ਼ਿਆਦਾ ਵੀ ਬਣ ਸਕਦਾ, ਤਾਂ ਫਿਰ ਉਹ ਤੁਹਾਨੂੰ ਉਹ ਨਾਲ ਮੋੜਨਾ ਪੈਂਦਾ। ਸੋ ਇਸ ਕੰਡੀਸ਼ਨ ਦਾ ਵੀ ਧਿਆਨ ਰੱਖਣ ਦੀ ਲੋੜ ਹੈਗੀ ਆ। ਇਸੇ ਕਰਕੇ ਮੈਂ ਜਿਹੜਾ ਸਵਾਲ ਕੀਤਾ ਸੀ ਕਿ ਜੇ ਤੁਹਾਨੂੰ ਪਤਾ ਆ ਕਿ ਤੁਸੀਂ ਇਸ ਘਰ ਦੇ ਵਿੱਚ ਥੋੜਾ ਸਮਾਂ ਰਹਿਣਾ ਆ ਔਰ ਤੁਹਾਡੇ ਹਾਲਾਤ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਛੇਤੀ ਚੇਂਜ ਹੋਣ ਵਾਲੇ ਨਹੀਂ ਹੈਗੇ ਤੇ ਤੁਹਾਡੇ ਲਈ ਜਿਹੜੀ ਫਿਕਸ ਰੇਟ ਮੌਰਗੇਜ ਹੈਗੀ ਆ ਉਹ ਕਾਫੀ ਹੱਦ ਤੱਕ ਜਿਹੜੀ ਉਹ ਵਧੀਆ ਰਹਿੰਦੀ ਆ ਜੀ। ਤੇ ਨਵਦੀਪ ਜੀ, ਬ੍ਰਿਜਿੰਗ ਲੋਨ ਕੀ ਹੁੰਦੀ ਹੈ ਜੀ? ਹਾਂਜੀ, ਬ੍ਰਿਜਿੰਗ ਲੋਨ ਜਿੱਦਾਂ ਬ੍ਰਿਜ ਤੋਂ ਤੁਸੀਂ ਸਮਝ ਹੀ ਸਕਦੇ ਆ ਤੇ ਜਿਹੜਾ ਬ੍ਰਿਜ ਆ ਉਹ ਪੁਲ ਹੁੰਦਾ। ਕਈ ਸਾਡੇ ਭੈਣ ਭਰਾ ਜਿਹੜੇ ਹੈਗੇ ਆ ਉਹ ਆਕਸ਼ਨ ਤੇ ਜਾਂ ਬੋਲੀ ਤੇ ਜਿਹਨੂੰ ਆਪਾਂ ਕਹਿੰਦੇ ਆ ਉਹ ਘਰ ਲੈਣ ਜਾਂਦੇ ਆ ਔਰ ਉੱਥੇ ਉਹਨਾਂ ਨੂੰ ਜਿਹੜਾ ਘਰ ਆ ਉਹ ਪਸੰਦ ਆ ਜਾਂਦਾ, ਉਹ ਬੋਲੀ ਦਿੰਦੇ ਆ। ਔਰ ਜਿਹੜੀ ਆਮ ਮੌਰਗੇਜ ਆ ਇਹਨੂੰ ਤਕਰੀਬਨ 6 ਹਫ਼ਤਿਆਂ ਤੋਂ ਲੈ ਕੇ 10-11 ਹਫ਼ਤੇ ਤੱਕ ਉਹ ਬੈਂਕਾਂ ਤੇ ਡਿਪੈਂਡ ਆ, ਉਹ ਸਮਾਂ ਲੱਗ ਜਾਂਦਾ ਅਪਰੂਵ ਕਰਨ ਨੂੰ ਜਦੋਂ ਤੋਂ ਤੁਸੀਂ ਐਪਲੀਕੇਸ਼ਨ ਪਾਉਂਦੇ ਆ ਮੌਰਗੇਜ ਦੇ ਲਈ। ਪਰ ਜਿਹੜਾ ਬ੍ਰਿਜਿੰਗ ਲੋਨ ਹੁੰਦਾ ਉਹ ਕਾਫੀ ਛੇਤੀ ਤੁਹਾਨੂੰ ਦੇ ਦਿੰਦੇ ਆ ਔਰ ਜਦੋਂ ਤੁਸੀਂ ਬੋਲੀ ਤੇ ਘਰ ਲੈਂਦੇ ਆ ਤਾਂ ਉਹਦੇ ਕੋਲ ਤੁਹਾਡੇ ਕੋਲ ਬਹੁਤ ਵੱਝਵਾਂ ਸਮਾਂ ਹੁੰਦਾ। ਕਈਆਂ ਦੇ 28 ਦਿਨ ਹੁੰਦੇ ਆ, ਕਈਆਂ ਦੇ 30 ਦਿਨ ਹੁੰਦੇ ਆ, ਕਈਆਂ ਦੇ ਹੋ ਸਕਦਾ 7-8 ਵੀਕਾਂ ਵੀ ਹੋਣ ਤੇ ਉਦੋਂ ਫਿਰ ਤੁਹਾਡੀ ਉਹ ਮੌਰਗੇਜ ਜਿਹੜੀ ਆ ਉਹ ਅਰੇਂਜ ਨਹੀਂ ਹੋ ਸਕਦੀ ਛੇਤੀ, ਥੋੜੇ ਸਮੇਂ ਦੇ ਵਿੱਚ ਉਹ ਨਹੀਂ ਹੁੰਦੀ। ਔਰ ਬੋਲੀ ਦਾ ਇਹ ਹੁੰਦਾ ਕਿ ਜਦੋਂ ਤੁਸੀਂ ਇੱਕ ਵਾਰੀ ਬੋਲੀ ਦੇਤੀ, ਜਿਹੜਾ ਤੁਸੀਂ 10% ਜਾਂ ਜੋ ਵੀ ਉਹਨਾਂ ਦਾ ਹੈ ਉਹ ਡਿਪੋਜ਼ਿਟ ਦੇ ਦਿੱਤਾ, ਅਗਰ ਉਹ ਤੁਸੀਂ ਉਸ ਸਮੇਂ ਦੇ ਵਿੱਚ ਘਰ ਜਿਹੜਾ ਉਹ ਪੂਰਾ ਖਰੀਦਦੇ ਨਹੀਂ ਤੇ ਉਹ ਫਿਰ ਤੁਹਾਡਾ ਡਿਪੋਜ਼ਿਟ ਵੀ ਕਈ ਵਾਰੀ ਲੋਸਟ ਹੋ ਜਾਂਦਾ। ਮਤਲਬ ਉਹਨਾਂ ਦੇ ਕੋਲ ਜਿਹੜੀ ਉਹ ਪੇਮੈਂਟ ਨਹੀਂ ਪਹੁੰਚਣ ਲੱਗਦੀ, ਮੌਰਗੇਜ ਦਾ ਇੰਤਜ਼ਾਮ ਨਹੀਂ ਹੁੰਦਾ, ਤਾਂ ਫਿਰ ਤੁਹਾਡਾ ਜਿਹੜਾ ਉਹ ਡਿਪੋਜ਼ਿਟ ਰੱਖਿਆ ਹੈਗਾ ਉਹ ਜਾ ਸਕਦਾ। ਸੋ ਜਿਹੜਾ ਬ੍ਰਿਜਿੰਗ ਲੋਨ ਹੈਗਾ ਇਦਾਂ ਦੀਆਂ ਹਾਲਾਤਾਂ ਦੇ ਵਿੱਚ ਉਹ ਕਾਫੀ ਹੈਲਪਫੁਲ ਹੁੰਦਾ। ਕਈ ਵਾਰੀ ਇਹ ਹੁੰਦਾ ਕਿ ਘਰ ਦੀ ਕੰਡੀਸ਼ਨ ਇਦਾਂ ਦੀ ਹੁੰਦੀ ਆ ਕਿ ਉਹ ਟੁੱਟਾ ਭੱਜਾ ਹੈਗਾ, ਉਹ ਤੁਹਾਨੂੰ ਉਹਦੇ ਤੇ ਜਿਹੜੀਆਂ ਆਮ ਹਾਈ ਸਟਰੀਟ ਦੀਆਂ ਬੈਂਕਾਂ ਹੈਗੀਆਂ ਉਹ ਤੁਹਾਨੂੰ ਲੋਨ ਨਹੀਂ ਦਿੰਦੀਆਂ। ਜਿਹੜਾ ਤੁਸੀਂ ਖਰੀਦ ਰਹੇ ਹੁੰਦੇ ਆ, ਮਤਲਬ ਤੁਹਾਨੂੰ ਲੱਗਦਾ ਵੀ ਮੈਂ ਇਹਦੇ ਤੇ ਮਿਹਨਤ ਕਰ ਲੈਣੀ ਆ ਜਾਂ ਮੈਂ ਤੇ ਨਵੀਂ ਕਿਚਨ ਲਾ ਲੈਣੀ, ਬਾਥਰੂਮ ਲਾ ਲੈਣਾ ਜਾਂ ਕੁਛ ਇਹਦੀ ਰਿਪੇਅਰ ਕਰ ਲਊਂਗਾ, ਤੇ ਉਹ ਫਿਰ ਬੈਂਕਾਂ ਕਈ ਵਾਰੀ ਥੋੜਾ ਜਿਹਾ ਨੱਕ ਬੁੱਲ ਕੱਢਦੀਆਂ ਤੇ ਉਸ ਦੇ ਵਿੱਚ ਫਿਰ ਇਹ ਹੁੰਦਾ ਕਿ ਤੁਸੀਂ ਬ੍ਰਿਜਿੰਗ ਲੋਨ ਜਿਹੜਾ ਹੈਗਾ ਉਹਨੂੰ ਕਹਿੰਦੇ ਬ੍ਰਿਜਿੰਗ ਲੋਨ। ਸੋ ਕਹਿੰਦਾ ਉਹਨਾਂ ਇਹ ਆ ਵੀ ਤੁਸੀਂ ਇੱਕ ਸਥਿਤੀ ਤੋਂ ਦੂਸਰੀ ਸਥਿਤੀ ਤੱਕ ਪਹੁੰਚਣ ਦੇ ਲਈ ਤੁਸੀਂ ਇਨ ਬਿਟਵੀਨ ਥੋੜੇ ਸਮੇਂ ਦੇ ਲਈ ਜਿਹੜਾ ਬ੍ਰਿਜਿੰਗ ਲੋਨ ਆ ਉਹ ਤੁਸੀਂ ਅਪਲਾਈ ਕਰ ਲੈਂਦੇ ਆ। ਪਰ ਬ੍ਰਿਜਿੰਗ ਲੋਨ ਦੇ ਵਿੱਚ ਬਲਵੀਰ ਜੀ ਮੈਂ ਥੋੜਾ ਜਿਹਾ ਐਡ ਕਰਨਾ ਚਾਹੁੰਦਾ ਕਿ ਇਹ ਜਿਹੜਾ ਲੋਨ ਆ ਇਹ ਕਾਫੀ ਮਹਿੰਗਾ ਹੁੰਦਾ। ਜਿਹੜਾ ਮੰਨ ਲਓ ਜੇ ਤੁਹਾਨੂੰ ਬੈਂਕ ਦੇ ਵਿੱਚੋਂ 2-2.5-3% ਤੇ ਲੋਨ ਮਿਲ ਸਕਦਾ ਤੇ ਇਹ ਬ੍ਰਿਜਿੰਗ ਵਾਲੇ ਤਕਰੀਬਨ 6-7% ਤੋਂ ਲੈ ਕੇ 17-18% ਤੱਕ ਵੀ ਜਿਹੜਾ ਲੋਨ ਆ ਉਹ ਲੈਂਦੇ ਆ, ਚਾਰਜ ਕਰਦੇ ਆ ਤੁਹਾਨੂੰ ਵਿਆਜ ਦੀ ਦਰ। ਕਾਫੀ ਮਹਿੰਗਾ ਰੇਟ ਹੋ ਜਾਂਦਾ, ਬਹੁਤ ਜ਼ਿਆਦਾ ਮਹਿੰਗਾ ਰੇਟ ਹੋ ਜਾਂਦਾ। ਸੋ ਇਸ ਕਰਕੇ ਸਾਨੂੰ ਇਹ ਵੀ ਬਹੁਤ ਧਿਆਨ ਰੱਖਣ ਦੀ ਲੋੜ ਆ ਕਿ ਬਿਲਕੁਲ ਅਗਰ ਤੁਸੀਂ ਬਿਲਕੁਲ ਸ਼ੋਰ ਹੈਗੇ ਆ ਕਿ ਤੁਹਾਡੇ ਕੋਲ ਇੰਤਜ਼ਾਮ ਹੋ ਜਾਊਗਾ ਤੇ ਇਹ ਜਿਹੜਾ ਫਿਰ ਹੀ ਤੁਸੀਂ ਬ੍ਰਿਜਿੰਗ ਲੋਨ ਬਾਰੇ ਗੱਲ ਕਰੋ। ਦੂਸਰੀ ਗੱਲ ਇਹ ਹੈਗੀ ਆ ਕਿ ਇਹ ਜਿਹੜਾ ਜ਼ਿਆਦਾ ਲੰਮੇ ਸਮੇਂ ਲਈ ਨਹੀਂ ਹੁੰਦਾ, ਇਹਦੀ ਤਕਰੀਬਨ ਜਿਹੜੀ ਬੁਨਿਆਦ ਆ ਉਹ ਸਾਲ ਤੋਂ 1.5 ਸਾਲ ਤੱਕ ਉਹ ਵੱਧ ਤੋਂ ਵੱਧ ਤੁਹਾਨੂੰ ਦਿੰਦੇ ਆ। ਸੋ ਉਹ ਸਾਲ 1.5 ਸਾਲ ਦੇ ਵਿੱਚ ਤੁਹਾਨੂੰ ਜਿਹੜੇ ਪੈਸੇ ਆ ਉਹਨਾਂ ਦੇ ਵਾਪਸ ਕਰਨੇ ਹੀ ਪੈਂਦੇ ਆ। ਸੋ ਚਲੋ ਇਹਦੇ ਬਾਰੇ ਮੈਂ ਥੋੜੀ ਜਿਹੀ ਹੋਰ ਗੱਲ ਕਰਨੀ ਚਾਹੁੰਦਾ ਜਿਹੜੀ ਆਪਾਂ ਥੋੜੀ ਜਿਹੀ ਸ਼ਾਇਦ ਅੱਗੇ ਜਾ ਕੇ ਵੀ ਆਪਾਂ ਕਰ ਸਕਦੇ ਹਾਂ। ਜਿਹੜੀ ਜਦੋਂ ਆਪਾਂ ਮੌਰਗੇਜ ਲੈਂਦੇ ਆ ਤੇ ਫਿਰ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਜਿਹੜੇ ਸਾਡੇ ਲਈ ਜ਼ਰੂਰੀ ਆ? ਬਲਵੀਰ ਜੀ, ਇੱਕ ਤਾਂ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਜਦੋਂ ਤੁਸੀਂ ਮੰਨ ਲਓ ਘਰ ਰਹਿਣ ਲਈ ਲੈਣਾ ਤਾਂ ਉਹਦੇ ਵਿੱਚ ਤੁਸੀਂ ਇਹ ਜ਼ਰੂਰ ਦੇਖੋ ਕਿ ਉਹ ਤੁਹਾਡੇ ਲਈ ਏਰੀਆ ਸੂਟੇਬਲ ਹੈਗਾ। ਜੇ ਤੁਸੀਂ ਉਸ ਏਰੀਏ ਦੇ ਵਿੱਚ ਰਹਿਣਾ ਚਾਹੁੰਦੇ ਆ ਕਰਕੇ ਮੌਰਗੇਜ ਲੈਣੀ, ਘਰ ਲੈਣਾ, ਮੂਵ ਕਰਨਾ ਇਹ ਕਾਫੀ ਸੌਖਾ ਕੰਮ ਨਹੀਂ ਹੈਗਾ, ਇਹ ਕਾਫੀ ਵੱਡੀ ਕਮਿਟਮੈਂਟ ਹੈਗੀ ਆ। ਸੋ ਸਾਰੇ ਨਾਲੋਂ ਪਹਿਲਾਂ ਤਾਂ ਇਹੀ ਤੁਸੀਂ ਫੈਸਲਾ ਕਰੋ ਕਿ ਤੁਸੀਂ ਕਿਸ ਏਰੀਏ ਦੇ ਵਿੱਚ ਲੈ ਰਹੇ ਆ ਵੀ ਤੁਸੀਂ ਰਹਿਣਾ ਵੀ ਚਾਹੁੰਦੇ ਉੱਥੇ ਰਹਿਣਾ ਵੀ ਚਾਹੁੰਦੇ ਆ
ਸਿਰਫ ਇਹ ਦੇਖ ਕੇ ਨਾ ਹੋਵੇ ਕਿ ਦੇਖੋ ਜੀ ਇੱਕ ਪਾਸੇ 3 ਬੈਡਰੂਮ ਦਾ ਘਰ ਜਿਹੜਾ ਆ ਉਹ 2 ਲੱਖ ਦਾ ਮਿਲਦਾ ਤੇ ਇਹ ਕਿਤੇ 1.5 ਲੱਖ ਦਾ ਮਿਲਦਾ। ਹਾਂਜੀ। ਪਰ ਜਿੱਥੇ ਤੁਹਾਨੂੰ 1.5 ਲੱਖ ਦਾ ਮਿਲਦਾ ਹੋਵੇ ਉੱਥੇ ਇੱਦਾਂ ਨਾ ਹੋਵੇ ਵੀ ਕੋਈ ਰੌਲਾ ਰੱਪਾ ਇੰਨਾ ਹੋਵੇ ਤੁਸੀਂ ਉੱਥੇ ਰਹਿ ਹੀ ਨਾ ਸਕਦੇ ਹੋਵੋ। ਹਾਂਜੀ। ਹੈ ਨਾ। ਸੋ ਇਸ ਕਰਕੇ ਇਹ ਗੱਲ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਤੁਸੀਂ ਏਰੀਏ ਦਾ ਫੈਸਲਾ ਕਰੋ ਜੀ। ਦੂਸਰੀ ਗੱਲ ਜਿਹੜੇ ਸਾਡੇ ਖਾਸ ਕਰ ਭੈਣ ਭਰਾ ਕਈ ਵਾਰੀ ਫਸ ਜਾਂਦੇ ਆ, ਉਹ ਘਰ ਦੇਖ ਲੈਂਦੇ ਆ, ਘਰ ਉਹਨਾਂ ਨੂੰ ਪਸੰਦ ਵੀ ਆ ਜਾਂਦਾ, ਪਰ ਉਹਨਾਂ ਨੂੰ ਉਹਨਾਂ ਦੀ ਆਪਣੀ ਇਨਕਮ ਦੇ ਹਿਸਾਬ ਦੇ ਨਾਲ ਹਾਂਜੀ ਜਿੰਨੀ ਉਹਨਾਂ ਨੂੰ ਮੌਰਗੇਜ ਚਾਹੀਦੀ ਹੁੰਦੀ ਆ ਉਨੀ ਮੌਰਗੇਜ ਨਹੀਂ ਮਿਲ ਸਕਦੀ। ਸੋ ਇਨਕਮ ਉਹਨਾਂ ਦੀ ਜਿਹੜੀ ਥੋੜ੍ਹੀ ਹੁੰਦੀ ਆ। ਹਾਂਜੀ ਹਾਂਜੀ। ਸੋ ਕਰਕੇ ਤੁਹਾਡੀ ਇਨਕਮ ਦੇ ਆਧਾਰ 'ਤੇ ਜਿਹੜੀ ਹੈਗੀ ਉਹ ਤੁਹਾਨੂੰ ਮੌਰਗੇਜ ਮਿਲਣੀ ਹੁੰਦੀ ਆ ਕਿ ਤੁਸੀਂ ਕਿੰਨੀ ਤੁਹਾਨੂੰ ਸੌਖਿਆਂ ਤੁਸੀਂ ਕਿਸ਼ਤ ਦੇ ਸਕਦੇ ਆ। ਸੋ ਇੱਕ ਤਾਂ ਇਹ ਤੁਸੀਂ ਫੈਸਲਾ ਜ਼ਰੂਰ ਕਰੋ ਜਾਂ ਸਲਾਹ ਲੈ ਲਓ ਕਿਸੇ ਵੀ ਮੌਰਗੇਜ ਐਡਵਾਈਜ਼ਰ ਤੋਂ। ਹਾਂਜੀ। ਕਿ ਤੁਹਾਨੂੰ ਕਿੰਨੀ ਕੁ ਮੌਰਗੇਜ ਜਿਹੜੀ ਆ ਉਹ ਮਿਲ ਸਕਦੀ ਆ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਫਿਰ ਉਹਦੇ ਹਿਸਾਬ ਦੇ ਨਾਲ ਤੁਸੀਂ ਫਿਰ ਘਰ ਦੇਖ ਲਓ। ਬਿਲਕੁਲ ਬਿਲਕੁਲ। ਕਈ ਵਾਰੀ ਇਹ ਹੁੰਦਾ ਕਿ ਤੁਸੀਂ ਕੋਈ ਥਾਂ ਪਸੰਦ ਕਰ ਲਿਆ ਔਰ ਉਹਦੇ ਵਿੱਚ ਤੁਸੀਂ ਆਪਣਾ ਇਨਵੈਸਟ ਕੀਤਾ, ਸਾਰਾ ਕੁਛ ਕੀਤਾ, ਗਾਹਾਂ ਸਰਵੇ ਹੋਇਆ, ਉਹਦੇ ਤੁਹਾਡੇ ਪੈਸੇ ਲੱਗ ਗਏ, ਉਹ ਮਗਰੋਂ ਤੁਹਾਨੂੰ ਨਾ ਹੋ ਜਾਵੇ। ਹਾਂਜੀ। ਸੋ ਉਹ ਤੁਹਾਡਾ ਸਮਾਂ ਤੇ ਤੁਹਾਡੇ ਜਿਹੜੇ ਪੈਸੇ ਆ ਉਹ ਅਜਾਈ ਜਾਂਦੇ ਆ। ਬਿਲਕੁਲ। ਹਾਂਜੀ ਬਿਲਕੁਲ ਜੀ। ਸੋ ਉਹਦੇ ਤੋਂ ਬਾਅਦ ਫਿਰ ਇਹ ਗੱਲ ਆਉਂਦੀ ਆ ਕਿ ਤੁਹਾਨੂੰ ਸਲਾਹ ਤੁਸੀਂ ਕਿਹਦੇ ਕੋਲੋਂ ਲੈਣੀ ਆ। ਹਾਂਜੀ। ਇਹ ਬਹੁਤ ਜ਼ਿਆਦਾ ਮਹੱਤਵਪੂਰਨ ਆ ਜੀ। ਅੱਜ ਕੱਲ੍ਹ ਬਹੁਤ ਸਾਰੇ ਮੌਰਗੇਜ ਐਡਵਾਈਜ਼ਰ ਜਿਹੜੇ ਹੈਗੇ ਆ ਉਹ ਬੈਠੇ ਆ ਜਿਹੜੇ ਐਡਵਾਈਸ ਤੁਹਾਨੂੰ ਦੇ ਸਕਦੇ ਆ। ਬੈਂਕਾਂ ਦੇ ਵਿੱਚ ਵੀ ਆਮ ਤੁਹਾਨੂੰ ਪੁੱਛਿਆ ਜਾਂਦਾ ਕਿ ਅਗਰ ਤੁਹਾਨੂੰ ਲੋਨ ਚਾਹੀਦਾ, ਮੌਰਗੇਜ ਚਾਹੀਦੀ ਆ। ਹਾਂਜੀ। ਸੋ ਮੇਰਾ ਸੁਝਾਅ ਇਹੀ ਰਹੂਗਾ ਕਿ ਇੱਕ ਤਾਂ ਉਹ ਬੈਂਕ ਜਿਹਦੇ ਨਾਲ ਜਿੱਥੇ ਤੁਹਾਡਾ ਅਕਾਊਂਟ ਹੈਗਾ। ਹਾਂਜੀ। ਜਿੱਥੇ ਤੁਹਾਡੀ ਇਨਕਮ ਆਉਂਦੀ ਆ, ਜਿੱਥੇ ਪਹਿਲਾਂ ਹੀ ਆਲਰੇਡੀ ਤੁਹਾਡਾ ਹਾਂਜੀ ਅਕਾਊਂਟ ਬੈਂਕ ਅਕਾਊਂਟ ਹੈਗਾ ਕਰਕੇ ਉਹਨਾਂ ਕੋਲ ਤੁਹਾਡੀ ਕਾਫੀ ਹਿਸਟਰੀ ਹੁੰਦੀ ਆ, ਉਹਨਾਂ ਨੂੰ ਤੁਹਾਡੇ ਫਾਈਨੈਂਸਿਸ ਬਾਰੇ ਪਤਾ ਹੁੰਦਾ। ਸੋ ਇੱਕ ਤਾਂ ਤੁਸੀਂ ਉਹਨਾਂ ਕੋਲ ਸਲਾਹ ਲਓ ਕਿ ਉਹ ਤੁਹਾਨੂੰ ਕਿਸ ਰੇਟ ਤੇ ਕਿੰਨੇ ਚਿਰ ਲਈ ਕਿੰਨੀ ਮੌਰਗੇਜ ਜਿਹੜੀ ਹੈਗੀ ਆ ਉਹ ਦੇਣ ਦੇ ਲਈ ਤਿਆਰ ਆ। ਹਾਂਜੀ। ਸੋ ਇੱਕ ਤਾਂ ਤੁਸੀਂ ਉਹ ਸਲਾਹ ਲਓ। ਦੂਸਰਾ ਤੁਸੀਂ ਜਿਨ੍ਹਾਂ ਏਜੰਟਾਂ ਦੇ ਕੋਲ ਘਰ ਲੱਗੇ ਹੁੰਦੇ ਆ ਉਹਨਾਂ ਕੋਲ ਵੀ ਮੌਰਗੇਜ ਐਡਵਾਈਜ਼ਰ ਹੁੰਦੇ ਆ। ਸੋ ਉਹ ਪਹਿਲਾਂ ਤੁਹਾਨੂੰ ਐਡਵਾਈਸ ਦੇਣ ਲਈ ਕੋਈ ਬਹੁਤਾ ਚਾਰਜ ਨਹੀਂ ਕਰਦੇ। ਹਾਂਜੀ। ਪਰ ਅਗਰ ਫਿਰ ਤੁਸੀਂ ਪੂਰੀ ਐਪਲੀਕੇਸ਼ਨ ਮੌਰਗੇਜ ਦੀ ਦਿੰਦੇ ਆ ਤਾਂ ਫਿਰ ਉਹ ਆਪਣਾ 300, 400, 500, 600 ਪਾਉਂਡ ਜੋ ਵੀ ਹੈ ਉਹ ਆਪਣੀ ਫੀਸ ਜਿਹੜੀ ਉਹ ਲੈਂਦੇ ਆ। ਜੀ। ਸੋ ਤੁਸੀਂ ਉਹਨਾਂ ਦੇ ਕੋਲੋਂ ਵੀ ਸਲਾਹ ਲੈ ਲਓ ਕਿ ਉਹ ਤੁਹਾਡੇ ਲਈ ਕੀ ਕਰ ਸਕਦੇ ਆ। ਜੀ। ਕਰਕੇ ਜਿਹੜੀ ਤੁਹਾਡੀ ਬੈਂਕ ਆ ਉਹਨਾਂ ਨੇ ਜਿਹੜੀਆਂ ਉਸ ਬੈਂਕ ਦੀਆਂ ਹੀ ਮੌਰਗੇਜ ਦੀਆਂ ਹੈਗੀਆਂ ਉਹਦੀਆਂ ਹੀ ਦੇਣੀਆਂ, ਉਹਦੇ ਬਾਰੇ ਉਹ ਸਲਾਹ ਦੇ ਸਕਦੇ ਆ, ਉਹ ਕਿਸੇ ਹੋਰ ਬੈਂਕ ਦੀ ਸਲਾਹ ਨਹੀਂ ਦੇ ਸਕਦੇ। ਠੀਕ। ਹਾਂਜੀ। ਠੀਕ ਆ। ਮੰਨ ਲਓ ਜੇ ਤੁਸੀਂ ਬੈਂਕ ਏ ਕੋਲ ਗਏ ਆ, ਜਿਹੜੀਆਂ ਉਹਨਾਂ ਦੀਆਂ ਮੌਰਗੇਜਾਂ ਹੈਗੀਆਂ ਜਾਂ ਪ੍ਰੋਡਕਟਸ ਹੈਗੀਆਂ ਉਹਨਾਂ ਦੇ ਬਾਰੇ ਗੱਲ ਕਰਨਗੇ ਕਿ ਸਾਡੇ ਕੋਲ ਤਾਂ ਭਾਈ ਆਹੀ ਆ, ਆਲੂ ਛੋਲੇ ਹੀ ਆ ਜਾਂ ਹੋਰ ਕੁਛ ਆ। ਹਾਂਜੀ। ਜਿਹੜਾ ਬੰਦਾ ਕਹਿਣ ਦਾ ਮਤਲਬ ਵੀ ਅਸੀਂ ਤਾਂ ਜਿੱਦਾਂ ਆਪਣੇ ਜਿਹੜੀ ਰੇਹੜੀ ਦੇ ਉੱਤੇ ਆਲੂ ਛੋਲੇ ਵੇਚਦੇ ਆ, ਬਿਲਕੁਲ ਹੋਰ ਕੁਛ ਨਹੀਂ ਦੱਸਣਾ ਸਾਡੇ ਕੋਲ ਹੈਗਾ। ਹਾਂ। ਤੇ ਜੇ ਤੁਸੀਂ ਆ ਕੇ ਕਹੋ ਵੀ ਹੁਣ ਸਾਨੂੰ ਆਲੂ ਟਿੱਕੀਆਂ ਦੇ ਦੇ, ਹਾਂਜੀ, ਤੇ ਉਹ ਸਾਡੇ ਕੋਲ ਹੈ ਨਹੀਂ। ਉਹ ਸਾਡੇ ਕੋਲ ਹੈ ਨਹੀਂ। ਪਰ ਉਹ ਆਲੂ ਟਿੱਕੀਆਂ ਹੋਰ ਕਿਤੋਂ ਜਾ ਕੇ ਮਿਲ ਸਕਦੀਆਂ। ਹਾਂ। ਜਿਹੜੇ ਮੌਰਗੇਜ ਐਡਵਾਈਜ਼ਰ ਹੁੰਦੇ ਆ, ਖਾਸ ਕਰਕੇ ਜਿਹੜੇ ਏਜੰਟਾਂ ਦੇ ਹੁੰਦੇ ਆ ਜਾਂ ਤੁਹਾਡੇ ਜਿਹੜੇ ਇੰਡੀਪੈਂਡੈਂਟ ਮੌਰਗੇਜ ਐਡਵਾਈਜ਼ਰ ਹੈਗੇ ਆ, ਹਾਂਜੀ, ਉਹਨਾਂ ਕੋਲ ਜਿੱਦਾਂ ਪੂਰੀ ਮਾਰਕੀਟ ਦੇ ਵਿੱਚ ਜਿੰਨੀਆਂ ਵੀ ਬੈਂਕਾਂ, ਜਿੰਨੇ ਵੀ ਲੋਨ ਦੇਣ ਵਾਲੇ ਅਦਾਰੇ ਹੈਗੇ ਆ, ਉਹਨਾਂ ਕੋਲ ਸਾਰਿਆਂ ਦੀ ਡੀਟੇਲ ਹੁੰਦੀ ਆ। ਠੀਕ। ਹਾਂਜੀ। ਉਹ ਫਿਰ ਤੁਹਾਨੂੰ ਦੱਸ ਦਿੰਦੇ ਆ ਵੀ ਬਈ ਆ ਫਲਾਨੀ ਬੈਂਕ ਦਾ ਇੰਨਾ ਆ, ਫਲਾਨੀ ਬੈਂਕ ਦਾ ਇੰਨਾ ਆ, ਫਲਾਨੀ ਬੈਂਕ ਦਾ ਇੰਨਾ ਆ, ਇਹਦੀ ਇੰਨੀ ਫੀਸ ਆ, ਇਹਦੀ ਇੰਨੀ ਫੀਸ ਆ, ਇਹਦੀ ਇੰਨੀ ਫੀਸ ਆ। ਸੋ ਉਹ ਫਿਰ ਤੁਸੀਂ ਕੰਪੈਰੀਟਿਵਲੀ ਦੇਖ ਸਕਦੇ ਆ। ਫਿਰ ਤੁਹਾਨੂੰ ਥਾਂ ਜਿਹੜਾ ਉਹ ਜਾਣਾ ਨਹੀਂ ਪੈਂਦਾ। ਫਿਰ ਉਹਨਾਂ ਦੇ ਕੋਲ ਜਾਣ ਦੇ ਵਿੱਚ ਫਾਇਦਾ ਜ਼ਰੂਰੀ ਨਹੀਂ ਕਿ ਉਹਨਾਂ ਕੋਲ ਜਾਣ 'ਚ ਫਾਇਦਾ ਹੋਵੇ। ਹਾਂਜੀ। ਠੀਕ। ਜ਼ਰੂਰੀ ਨਹੀਂ। ਸੋ ਇਸੇ ਕਰਕੇ ਮੇਰਾ ਸੁਜੈਸ਼ਨ ਇਹ ਆ ਕਿ ਅਗਰ ਤੁਸੀਂ 2-3 ਸਲਾਹਾਂ ਲੈਂਦੇ ਆ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਤੁਹਾਨੂੰ ਕਿਹਦੇ ਕੋਲ ਜਾਣ ਦਾ ਫਾਇਦਾ। ਠੀਕ ਹੈ। ਸੋ ਇਹ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ। ਮੰਨ ਲਓ ਕਿ ਤੁਹਾਡਾ ਰਿਕਾਰਡ ਇੰਨਾ ਵਧੀਆ ਆ, ਤੁਹਾਡੇ ਕੋਲ ਸੈਲਰੀ ਆਉਂਦੀ ਆ, ਜਿਹੜੀ ਤੁਹਾਡੀ ਬੈਂਕ ਹੀ ਆ ਉਹ ਤੁਹਾਨੂੰ ਉਹਨਾਂ ਵਧੀਆ ਜਿਹੜਾ ਹੈਗਾ ਸਰਵਿਸ ਦੇ ਦੇਵੇ ਜਾਂ ਮੌਰਗੇਜ ਦੇ ਦੇਵੇ ਤਾਂ ਤੁਹਾਨੂੰ ਹੋਰ ਕਿਸੇ ਕੋਲ ਜਾਣ ਦੀ ਲੋੜ ਨਹੀਂ। ਕਰਕੇ ਉਹਨਾਂ ਨੇ ਫਿਰ ਐਪਲੀਕੇਸ਼ਨ ਵੀ ਤੁਹਾਡੀ ਜਿਹੜੀ ਹੈਗੀ ਆ ਉਹ ਛੇਤੀ ਉਹ ਪ੍ਰੋਸੈਸ ਕਰ ਦਿੰਦੇ ਆ। ਪਰ ਜੇ ਤੁਸੀਂ ਹੋਰ ਕਿਸੇ ਦੇ ਕੋਲ ਨਹੀਂ ਗਏ ਤਾਂ ਫਿਰ ਤੁਹਾਨੂੰ ਫਿਰ ਪਤਾ ਨਹੀਂ ਲੱਗਣਾ। ਹਾਂ। ਫਰਕ ਇਸ ਕਰਕੇ ਜਾਣਾ ਜ਼ਰੂਰ ਚਾਹੀਦਾ। ਬਿਲਕੁਲ ਜ਼ਰੂਰ ਜਾਣਾ ਚਾਹੀਦਾ। ਹੋਰ ਓਪੀਨੀਅਨ ਲੈਣਾ ਚਾਹੀਦਾ। ਹਾਂਜੀ। ਆਪਾਂ ਮੋਟੀ ਜਿਹੀ ਐਗਜ਼ਾਮਪਲ ਲਈ ਬਲਵੀਰ ਜੀ, ਜਦੋਂ ਹੁਣ ਆਪਾਂ ਕਾਰ ਦੀ ਇੰਸ਼ੋਰੈਂਸ ਕਰਾਉਂਦੇ ਆ ਜਾਂ ਘਰ ਦੀ ਇੰਸ਼ੋਰੈਂਸ ਕਰਾਉਂਦੇ ਆ ਜਾਂ ਟਰੈਵਲ ਇੰਸ਼ੋਰੈਂਸ ਕਰਾਉਂਦੇ ਆ, ਹਾਂਜੀ, ਇੱਕ ਤਾਂ ਆਪਾਂ ਮੰਨ ਲਓ
ਪੋਸਟ ਆਫਿਸ ਚਲ ਗਏ ਜਾਂ ਕਿਸੇ ਹੋਰ ਬੈਂਕ ਕੋਲ ਚਲ ਗਏ, ਉਹਨਾਂ ਕੋਲੋਂ ਲੈ ਲਈ ਜੀ। ਇੱਕ ਆਪਾਂ ਕਈ ਵਾਰੀ ਕੰਪਿਊਟਰ ਤੇ ਬੈਠਦੇ ਆ, ਇੰਟਰਨੈਟ ਤੇ ਬੈਠਦੇ ਆ, ਤਾਂ ਉਹ ਕੰਪੈਰੀਟਿਵ ਸਾਈਟਸ ਜਿਹੜੀਆਂ ਹੈਗੀਆਂ, ਕੰਪੈਰੀਜ਼ਨ ਸਾਈਟਸ ਹੈਗੀਆਂ, ਹਾਂਜੀ, ਤਾਂ ਉਹ ਤੁਹਾਨੂੰ ਫਿਰ ਸਾਰੀ ਮਾਰਕੀਟ ਦਾ ਦੱਸ ਦਿੰਦੇ ਵੀ ਤੁਹਾਨੂੰ ਕਿਹੜਾ ਹੈਗਾ। ਸੋ ਉਹ ਤੁਹਾਡਾ ਆਪਣਾ ਹੈਗਾ ਕਿ ਤੁਹਾਡੀਆਂ ਲੋੜਾਂ ਕੀ ਹੈਗੀਆਂ। ਹਾਂਜੀ। ਸੋ ਇੱਕ ਤਾਂ ਇਹ ਕਿ ਤੁਸੀਂ 2-3 ਸਲਾਹਾਂ ਜਿਹੜੀਆਂ ਹੈਗੀਆਂ ਉਹ ਜ਼ਰੂਰ ਕਿਸੇ ਕੋਲੋਂ ਲਓ। ਹਾਂਜੀ। ਜਿਹੜੀ ਬੈਂਕ ਹੁੰਦੀ ਆ ਜਾਂ ਮੌਰਗੇਜ ਐਡਵਾਈਜ਼ਰ ਹੁੰਦੇ ਆ ਜੀ, ਉਹਨਾਂ ਨਾਲ ਤੁਸੀਂ ਪਹਿਲਾਂ ਹੀ ਗੱਲ ਕਰਨ ਤੋਂ ਪਹਿਲਾਂ ਹੀ ਇਹ ਸਪਸ਼ਟ ਕਰ ਲਓ ਕਿ ਉਹਨਾਂ ਦੀਆਂ ਫੀਸਾਂ ਕੀ ਆ। ਬਿਲਕੁਲ, ਕਿ ਉਹਨਾਂ ਨੇ ਤੁਹਾਨੂੰ ਸਲਾਹ ਦੇਣ ਦੀ ਵੀ ਫੀਸ ਲੈਣੀ ਆ, ਹਾਂਜੀ, ਤੇ ਸਲਾਹ ਲੈਣ ਦੀ ਕੋਈ ਫੀਸ ਨਹੀਂ ਹੈਗੀ। ਹਾਂਜੀ। ਸੋ ਇਦਾਂ ਨਾ ਹੋਵੇ ਕਿ ਤੁਸੀਂ ਉਹਨਾਂ ਕੋਲੋਂ ਸਲਾਹ ਲੈ ਲਓ ਤਾਂ ਫਿਰ ਮਗਰੋਂ ਉਹ ਕਹਿਣ ਜੀ ਸਾਨੂੰ ਹੁਣ ਤੁਸੀਂ 400 ਪਾਉਂਡ ਦਿਓ, ਤੇ ਤੁਸੀਂ ਇਹ ਸਮਝ ਕੇ ਜਾਓ ਕਿ ਉਹਨਾਂ ਦੀ ਸਲਾਹ ਜਿਹੜੀ ਸੀਗੀ ਉਹ ਮੁਫਤ ਸੀ ਜੀ। ਸੋ ਇਹ ਇਹਨਾਂ ਬਾਰੇ ਜਿਹੜਾ ਹੋਵੇ। ਹਾਂਜੀ। ਇੱਕ ਜਿਹੜੀ ਹੋਰ ਮੌਰਗੇਜ ਲੈਣ ਲਈ ਮੇਰਾ ਸੁਝਾਅ ਹੈਗਾ, ਜਾਂ ਮੇਰਾ ਆਪਣਾ ਜਾਤੀ ਐਕਸਪੀਰੀਅੰਸ ਵੀ ਹੈਗਾ, ਕਿ ਜਦੋਂ ਤੁਸੀਂ ਸਰਵੇ ਕਰਵਾਵੋ ਘਰ ਦਾ ਜੀ, ਉਹ ਕਾਫੀ ਡੀਟੇਲਡ ਹੋਵੇ। ਕਈ ਵਾਰੀ ਇਹ ਹੁੰਦਾ ਕਿ ਸਾਨੂੰ ਘਰਾਂ ਬਾਰੇ ਬਹੁਤਾ ਜ਼ਿਆਦਾ ਨਹੀਂ ਪਤਾ ਹੁੰਦਾ। ਹਾਂਜੀ। ਜਦੋਂ ਬੈਂਕ ਤੁਹਾਨੂੰ ਮੌਰਗੇਜ ਦਿੰਦੀ ਆ, ਉਹ ਇੱਕ ਆਪਣਾ ਬੰਦਾ ਭੇਜਦੀ ਆ ਜਿਹੜਾ ਘਰ ਨੂੰ ਚੈੱਕ ਕਰਦਾ ਵੀ ਘਰ ਡਿੱਗਣ ਵਾਲਾ ਤਾਂ ਨਹੀਂ ਹੈਗਾ, ਜਿਹੜਾ ਸਰਵੇਅਰ ਜਿਹਨੂੰ ਆਪਾਂ ਕਹਿੰਦੇ ਆ ਜੀ, ਜਾਂ ਉਹਦੇ ਵਿੱਚ ਹੋਰ ਕੋਈ ਖਰਾਬੀ ਤਾਂ ਨਹੀਂ ਹੈਗੀ, ਉਹਦੇ ਵਿੱਚ ਕੋਈ ਹੋਰ ਖਰਾਬੀ ਤਾਂ ਨਹੀਂ ਹੈਗੀ। ਉਹ ਕਈ ਵਾਰੀ ਜਿੱਦਾਂ ਹੁਣ ਸਮਾਨ ਪਿਆ ਉਹ ਢੱਕਿਆ ਹੁੰਦਾ, ਤੁਹਾਨੂੰ ਪਤਾ ਨਹੀਂ ਲੱਗਦਾ। ਪਰ ਜਿਹੜੇ ਇਹ ਬੰਦੇ ਹੁੰਦੇ ਆ, ਸਰਵੇਅਰ ਹੁੰਦੇ ਆ, ਇਹ ਟ੍ਰੇਨਡ ਪ੍ਰੋਫੈਸ਼ਨਲ ਹੁੰਦੇ ਆ, ਜਿਨ੍ਹਾਂ ਦਾ ਰੋਜ਼ਮਰਾ ਦਾ ਕੰਮ ਹੁੰਦਾ। ਸੋ ਉਹ ਤੁਸੀਂ ਫਿਰ ਛੋਟੀ ਮੋਟੀ ਗੱਲ ਵੀ ਜਿਹੜੀ ਹੈਗੀ ਆ ਉਹ ਪਿਕ ਕਰ ਲੈਂਦੇ ਆ, ਤਾਂ ਉਹ ਤੁਹਾਨੂੰ ਉਹਦੇ ਬਾਰੇ ਜਿਹੜੀ ਹੈਗੀ ਆ ਦੱਸ ਦਿੰਦੇ ਆ। ਹਾਂਜੀ। ਉਹਦੇ ਵਿੱਚ ਨਵਦੀਪ ਜੀ ਹੋਰ ਕਿਹੜੀਆਂ ਗੱਲਾਂ ਆਉਂਦੀਆਂ ਸਰਵੇ ਦੇ ਵਿੱਚ, ਜਿੱਦਾਂ ਜੇ ਕੋਈ ਡੈਂਪ ਪੈਂਦੀ ਹੋਵੇ, ਛੱਤ ਲੀਕ ਕਰਦੀ ਹੋਵੇ? ਬਿਲਕੁਲ ਬਿਲਕੁਲ, ਹਾਂਜੀ। ਮੰਨ ਲਓ ਉਹਦੇ ਵਿੱਚ ਜੇ ਘਰ ਬੈਠਦਾ ਹੋਵੇ, ਸਲਾਈਡ ਕਰਦਾ ਹੋਵੇ, ਸਬਸਾਈਡੈਂਸ ਹੋਵੇ, ਮਤਲਬ ਜੇ ਘਰ ਸਿੰਕ ਹੁੰਦਾ ਹੋਵੇ, ਉਹ ਕਈ ਵਾਰੀ ਤੁਹਾਨੂੰ ਪਤਾ ਨਹੀਂ ਲੱਗਦਾ। ਕਈ ਵਾਰੀ ਕੋਈ ਉੱਥੇ ਤੇੜ ਹੁੰਦੀ ਆ, ਉਹ ਤੁਹਾਨੂੰ ਨਹੀਂ, ਅੰਦਰੋਂ ਤੁਹਾਨੂੰ ਨਹੀਂ ਪਤਾ ਲੱਗਦਾ, ਬਾਹਰੋਂ ਤੁਸੀਂ ਧਿਆਨ ਨਹੀਂ ਦਿੰਦੇ। ਸੋ ਉਹਦੇ ਬਾਰੇ ਵੀ ਉਹ ਦੱਸ ਦਿੰਦੇ ਆ। ਉਹ ਆਲੇ ਦੁਆਲੇ ਦਾ ਵੀ ਸਰਵੇ ਕਰਦੇ ਆ ਵੀ ਇਸ ਜਿੱਥੇ ਤੁਹਾਡਾ ਘਰ ਜਿਹੜਾ ਤੁਸੀਂ ਲੈਣਾ ਚਾਹੁੰਦੇ ਆ, ਉਹ ਕਿੰਨਾ ਕੁ ਟਿਕਾਊ ਹੈਗਾ, ਕਿੰਨਾ ਕੁ ਟਿਕਾਊ ਨਹੀਂ ਹੈਗਾ। ਸੋ ਉਹਨਾਂ ਕੋਲ ਕਾਫੀ ਇਨਫੋਰਮੇਸ਼ਨ ਹੁੰਦੀ ਆ। ਸੋ ਉਹ ਥੋੜ੍ਹੇ ਜਿਹੇ ਮੇਰਾ ਖਿਆਲ 100-150 ਪਾਉਂਡ ਦਾ ਹੋਰ ਸ਼ਾਇਦ ਫਰਕ ਪੈਂਦਾ ਵਾ। ਸੋ ਉਹ ਵੀ ਕਰਾਉਣਾ ਜ਼ਰੂਰੀ ਆ। ਹਾਂਜੀ। ਦੇਖੋ, ਜਦੋਂ ਬੈਂਕ ਨੇ ਤੁਹਾਨੂੰ ਮੌਰਗੇਜ ਦੇਣੀ ਆ, ਉਹਨਾਂ ਨੇ ਤਾਂ ਸਰਵੇ ਕਰਵਾਉਣਾ ਹੀ ਆ। ਉਹਨਾਂ ਨੇ ਤਾਂ ਮੋਟਾ ਜਿਹਾ ਕਰਨਾ ਵੀ ਜਿੰਨੇ ਅਸੀਂ ਲੋਨ ਦੇਣਾ ਆ, ਘਰ ਦੀ ਉਹਨੇ ਦੀ ਕੀਮਤ ਹੈਗੀ ਆ। ਠੀਕ। ਬੈਂਕ ਨੇ ਤਾਂ ਇਹੀ ਕਰਨਾ ਹੁੰਦਾ, ਜਿਹੜੀ ਗੱਲ ਉਹਨਾਂ ਦੇ ਨਾਲ ਸੰਬੰਧਿਤ ਹੈ, ਜਿਹੜੀ ਉਹਨਾਂ ਦੇ ਨਾਲ ਸੰਬੰਧਿਤ ਆ। ਹਾਂਜੀ। ਤੇ ਉਹਦੇ ਤੋਂ ਬਾਅਦ ਜੇ ਤੁਸੀਂ ਵੀ ਥੋੜ੍ਹੇ ਜਿਹਾ ਐਕਸਟਰਾ ਪੈਸੇ ਦੇ ਕੇ ਉਹਨੂੰ ਚੰਗੀ ਤਰ੍ਹਾਂ ਚੈੱਕ ਕਰਵਾ ਲਓ, ਜਿਹੜਾ ਪੂਰਾ ਸਰਵੇ ਕਰਵਾ ਲਓ, ਤਾਂ ਕਿ ਉਹ ਛੋਟੀ ਮੋਟੀ ਗੱਲ ਵੀ ਜਿਹੜੀ ਹੈਗੀ ਆ ਉਹ ਤੁਹਾਡੇ ਧਿਆਨ 'ਚ ਆ ਜਾਵੇ, ਤਾਂ ਕਿ ਮਗਰੋਂ ਨਹੀਂ ਤੁਹਾਨੂੰ ਬਾਅਦ 'ਚ ਨਾ ਲੱਗੇ ਵੀ ਹਾਂ ਕੀ ਹੋਇਆ। ਹਾਂਜੀ। ਫਿਰ ਹੋ ਸਕਦਾ ਵੀ ਉਹ ਜਿਹੜਾ ਖਰਚਾ ਹੈਗਾ ਤੁਸੀਂ ਨਾ ਉਹ ਸਹਾਰ ਸਕੋ। ਬਿਲਕੁਲ। ਤਾਂ ਕਿ ਤੁਹਾਨੂੰ ਪਹਿਲਾਂ ਪਤਾ ਲੱਗ ਜਾਵੇ ਘਰ ਦੇ ਉੱਤੇ ਆਹ ਕੰਮਕਾਰ ਕਰਨ ਵਾਲਾ। ਹਾਂਜੀ। ਕਈ ਵਾਰੀ ਬਲਵੀਰ ਜੀ ਇੱਦਾਂ ਵੀ ਹੁੰਦਾ ਕਿ ਤੁਹਾਨੂੰ ਮੌਰਗੇਜ ਮਿਲ ਜਾਂਦੀ ਆ ਜੀ, ਜਾਂ ਕਈ ਵਾਰੀ ਤੁਹਾਨੂੰ ਮੌਰਗੇਜ ਮਿਲਦੀ ਨਹੀਂ। ਹਾਂਜੀ। ਕਰਕੇ ਉਸ ਏਰੀਏ ਦੇ ਵਿੱਚ ਬਹੁਤ ਸਾਰੇ ਏਰੀਏ ਇੱਦਾਂ ਦੇ ਹੈਗੇ ਆ ਜਿੱਥੇ ਮਾਈਨਸ ਹੁੰਦੀਆਂ ਸੀ, ਖਾਣਾਂ ਹੁੰਦੀਆਂ ਸੀ, ਕੋਲੇ ਦੀ ਖਾਣ ਹੁੰਦੀ ਸੀ ਜਾਂ ਕੋਈ ਹੋਰ ਖਾਣ ਹੁੰਦੀ ਸੀ। ਜੀ ਜੀ। ਸੋ ਜਿਹੜੇ ਘਰ ਉਹਨਾਂ ਖਾਣਾਂ ਦੇ ਲਾਗੇ ਛਾਗੇ ਬਣੇ ਆ, ਹਾਂਜੀ, ਉੱਥੇ ਉਹ ਜਿਹੜੀਆਂ ਬੈਂਕਾਂ ਆ ਉਹ ਬੜਾ ਖਾਸ ਧਿਆਨ ਰੱਖਦੀਆਂ ਕਿ ਕਰਕੇ ਉੱਥੇ ਤੁਹਾਡਾ ਘਰ ਬੈਠਣ ਦਾ ਜਾਂ ਉਹਦੇ ਟੁੱਟਣ ਭੱਜਣ ਦਾ ਜਿਹੜਾ ਹੈਗਾ ਉਹ ਜ਼ਿਆਦਾ ਖਤਰਾ ਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਕਈ ਵਾਰੀ ਸਾਨੂੰ ਨਹੀਂ ਪਤਾ ਹੁੰਦਾ। ਹਾਂਜੀ ਹਾਂਜੀ। ਮੈਂ ਨਵਦੀਪ ਜੀ, ਇਹ ਵੀ ਮੇਰੇ ਖਿਆਲ 'ਚ ਇਹ ਗੱਲ ਆਈ, ਕਈ ਇੱਦਾਂ ਦੇ ਵੀ ਕੇਸ ਹੋਇਆ ਜਿੱਥੇ ਕਿ ਜਿਹੜੀ ਉਹ ਕਾਉਂਸਲ ਵਾਲੇ ਡੰਪਿੰਗ ਕਰਦੇ ਆ, ਹਾਂਜੀ, ਉਹਦੇ ਉੱਤੇ ਵੀ ਇਹ ਅੱਗੇ ਜਾਏ ਇੱਕ ਪ੍ਰੋਬਲਮ ਆਈ ਸੀ। ਘਰ ਬਣੇ, ਬਿਲਕੁਲ, ਤਾਂ ਉਹਨਾਂ ਦੇ ਥੱਲੇੋਂ ਗੈਸ ਨਿਕਲਦੀ ਸੀ। ਬਿਲਕੁਲ। ਹਾਂਜੀ। ਖਾਸ ਕਰਕੇ ਜਿਹੜੇ ਉਹ ਨਵੇਂ ਘਰ ਬਣਦੇ ਆ, ਹਾਂਜੀ, ਉਹਨਾਂ ਦੇ ਵਿੱਚ ਫਿਰ ਕਈ ਵਾਰੀ ਇੱਦਾਂ ਦੀਆਂ ਜਿਹੜੀ ਲੈਂਡਫਿਲ ਹੁੰਦੀ ਆ ਉੱਥੇ ਉਹ ਘਰ ਬਣੇ ਹੁੰਦੇ ਆ ਜੀ। ਸੋ ਉਹ ਵੀ ਤੁਹਾਨੂੰ ਜਿਹੜਾ ਹੈਗਾ ਉਹ ਧਿਆਨ ਰੱਖਣ ਦੀ ਲੋੜ ਹੈਗੀ ਆ ਜੀ। ਔਰ ਅਗਰ ਜਦੋਂ ਤੁਸੀਂ ਇੰਡੀਪੈਂਡੈਂਟ ਐਡਵਾਈਜ਼ਰ ਦੇ ਕੋਲੋਂ ਸਲਾਹ ਲੈਣੀ ਆ, ਹਾਂਜੀ, ਤਾਂ ਤੁਸੀਂ ਇਹ ਜ਼ਰੂਰ ਮੇਕ ਸ਼ੋਰ ਕਰੋ ਕਿ ਉਹ ਬੰਦਾ FCA ਦੇ ਨਾਲ ਰਜਿਸਟਰਡ ਹੋਵੇ। ਰਜਿਸਟਰ ਦਾ ਮਤਲਬ ਇਹ ਹੁੰਦਾ ਕਿ ਉਹ FCA ਇਸ ਗੱਲ ਨੂੰ ਸ਼ੋਰ ਕਰਦੀ ਆ ਕਿ ਉਸ ਬੰਦੇ ਨੇ ਜਿਹੜਾ ਮੌਰਗੇਜ ਦੀ ਐਡਵਾਈਸ ਦੇਣ ਦੇ ਲਈ ਕੋਰਸ ਕੀਤਾ ਆ, ਜਿਨ੍ਹਾਂ ਨੇ ਤੁਹਾਨੂੰ ਸਲਾਹ ਦੇਣੀ ਆ, ਜਿਸ ਮੌਰਗੇਜ ਐਡਵਾਈਜ਼ਰ ਨੇ ਤੁਹਾਨੂੰ ਸਲਾਹ ਦੇਣੀ ਆ, ਕਿ ਉਹਦੇ ਕੋਲ ਕੁਆਲੀਫਿਕੇਸ਼ਨ ਕੀ ਹੈਗੀ, ਉਹਦੇ ਕੋਲ ਕੁਆਲੀਫਿਕੇਸ਼ਨ ਹੈਗੀ ਆ ਜੀ ਕਿ ਨਹੀਂ ਹੈਗੀ। ਕਰਕੇ ਘੱਟੋ ਘੱਟ ਜਿਹੜਾ ਹੈਗਾ ਤੁਹਾਨੂੰ ਮੌਰਗੇਜ ਬਾਰੇ ਸਲਾਹ ਦੇਣ ਦੇ ਲਈ ਉਹਦੇ ਕੋਲ ਇੱਕ ਕੋਰਸ ਹੈਗਾ, ਉਹਦਾ ਨਾਮ ਹੈਗਾ CMAP, ਉਹਨੂੰ ਸਰਟੀਫਿਕੇਟ ਜੀ ਇਨ ਮੌਰਗੇਜ ਐਡਵਾਈਸ ਐਂਡ ਪ੍ਰੈਕਟਿਸ ਉਹਨੂੰ ਕਹਿੰਦੇ ਆ। ਠੀਕ। ਉਹ ਲੈਵਲ 3 ਹੁੰਦਾ। ਸੋ ਉਹਦੇ ਤੋਂ ਬਿਨਾਂ ਰਜਿਸਟ੍ਰੇਸ਼ਨ ਨਹੀਂ ਹੋ ਸਕਦੀ।
ਠੀਕ ਹਾਂਜੀ ਜਿਹੜੇ ਉਸ ਕੋਰਸ ਦੇ ਵਿੱਚ ਫਿਰ ਜਿਹੜਾ ਐਡਵਾਈਜ਼ਰ ਹੁੰਦਾ ਉਹਨੂੰ ਪਤਾ ਹੁੰਦਾ ਵੀ ਮੋਰਗੇਜ ਦੀ ਐਡਵਾਈਸ ਦੇਣ ਵੇਲੇ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਕਿ ਜਿਹੜੇ ਕੋਲੋਂ ਤੁਸੀਂ ਮੋਰਗੇਜ ਦੀ ਸਲਾਹ ਲੈਣੀ ਆ ਹਾਂਜੀ ਤਾਂ ਉਹ ਬੰਦਾ ਰਜਿਸਟਰਡ ਹੋਵੇ ਤੇ ਉਹ ਬੰਦਾ ਕੁਆਲੀਫਾਈਡ ਹੋਵੇ। ਹਾਂਜੀ ਉਹਦੀ ਰਜਿਸਟ੍ਰੇਸ਼ਨ ਹੀ ਤਾਂ ਹੋਣੀ ਆ ਜੇ ਉਹ ਕੁਆਲੀਫਾਈਡ ਹੋਊਗਾ। ਜੇ ਉਹ ਕੁਆਲੀਫਾਈਡ ਨਹੀਂ ਹੈਗਾ ਫਿਰ ਰਜਿਸਟਰ ਵੀ ਨਹੀਂ ਹੋ ਸਕਦਾ। ਹਾਂਜੀ ਠੀਕ ਆ। ਤੇ ਆਪਾਂ ਜਿੱਦਾਂ ਜਿਸ ਵੇਲੇ ਘਰ ਲੈਣਾ ਜਿੱਥੇ ਤੁਸੀਂ ਘਰ ਲੈਣਾ ਜੀ ਸੋ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਕਿ ਬੱਸ ਸਟਾਪ ਲਾਗੇ ਹੈਗਾ ਕੋਈ ਬਿਲਕੁਲ ਜਾਂ ਕੋਈ ਜੇ ਬੱਚੇ ਹੈਗੇ ਆ ਸਕੂਲ ਵਗੈਰਾ ਤੇ ਬੱਚਿਆਂ ਦਾ ਜਿਹੜਾ ਸਕੂਲ ਹੈਗਾ ਹਾਂਜੀ ਜਾਂ ਕਿੰਨੀ ਉਮਰ ਦੇ ਬੱਚੇ ਹੈਗੇ ਆ ਉਹਨਾਂ ਦੇ ਵਾਸਤੇ ਜਿਹੜਾ ਸਕੂਲ ਆ ਬਿਲਕੁਲ ਤਾਂ ਉਹ ਹੈਗਾ ਕਿਉਂਕਿ ਕਈ ਦਫਾ ਇਦਾਂ ਵੀ ਹੋ ਜਾਂਦਾ ਹਾਂਜੀ ਕਿ ਜੇ ਇੱਕ ਕਹਿ ਲਓ ਕਿ ਬੱਚਿਆਂ ਦਾ ਬਾਪ ਕੰਮ ਕਰਦਾ ਹਾਂਜੀ ਤੇ ਕਾਰ ਉਹ ਹੀ ਇਕੱਲਾ ਚਲਾ ਸਕਦਾ ਤੇ ਮਾਂ ਨੂੰ ਫਿਰ ਤੁਰ ਕੇ ਬੱਚੇ ਸਕੂਲੇ ਛੱਡਣ ਜਾਣਾ ਬਿਲਕੁਲ ਫਿਰ ਮੌਸਮ ਦਾ ਵੀ ਧਿਆਨ ਰੱਖਣਾ ਪੈਣਾ ਹਾਂਜੀ ਤੇ ਬੱਚਿਆਂ ਦੀ ਉਮਰ ਕਿੰਨੀ ਕੁ ਹੈਗੀ ਆ ਬਿਲਕੁਲ ਤੇ ਜਦੋਂ ਫਿਰ ਜੇ ਤੁਸੀਂ ਸ਼ਾਪਿੰਗ ਕਰਨ ਵਾਸਤੇ ਬੱਸ ਵੀ ਫੜਨੀ ਹੈਗੀ ਆ ਬਿਲਕੁਲ ਉਹ ਜਿਹੜਾ ਉਹ ਬੱਸ ਦਾ ਰੂਟ ਹਾਂਜੀ ਉਹ ਕਿੰਨਾ ਕੁ ਹੈਗਾ ਬਿਲਕੁਲ ਇਹ ਛੋਟੀਆਂ ਗੱਲਾਂ ਆ ਪਰ ਇਹ ਮਾਇਨੇ ਰੱਖਦੀਆਂ ਤੇ ਨਾਲ ਫਿਰ ਜਿਹੜਾ ਆਂਢੀਆਂ ਗੁਆਂਢੀਆਂ ਦਾ ਵੀ ਬਿਲਕੁਲ ਖਿਆਲ ਰੱਖਣਾ ਚਾਹੀਦਾ ਵੀ ਜਿੱਥੇ ਅਸੀਂ ਘਰ ਖਰੀਦ ਰਹੇ ਹਾਂ ਹਾਂਜੀ ਉਹ ਜਿਹੜੇ ਗੁਆਂਢੀ ਕਿੱਦਾਂ ਦੇ ਹੈਗੇ ਆ ਹਾਂਜੀ ਤੇ ਕਿੱਦਾਂ ਦੇ ਏਰੀਏ ਦੇ ਵਿੱਚ ਇਹ ਵੀ ਗੱਲ ਜਿਹੜੀ ਹੈਗੀ ਆ ਮੈਂ ਕਹੂੰਗਾ ਕਿ ਦੇਖਣੀ ਚਾਹੀਦੀ ਆ ਹਾਂਜੀ ਕਿ ਕਈ ਜਿਹੜੇ ਹੈਗੇ ਆ ਉਹ ਇਲਾਕਿਆਂ ਦੇ ਵਿੱਚ ਜਿਹੜੇ ਉਹ ਨਫ਼ਰਤ ਵੀ ਗੋਰੇ ਕਾਲੇ ਦੀ ਹੁੰਦੀ ਆ ਬਿਲਕੁਲ ਹਾਂਜੀ ਸੋ ਉਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਕਿ ਨਹੀਂ ਬਿਲਕੁਲ ਹੋ ਸਕਦਾ ਤੁਹਾਡੇ ਨਾਲ ਤੁਹਾਡੇ ਜਿਹੜੇ ਮਾਂ-ਬਾਪ ਵੀ ਰਹਿੰਦੇ ਹੋਣ ਜਿਨ੍ਹਾਂ ਨੂੰ ਮੰਨ ਲਓ ਉਹਨਾਂ ਨੇ ਗੁਰਦੁਆਰੇ ਜਾਣਾ ਮੰਦਿਰ ਜਾਣਾ ਜਾਂ ਮਸੀਤ ਜਾਣਾ ਜਾਂ ਕਿਤੇ ਹੋਰ ਲਾਗੇ ਛਾਗੇ ਜਾਣਾ ਜਾਂ ਕੋਈ ਕਮਿਊਨਿਟੀ ਸੈਂਟਰ ਆ ਉੱਥੇ ਜਾਣਾ ਕਿ ਉਹ ਸਹੂਲਤਾਂ ਹੈਗੀਆਂ ਉੱਥੇ ਉਹ ਬੱਸ ਫੜ ਕੇ ਜਾ ਸਕਦੇ ਆ ਪਬਲਿਕ ਟਰਾਂਸਪੋਰਟ ਲੈ ਕੇ ਜਾ ਸਕਦੇ ਆ ਸੋ ਇਹ ਸਾਰੀਆਂ ਸੋ ਜ਼ਿਆਦਾਤਰ ਇਹ ਹੁੰਦਾ ਕਿ ਕਈ ਵਾਰੀ ਬਹੁਤ ਸਾਰੀਆਂ ਬੈਂਕਾਂ ਨੇ ਇੱਕ ਚੈੱਕ ਲਿਸਟਾਂ ਤਿਆਰ ਕੀਤੀਆਂ ਹੁੰਦੀਆਂ ਕਿ ਉਹਨਾਂ ਨੂੰ ਇੱਕ ਸੂਚੀ ਤਿਆਰ ਕੀਤੀ ਹੁੰਦੀ ਉਹਦੇ 'ਤੇ ਲਿਖਿਆ ਹੁੰਦਾ ਕਿ ਤੁਸੀਂ ਘਰ ਲੈਣ ਤੋਂ ਪਹਿਲਾਂ ਆਹ ਚੀਜ਼ਾਂ ਦਾ ਮੇਕ ਸ਼ੋਰ ਕਰੋ ਹਾਂਜੀ ਅੱਜ ਕੱਲ੍ਹ ਤਾਂ ਬਲਵੀਰ ਜੀ ਇਹ ਵੀ ਆ ਗਿਆ ਭਈ ਬਹੁਤ ਸਾਰੇ ਲੋਕੀ ਜਿਹੜੇ ਹੈਗੇ ਆ ਜਾਂ ਕਈ ਵਾਰੀ estate ਏਜੰਟ ਵੀ ਹੈਗੇ ਆ ਉਹ ਜਦੋਂ ਘਰ ਵੇਚਣ ਤੇ ਲਾਉਂਦੇ ਆ ਉਹ ਨਾਲ ਹੀ ਲਿਖਦੇ ਆ ਵੀ ਇਸ ਏਰੀਏ ਦੇ ਵਿੱਚ ਬ੍ਰੌਡਬੈਂਡ ਦੀ ਸਪੀਡ ਕਿੰਨੀ ਆ ਬਿਲਕੁਲ ਐਗਜ਼ੈਕਟਲੀ ਸੋ ਕਰਕੇ ਅੱਜ ਕੱਲ੍ਹ ਬੱਚਿਆਂ ਨੇ ਬਹੁਤ ਸਾਰਾ ਔਨਲਾਈਨ ਕੰਮ ਕਰਨਾ ਹੁੰਦਾ ਗੇਮਾਂ ਖੇਲਣੀਆਂ ਹੁੰਦੀਆਂ ਜਾਂ ਕੁਝ ਹੋਰ ਹੈਗਾ ਉਹ ਬੜਾ ਮਹੱਤਵਪੂਰਨ ਹੁੰਦਾ ਔਰ ਕਈ ਏਰੀਏ ਇੱਦਾਂ ਦੇ ਵੀ ਹੈਗੇ ਆ ਜਿੱਥੇ ਜਿਹੜੇ ਹੈਗੇ ਬ੍ਰੌਡਬੈਂਡ ਆ ਉਹ ਪੂਰਾ ਨਹੀਂ ਸਪੀਡ ਦਾ ਹੁੰਦਾ ਤੇ ਫਿਰ ਉੱਥੇ ਕਾਫੀ ਮੁਸ਼ਕਲਾਂ ਆਉਂਦੀਆਂ ਹੈਗੀਆਂ ਬਿਲਕੁਲ ਜੀ ਜਦੋਂ ਹੁਣ ਕਈ ਵਾਰ ਇੱਦਾਂ ਹੁੰਦਾ ਕਿ ਤੁਸੀਂ ਕਿਸੇ ਨੂੰ ਟੈਲੀਫੋਨ ਕਰਦੇ ਆ ਹਾਂਜੀ ਤਾਂ ਉਹ ਅੱਗੇ ਉਹ ਕਹਿੰਦੇ ਜੀ ਸਾਡੇ ਘਰ ਜਿਹੜਾ ਸਿਗਨਲ ਹੈਗਾ ਜਿਹੜਾ ਫੋਨ ਦਾ ਸਿਗਨਲ ਹੈਗਾ ਉਹ ਕਈ ਨੈਟਵਰਕਾਂ ਦੇ ਜਿਹੜੇ ਫੋਨ ਹੈਗੇ ਆ ਉਹ ਲੱਗਦੇ ਆ ਕਈਆਂ ਦੇ ਨਹੀਂ ਲੱਗਦੇ ਤਾਂ ਉਹ ਫਿਰ ਜਾਂ ਵਿੱਚੇ ਜਦੋਂ ਗੱਲਬਾਤ ਤੁਸੀਂ ਕਰ ਰਹੇ ਹੁੰਦੇ ਆ ਹਾਂਜੀ ਤਾਂ ਉਹ ਵਿੱਚੇ ਜਿਹੜੀ ਗੱਲਬਾਤ ਹੈਗੀ ਉਹ ਟੁੱਟ ਜਾਂਦੀ ਆ ਬਿਲਕੁਲ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਬਿਲਕੁਲ ਹਾਂਜੀ ਜਿੱਥੇ ਅਸੀਂ ਮਕਾਨ ਲੈ ਰਹੇ ਹਾਂ ਸੋ ਇੱਕ ਗੱਲ ਜਿਹੜੀ ਨਾ ਵੱਡੀਆਂ ਬੈਂਕਾਂ ਹੁੰਦੀਆਂ ਹਾਂਜੀ ਵੀ ਉਹ ਜਿਹੜੀ ਉਹ FCA ਰਜਿਸਟ੍ਰੇਸ਼ਨ ਹੈਗੀ ਆ ਹਾਂਜੀ ਵੀ ਉਹ ਆਪੇ ਕਰਵਾਉਂਦੇ ਆ ਜਾਂ ਕਿੱਦਾਂ ਹਾਂਜੀ ਜਿਹੜੀ ਵੱਡੀਆਂ ਬੈਂਕਾਂ ਹੈਗੀਆਂ ਜਾਂ ਜਿਨ੍ਹਾਂ ਨੂੰ ਆਪਾਂ ਹਾਈ ਸਟਰੀਟ ਬੈਂਕਾਂ ਕਹਿੰਦੇ ਆ ਹਾਂਜੀ ਉਹਨਾਂ ਦਾ ਜਿਹੜਾ ਸੇਫਟੀ ਵਾਲਾ ਪਾਸਾ ਹੁੰਦਾ ਉਹ ਬਹੁਤ ਵਧੀਆ ਹੁੰਦਾ ਜੀ ਸੋ ਜਦੋਂ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਤੁਹਾਨੂੰ ਇੰਡੀਪੈਂਡੈਂਟ ਐਡਵਾਈਜ਼ਰ ਕੋਲ ਜਾਣਾ ਚਾਹੀਦਾ ਕਿ ਬੈਂਕ ਕੋਲ ਜਾਣਾ ਚਾਹੀਦਾ ਹਾਂਜੀ ਉਹਦੇ 'ਚ ਇਹ ਗੱਲ ਵੀ ਧਿਆਨ ਰੱਖਣ ਵਾਲੀ ਹੁੰਦੀ ਆ ਕਿ ਤੁਸੀਂ ਜਿਹੜਾ ਵਿਸ਼ਵਾਸ ਆ ਉਹ ਕਿਹਦੇ ਤੇ ਕਰ ਸਕਦੇ ਕਰਕੇ ਜਿਹੜਾ ਇੰਡੀਪੈਂਡੈਂਟ ਐਡਵਾਈਜ਼ਰ ਆ ਹਾਂਜੀ ਮੰਨ ਲਓ ਮੈਂ ਉਹ ਬਣਿਆ ਹੈਗਾ ਜੀ ਉਹ ਮੈਂ ਅੱਜ ਹੈਗਾ ਕੱਲ੍ਹ ਨੂੰ ਮੈਂ ਆਪਣਾ ਦਰ ਬੰਦ ਕਰਕੇ ਹਾਂਜੀ ਕਿਤੇ ਵੀ ਉੱਡ ਸਕਦਾ ਠੀਕ ਪਰ ਜਿਹੜੀ ਬੈਂਕ ਆ ਉਹ 100 ਸਾਲਾਂ ਤੋਂ ਉਹ ਚੱਲ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਕਾਫੀ ਹੁੰਦਾ ਹੈ ਕਿ ਜ਼ਰੂਰ ਉਹ ਉੱਥੇ ਹੋਊਗੀ ਸੋ ਅਗਰ ਕੋਈ ਮੰਨ ਲਓ ਤੁਹਾਨੂੰ ਰੋਂਗ ਐਡਵਾਈਸ ਦੇ ਦਿੱਤੀ ਜਾਂਦੀ ਆ ਜਾਂ ਕੋਈ ਮੰਨ ਲਓ ਤੁਹਾਡੀ ਸਮੱਸਿਆ ਆਉਂਦੀ ਆ ਤੇ ਬੈਂਕ ਦੇ ਨਾਲ ਡੀਲ ਕਰਨਾ ਜਿਹੜਾ ਉਹ ਕਾਫੀ ਹੱਦ ਤੱਕ ਸੌਖਾ ਹੁੰਦਾ ਸੁਧਾਰ ਹੋ ਜਾਂਦਾ ਸੋ ਦੂਸਰਾ ਇਹਦੇ ਵਿੱਚ ਇਹ ਹੁੰਦਾ ਕਿ ਜਿਹੜੇ ਉਹਨਾਂ ਦੇ ਮੌਰਗੇਜ ਐਡਵਾਈਜ਼ਰ ਹੁੰਦੇ ਆ ਬੈਂਕਾਂ ਦੇ ਹਾਂਜੀ ਜਿਹੜਾ ਆਮ ਸਟਾਫ ਹੁੰਦਾ ਹਾਂਜੀ ਉਹਦੇ ਨਾਲੋਂ ਇਹ ਥੋੜੇ ਅਲੱਗ ਹੁੰਦੇ ਆ ਕਰਕੇ ਇਹਨਾਂ ਨੇ ਇਹ ਕੋਰਸ ਜਿਹਦੀ ਆਪਾਂ ਗੱਲ ਕੀਤੀ ਸੀ CMAP ਦੀ ਹਾਂਜੀ ਸਰਟੀਫਿਕੇਟ ਇਨ ਮੌਰਗੇਜ ਐਡਵਾਈਸ ਐਂਡ ਪ੍ਰੈਕਟਿਸ ਜੀ ਇਹ ਉਹਨਾਂ ਨੂੰ ਵੀ ਇਹ ਕਰਵਾਉਣਾ ਪੈਂਦਾ ਜੀ ਬੈਂਕ ਨੂੰ ਇਹਦਾ ਮਤਲਬ ਇਹ ਨਹੀਂ ਕਿ ਜੇ ਅਗਰ ਤੁਸੀਂ ਬੈਂਕ ਵਿੱਚ ਕੰਮ ਕਰਦੇ ਆ ਤੇ ਤੁਸੀਂ ਉੱਥੇ ਮੌਰਗੇਜ ਦੀ ਐਡਵਾਈਸ ਵੀ ਦੇ ਸਕਦੇ ਆ ਉਸ ਮੌਰਗੇਜ ਐਡਵਾਈਸ ਦੇਣ ਦੇ ਲਈ ਵੀ ਹਾਂਜੀ ਤੁਹਾਨੂੰ ਜਿਹੜਾ ਹੈਗਾ ਉਹ ਇੱਕ ਕੋਰਸ ਕਰਨਾ ਪੈਂਦਾ ਔਰ ਬੈਂਕ ਇਸ ਗੱਲ ਲਈ ਮੇਕ ਸ਼ੋਰ ਕਰਦੀ ਆ ਕਿ ਜਿਹੜੇ ਬੰਦੇ ਉਹਨਾਂ ਨੇ ਮੌਰਗੇਜ ਐਡਵਾਈਸ ਦੇਣ ਲਈ ਰੱਖੇ ਆ ਉਹਨਾਂ ਨੇ ਇਹ ਕੋਰਸ ਜਿਹੜਾ ਆ ਉਹ ਕੀਤਾ ਹੋਵੇ ਹਾਂਜੀ ਤੇ ਇਹ ਜਿਹੜੇ FCA ਦੇ ਵੈਬਸਾਈਟ ਆ ਅਗਰ ਤੁਸੀਂ ਕਿਸੇ ਇੰਡੀਪੈਂਡੈਂਟ ਐਡਵਾਈਜ਼ਰ ਬਾਰੇ ਜਾਣਨਾ ਚਾਹੋ ਤੇ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾਓ ਤੇ ਉੱਥੇ ਜਾ ਕੇ ਉਹਦਾ ਨਾਮ ਪਾ ਦਿਓ ਤੇ ਉਹਦੀ ਰਜਿਸਟ੍ਰੇਸ਼ਨ ਜਿਹੜੀ ਆ
ਉਹ ਡੀਟੇਲ ਆ ਹਾਂਜੀ ਉਹ ਉਹਨਾਂ ਦੇ ਵੈਬਸਾਈਟ ਤੇ ਡੇਟੇ ਤੇ ਉਹ ਆ ਜਾਂਦੇ ਆ। ਇਹ ਕੋਈ ਵੈਬਸਾਈਟ ਦਾ ਨਾਂ ਜਾਂ ਕਿੱਦਾਂ? ਹਾਂਜੀ ਇਹ FC ਹੈਗੇ, ਮੈਂ ਇਹਦਾ ਨੋਟ ਨਹੀਂ ਕੀਤਾ ਹੈਗਾ। ਅਗਰ ਤੁਸੀਂ ਗੂਗਲ ਤੇ ਜਾਓ ਤਾਂ FCA ਜਾਂ ਫਾਈਨੈਂਸ਼ੀਅਲ ਕੰਡਕਟ ਅਥਾਰਟੀ ਕਰਕੇ ਤੁਸੀਂ ਪਾਓਗੇ ਤੇ ਉਹਨਾਂ ਦੀ ਵੈਬਸਾਈਟ ਜਿਹੜੀ ਹੈਗੀ ਆ ਉਹ ਤੁਹਾਡੇ ਸਾਹਮਣੇ ਆ ਜਾਊਗੀ ਔਰ ਤੁਸੀਂ ਉੱਥੇ ਜਾ ਕੇ ਜਿਹੜਾ ਮੌਰਗੇਜ ਐਡਵਾਈਜ਼ਰ ਬਾਰੇ ਪਤਾ ਕਰ ਸਕਦੇ ਆ ਔਰ ਉਹਦਾ ਨੰਬਰ ਨਾਂ ਪਾ ਦਿਓ। ਜੇ ਅਗਰ ਉਹਦੀ ਕੋਈ ਕੰਪਨੀ ਆ ਉਹਦਾ ਕੰਪਨੀ ਦਾ ਨਾਂ ਪਾ ਦਿਓ ਤੇ ਉਹ ਕਿਹੜੇ ਸ਼ਹਿਰ ਦੇ ਵਿੱਚ ਹੈਗਾ ਉਹ ਸ਼ਹਿਰ ਦਾ ਨਾਂ ਪਾ ਦਿਓ। ਕਈ ਵਾਰੀ ਤਾਂ ਨਾਂ ਪਾਏ ਤੇ ਹੀ ਆ ਜਾਂਦਾ, ਪਰ ਜੇ ਤੁਸੀਂ ਸ਼ਹਿਰ ਦਾ ਵੀ ਨਾਂ ਨਾਲ ਪਾ ਦਿੰਦੇ ਆ ਤਾਂ ਫਿਰ ਉਹ ਜਿਹੜੇ ਗਿਣੇ ਚੁਣਵੇਂ ਹੁੰਦੇ ਆ ਉਸ ਸ਼ਹਿਰ 'ਚ ਉਹਨਾਂ ਦੀ ਆਉਂਦੀ ਆ। ਸੋ ਤਾਂ ਕਿ ਇਹ ਤੁਹਾਨੂੰ ਹਾਂਜੀ ਹਾਂ ਸੋ ਇਹਦੇ 'ਚ ਤੁਹਾਨੂੰ ਇੰਨੀ ਸ਼ੋਰਟੀ ਹੋ ਜਾਂਦੀ ਆ ਕਿ ਜਿਸ ਬੰਦੇ ਕੋਲ ਤੁਸੀਂ ਸਲਾਹ ਲੈਣ ਗਏ ਆ ਉਹਨੂੰ ਪਤਾ ਆ ਕਿ ਉਹ ਕੀ ਗੱਲ ਕਰ ਰਿਹਾ। ਠੀਕ। ਸਾਡੇ ਬਹੁਤ ਵਾਰੀ ਭਾਈਚਾਰੇ ਦੇ ਵਿੱਚ ਇਹ ਹੁੰਦਾ ਕਿ ਅਸੀਂ ਇੱਕ ਦੂਸਰੇ ਨੂੰ ਦੱਸ ਪਾਉਂਦੇ ਰਹਿੰਦੇ ਤੂੰ ਫਲਾਣੇ ਕੋਲ ਚੱਲ ਜਾ, ਫਲਾਣੇ ਕੋਲ ਚੱਲ ਜਾ, ਤੇ ਉਹ ਫਿਰ ਤੁਹਾਨੂੰ ਕਈ ਵਾਰੀ ਪੁੱਠੀਆਂ ਸਿੱਧੀਆਂ ਗੱਲਾਂ ਵੀ ਸਲਾਹਾਂ ਦੇ ਦਿੰਦੇ ਆ, ਤੂੰ ਇੱਦਾਂ ਨਹੀਂ ਕਰ, ਇੱਦਾਂ ਨਹੀਂ ਕਰ, ਇੱਦਾਂ ਨਹੀਂ ਕਰ ਲਾ। ਤੇ ਉਹਦੇ ਤੋਂ ਫਿਰ ਇਹ ਹੁੰਦਾ ਵੀ ਜਿਹੜਾ ਮੌਰਗੇਜ ਐਡਵਾਈਜ਼ਰ ਹੈਗਾ, ਜਿਹੜਾ ਚੰਗੀ ਤਰ੍ਹਾਂ ਪੜ੍ਹਿਆ ਲਿਖਿਆ ਹੈਗਾ, ਜਿਹਨੇ ਕੋਰਸ ਕੀਤਾ ਹੈਗਾ, ਉਹਨੂੰ ਪਤਾ ਹੈਗਾ ਕਿ ਉਹਨੇ ਤੁਹਾਨੂੰ ਕਿਹੜੀ ਗੱਲ ਕਹਿਣੀ ਆ, ਕਿਹੜੀ ਗੱਲ ਤੁਹਾਨੂੰ ਜਿਹੜੀ ਆ ਉਹ ਨਹੀਂ ਕਹਿਣੀ। ਹਾਂਜੀ ਆਮ ਕਰ ਕਿੱਦਾਂ ਜ਼ਿਆਦਾ ਹੁੰਦਾ ਜੀ? ਹਾਂਜੀ ਕਿ ਜਿਹੜੇ ਹੈਗੇ ਆ ਅੱਗੇ ਵੀ ਆਪਾਂ ਇਹ ਗੱਲ ਕੀਤੀ ਵੀ ਜਿਹੜੀ ਲਾਈ ਲੱਗਦਾ ਹੈਗੀ ਦੂਜੇ ਦੇ ਕਹੇ ਸੁਣੇ ਦੇ ਉੱਤੇ ਬਿਲਕੁਲ ਉਹਦੇ ਵਿੱਚ ਵੀ ਨੁਕਸਾਨ ਜ਼ਿਆਦਾ ਹੋ ਜਾਂਦਾ। ਹਾਂਜੀ ਇਸ ਕਰਕੇ ਵਧੀਆ ਕਿ ਤੁਸੀਂ ਜਿਹੜੇ ਉਹ ਕੰਮ ਕਰਨ ਦੇ ਮਾਹਰ ਹੈਗੇ ਆ, ਕੁਆਲੀਫਾਈਡ ਬੰਦੇ ਆ, ਉਹਨਾਂ ਤੋਂ ਸਹੀ ਜਿਹੜੀ ਆ ਉਹ ਸਲਾਹ ਲਈ ਜਾਵੇ ਤਾਂ ਕਿ ਤੁਹਾਨੂੰ। ਬਿਲਕੁਲ ਬਲਵੀਰ ਜੀ, ਮੈਂ ਤੁਹਾਨੂੰ ਕਿਹਾ ਸੀਗਾ ਵੀ ਮੈਂ ਬ੍ਰਿਜਿੰਗ ਲੋਨ ਵੱਲ ਆਉਣਾ ਚਾਹੁੰਦਾ ਸੀ ਪਹਿਲਾਂ ਵੀ ਜੀ, ਉਹ ਇਹੀ ਐਗਜ਼ਾਮਪਲ ਸੀ। ਅੱਛਾ ਜੀ। ਇੱਕ ਕੇਸ ਸਾਡੇ ਸਾਹਮਣੇ ਆਇਆ ਸੀਗਾ ਜੋ ਸਾਡੇ ਨੋਟਿਸ ਦੇ ਵਿੱਚ। ਉੱਥੇ ਇੱਕ ਪਰਿਵਾਰ ਸੀਗਾ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਪਤਾ ਨਹੀਂ ਸੀ ਤੇ ਅੰਗਰੇਜ਼ੀ ਦੀ ਵੀ ਉਹਨਾਂ ਦੀ ਪਕੜ ਬਹੁਤੀ ਨਹੀਂ ਸੀਗੀ। ਹਾਂਜੀ। ਤੇ ਉਹਨਾਂ ਨੇ ਬੈਂਕ ਕੋਲ ਮੌਰਗੇਜ ਲਈ ਅਪਲਾਈ ਕੀਤਾ ਤੇ ਉਹਨਾਂ ਨੇ ਬੈਂਕ ਨੇ ਉਹਨਾਂ ਦੀ ਇਨਕਮ ਦੇ ਹਿਸਾਬ ਦੇ ਨਾਲ ਹਿਸਾਬ ਕਿਤਾਬ ਲਾ ਕੇ ਉਹਨਾਂ ਨੂੰ ਜਿਹੜਾ ਲੋਨ ਦੇਣ ਤੋਂ ਨਾ ਕਰ ਦਿੱਤੀ। ਅੱਛਾ ਜੀ। ਕੰਪਲੀਟਲੀ ਨਾ ਨਹੀਂ ਕੀਤੀ। ਮੰਨ ਲਓ ਜੇ ਉਹਨਾਂ ਨੇ £1,00,000 ਮੰਗਿਆ ਸੀ ਤਾਂ ਬੈਂਕ ਨੇ ਇਹ ਕਿਹਾ ਵੀ ਤੁਸੀਂ 70,000 ਤੱਕ ਹੀ ਜੀ ਅਫੋਰਡ ਕਰ ਸਕਦੇ ਆ, ਸੋ ਅਸੀਂ ਤੁਹਾਨੂੰ 70,000 ਦੇ ਦਿੰਦੇ ਆ। ਪਰ ਉਹਨਾਂ ਦੀ ਸਮੱਸਿਆ ਇਹ ਸੀ ਕਿ ਜਿਹੜਾ ਘਰ ਉਹਨਾਂ ਨੂੰ ਪਸੰਦ ਸੀ, ਉਹਨਾਂ ਨੂੰ ਉਹਦੇ ਲਈ £1,00,000 ਉਹ ਚਾਹੀਦਾ ਹੀ ਸੀਗਾ। ਹਾਂਜੀ। ਤੇ ਉਹ ਫਿਰ ਇੱਕ ਇੰਡੀਪੈਂਡੈਂਟ ਐਡਵਾਈਜ਼ਰ ਕੋਲ ਚਲ ਗਏ ਤੇ ਉਹਨੇ ਇਹ ਨਹੀਂ ਦੱਸਿਆ ਵੀ ਠੀਕ ਆ ਵੀ ਜੇ ਬੈਂਕ ਨੇ ਤੁਹਾਨੂੰ ਇਹ ਕਿਹਾ ਤਾਂ ਤੁਹਾਨੂੰ ਇੰਨਾ ਹੀ ਲੈਣਾ ਚਾਹੀਦਾ। ਹਾਂਜੀ। ਉਹਨੇ ਉਹਨਾਂ ਦਾ ਜੀ ਕਰਕੇ ਫਿਰ ਉਹਨੇ ਇਹ ਗੱਲ ਕਹੀ ਵੀ ਤੁਹਾਡਾ ਜੀ ਇੰਟਰਸਟ ਥੋੜ੍ਹਾ ਜਿਹਾ ਜ਼ਿਆਦਾ ਹੋਣਾ, ਵਿਆਜ ਜ਼ਿਆਦਾ ਹੋਣਾ, ਫਿਰ ਮੈਂ ਤੁਹਾਨੂੰ ਪੈਸੇ ਦਵਾ ਸਕਦਾ। ਅੱਛਾ ਜੀ। ਅੱਛਾ, ਉਹਨਾਂ ਨੇ ਜੀ ਉਸ ਘਰ 'ਤੇ ਉਹਨਾਂ ਨੂੰ ਬ੍ਰਿਜਿੰਗ ਲੋਨ ਦਵਾ ਦਿੱਤਾ। ਹਾਂਜੀ। ਇੱਕ ਤਾਂ ਉਹਨਾਂ ਦੀ ਜਿਹੜੀ ਕਿਸ਼ਤ ਸੀਗੀ ਉਹ ਦੁੱਗਣੀ ਤਿੱਗਣੀ ਹੋ ਗਈ ਜੀ। ਤੇ ਜਦੋਂ ਉਹ ਸਾਲ 1.5 ਸਾਲ ਉਹਨਾਂ ਦਾ ਪੂਰਾ ਹੋਇਆ ਤਾਂ ਫਿਰ ਉਹ ਬ੍ਰਿਜਿੰਗ ਲੋਨ ਵਾਲੇ ਕਹਿਣ ਪਏ ਹੁਣ ਤੁਸੀਂ ਸਾਡੇ ਪੈਸੇ ਦਿਓ। ਅੱਛਾ ਜੀ। ਹਾਂਜੀ। ਕਰਕੇ ਜਿਹੜੀ ਉਹਨਾਂ ਦੀ ਡੈਡਲਾਈਨ ਸੀ ਉਹ ਡੈਡਲਾਈਨ ਆ ਗਈ ਜੀ। ਉਹ ਕਹਿੰਦੇ ਤੁਸੀਂ ਸਾਡੇ ਪੈਸੇ ਦਿਓ ਤੇ ਉਹ ਕਹਿਣ ਪਈ ਸਾਨੂੰ ਤਾਂ ਕਿਸੇ ਉਹਨੇ ਦੱਸਿਆ ਨਹੀਂ। ਹਾਂਜੀ। ਵੀ ਅਸੀਂ ਸਾਲ 1.5 ਸਾਲ ਬਾਅਦ ਹੀ ਮੋੜਨੇ ਆ, ਸਾਨੂੰ ਤਾਂ ਇਹ ਦੱਸਿਆ ਵੀ ਤੇਰੀ ਇੰਨੀ ਕਿਸ਼ਤ ਆ, ਇੰਨੀ ਕਿਸ਼ਤ ਤੁਸੀਂ ਭਰੀ ਜਾਓ ਤਾਂ ਆਰਾਮ ਨਾਲ ਘਰ 'ਚ ਰਹੋ। ਹਾਂਜੀ। ਹਾਂਜੀ। ਤੇ ਉਹ ਜਦੋਂ ਫਿਰ ਉਸ ਇੰਡੀਪੈਂਡੈਂਟ ਐਡਵਾਈਜ਼ਰ ਦੇ ਨਾਲ ਉਹਨਾਂ ਨੇ ਗੱਲ ਕੀਤੀ, ਉਹ ਕਹਿੰਦਾ ਵੀ ਤੁਸੀਂ ਕਿਹਾ ਸੀ ਸਾਨੂੰ ਪੈਸੇ ਦਿਓ ਤੇ ਮੈਂ ਤੁਹਾਨੂੰ ਪੈਸੇ ਦਵਾਤੇ। ਹਾਂਜੀ। ਆਪਣੀ ਫੀਸ ਲੈ ਲਈ। ਸੋ ਜਿਹੜੇ ਬੰਦੇ ਇਮਾਨਦਾਰੀ ਨਾਲ ਕੰਮ ਕਰਦੇ ਆ, ਜਿਹੜੇ ਬੰਦੇ ਪੜ੍ਹੇ ਲਿਖੇ ਆ, ਜਿਨ੍ਹਾਂ ਨੇ ਪ੍ਰੋਪਰ ਕੰਮ ਕੀਤਾ ਹੈਗਾ, ਉਹ ਤੁਹਾਨੂੰ ਇੱਦਾਂ ਦੀ ਸਲਾਹ ਨਹੀਂ ਦੇਣਗੇ। ਅਗਰ ਬੈਂਕ ਤੁਹਾਨੂੰ ਮੰਨ ਲਓ ਮੌਰਗੇਜ ਤੋਂ ਨਾ ਕਰਦੀ ਆ ਤੇ ਇਹ ਤੁਹਾਡੇ ਲਈ ਵੀ ਇੱਕ ਇੰਡੀਕੇਸ਼ਨ ਹੈਗਾ ਕਿ ਅਗਰ ਤੁਸੀਂ ਅੱਡੀਆਂ ਚੁੱਕ ਕੇ ਫਾਹਾ ਲੈਂਦੇ ਆ ਤੇ ਹੋ ਸਕਦਾ ਫਿਰ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲ ਹੋਵੇ। ਆਹੋ ਜੀ, ਵੀ ਜਦੋਂ ਫਿਰ ਸਹੀ ਸਲਾਹ ਨਹੀਂ ਲੈਣੀ। ਹਾਂਜੀ। ਇਹ ਤਾਂ ਮੁਸ਼ਕਲ ਤਾਂ ਹੋਣੀ ਆ। ਸੋ ਉਹਦੇ ਵਿੱਚ ਫਿਰ ਇਹ ਵੀ ਹੋ ਜਾਂਦਾ ਵੀ ਕਈ ਵਾਰੀ ਉਹਨਾਂ ਦਾ ਜਿਹੜਾ ਘਰ ਆ ਉਹ ਵੀ ਜਾਂਦਾ ਲੱਗਦਾ ਕਰਕੇ ਜਦੋਂ ਤੁਸੀਂ ਕਿਸ਼ਤ ਨਹੀਂ ਦੇਣੀ, ਕਿਉਂਕਿ ਉਹਨਾਂ ਨੇ ਆਪਣੇ ਪੈਸੇ ਵਸੂਲ ਕਰਨੇ ਆ। ਸੋ ਇਹ ਗੱਲ ਜਿਹੜੀ ਹੈਗੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ। ਬ੍ਰਿਜਿੰਗ ਲੋਨ ਸਿਰਫ ਉਦੋਂ ਹੀ ਲਿਆ ਜਾਵੇ ਜਦੋਂ ਤੁਹਾਨੂੰ ਬਿਲਕੁਲ ਇਸ ਗੱਲ ਦੀ ਗਰੰਟੀ ਹੋਵੇ ਕਿ ਤੁਹਾਨੂੰ ਸਿਰਫ ਇੰਨੇ ਸਮੇਂ ਲਈ ਚਾਹੀਦਾ, ਇਸ ਤੋਂ ਬਾਅਦ ਤੁਹਾਡਾ ਜਿਹੜਾ ਆ ਉਹ ਪੈਸਿਆਂ ਦਾ ਪ੍ਰਬੰਧ ਹੋ ਜਾਣਾ, ਉਹ ਕਿਤੇ ਵੀ ਹੋਣਾ ਹੋਵੇ। ਸੋ ਤੁਹਾਨੂੰ ਉਸ ਚੀਜ਼ ਦੀ ਗਰੰਟੀ ਹੋਣੀ ਚਾਹੀਦੀ ਹੈ, ਤਾਂ ਹੀ ਤੁਸੀਂ ਬ੍ਰਿਜਿੰਗ ਲੋਨ ਨੂੰ ਜਾਓ। ਨਹੀਂ ਤਾਂ ਤੁਸੀਂ ਪਲੀਜ਼ ਇਹਦੇ ਤੋਂ ਅਵੋਇਡ ਕਰੋ, ਨਹੀਂ ਤਾਂ ਫਿਰ ਇਹਦੀ ਕੀਮਤ ਜਿਹੜੀ ਹੈਗੀ ਆ ਉਹ ਕਾਫੀ ਤੁਹਾਨੂੰ ਦੇਣੀ ਪੈ ਸਕਦੀ ਆ। ਇਹ ਨਵਦੀਪ ਜੀ, ਜੇ ਹੁਣ ਮੰਨ ਲਓ ਕਿ ਕੋਈ ਬੰਦਾ ਕੰਮ ਕਰ ਰਿਹਾ ਕਿਤੇ ਜੀ, ਤਾਂ ਉਹਨੂੰ ਰਿਡੰਡੈਂਸੀ ਹੋ ਜਾਂਦੀ ਆ ਜਾਂ ਉਹਦੀ ਜਿਹੜੀ ਜੌਬ ਹੈਗੀ ਆ ਉਹ ਜਾਂਦੀ ਲੱਗਦੀ ਆ। ਹਾਂਜੀ। ਤੇ ਫਿਰ ਇਹਨਾਂ ਮੋਰਗੇਜਾਂ ਦੇ ਕੇਸਾਂ ਦੇ ਵਿੱਚ ਫਿਰ ਬੰਦੇ ਨੂੰ ਕੀ ਕਰਨਾ ਚਾਹੀਦਾ? ਹਾਂਜੀ, ਅਗਰ ਤੁਹਾਨੂੰ ਮੰਨ ਲਓ ਕੋਈ ਇੱਦਾਂ ਦੀ ਸਥਿਤੀ ਬਣ ਜਾਂਦੀ ਆ ਜੀ, ਤੇ ਤੁਸੀਂ ਇਹ ਨਾ ਕਰੋ ਵੀ ਬਸ ਜੀ ਮੈਂ ਹੁਣ ਬੈਂਕ ਵਾਲਿਆਂ ਦੀ ਚਿੱਠੀ ਆਈ ਤੇ ਮੈਂ ਪਾੜ ਕੇ
ਚੁੱਲ੍ਹੇ 'ਚ ਪਾ ਦੇਣੀ ਆ, ਹਾਂਜੀ, ਜਾਂ ਮੈਂ ਸ਼ਰੈਡ ਕਰਕੇ ਸਿੱਟ ਦੇਣੀ ਆ, ਹਾਂਜੀ, ਜਾਂ ਮੈਂ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਦੇਣਾ, ਜਾਂ ਮੈਂ ਆਪਣੀ ਬੈਂਕ ਹੋਰ ਬਦਲ ਲੈਣੀ ਆ। ਜੀ, ਤੁਸੀਂ ਉਹਨਾਂ ਕੋਲ ਜਾਓ, ਬੈਂਕ ਵਾਲਿਆਂ ਕੋਲ, ਉਹਨਾਂ ਨੂੰ ਆਪਣੀ ਸਥਿਤੀ ਦੱਸੋ, ਹਾਂਜੀ, ਔਰ 100 ਚੋਂ 90% 95% ਉਹ ਤੁਹਾਡੀ ਗੱਲ ਸੁਣਦੇ ਆ, ਹਾਂਜੀ, ਔਰ ਉਹ ਤੁਹਾਡੇ ਹਿਸਾਬ ਦੇ ਨਾਲ ਤੁਹਾਡੀ ਜਿਹੜੀ ਮੌਰਗੇਜ ਆ ਉਹ ਵੱਧ ਘੱਟ ਤੁਹਾਡੀ ਕਿਸ਼ਤ ਆ ਜੀ। ਉਹ ਕਰ ਦਿੰਦੇ ਆ। ਉਹਦਾ ਮਤਲਬ ਇਹ ਹੁੰਦਾ ਵੀ ਜੇ ਮੰਨ ਲਓ ਕਿ ਤੁਸੀਂ 500 ਪਾਉਂਡ ਕਿਸ਼ਤ ਦਿੰਦੇ ਆ, ਹਾਂਜੀ, ਫਿਰ ਉਹ ਤੁਹਾਨੂੰ ਪੁੱਛਦੇ ਆ ਵੀ ਤੁਹਾਡੀ ਮਿਸਿਸ ਕੰਮ ਕਰਦੀ ਆ ਜਾਂ ਤੁਹਾਡਾ ਹਸਬੈਂਡ ਕੰਮ ਕਰਦਾ, ਹੁਣ ਤੁਸੀਂ 500 ਪਾਉਂਡ ਨਹੀਂ ਦੇ ਸਕਦੇ ਕਰਕੇ ਇੱਕ ਬੰਦੇ ਦਾ ਕੰਮ ਛੁੱਟ ਗਿਆ, ਹਾਂਜੀ, ਤੁਸੀਂ ਕਿੰਨਾ ਦੇ ਸਕਦੇ ਆ? ਤੁਸੀਂ ਜੀ। ਕਹਿੰਦੇ ਵੀ ਅਸੀਂ 250 ਪਾਉਂਡ ਜਿਹੜਾ ਆ ਉਹ ਕੱਢ ਸਕਦੇ ਆ। ਹਾਂਜੀ, ਫਿਰ ਬੈਂਕ ਕਹਿ ਦਿੰਦੀ ਆ ਵੀ ਤੁਸੀਂ ਜਿੰਨਾ ਚਿਰ ਤੁਹਾਡੀ ਜੌਬ ਨਹੀਂ ਮਿਲਦੀ ਜਾਂ 1 ਸਾਲ ਲਈ ਜਾਂ 6 ਮਹੀਨਿਆਂ ਲਈ ਤੁਸੀਂ ਸਾਨੂੰ 250 ਦੇਈ ਚੱਲੋ, ਹਾਂਜੀ, ਪਰ ਜਦੋਂ ਤੁਹਾਡੀ ਜੌਬ ਲੱਗ ਗਈ, ਜਿਹੜਾ ਤੁਸੀਂ ਸਾਨੂੰ 250 ਘੱਟ ਕੀਤਾ ਆ, ਹਾਂਜੀ, ਉਹ ਤੁਸੀਂ ਸਾਨੂੰ ਥੋੜਾ ਐਕਸਟਰਾ ਦੇ ਕੇ ਜੀ, ਆਪਣੀਆਂ ਜਿਹੜਾ ਤੁਹਾਡੀਆਂ ਜਿੰਨੀਆਂ ਕਿਸ਼ਤਾਂ ਪਿੱਛੇ ਪਈਆਂ ਉਹ ਪੂਰੀਆਂ ਕਰ ਲਓ। ਕਰਦੇ, ਹਾਂਜੀ। ਸੋ ਕਹਿੰਦਾ ਲੋ ਬੈਂਕ ਤੁਹਾਡੇ ਨਾਲ ਹਮੇਸ਼ਾ ਹੀ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੁੰਦਾ ਹਾਂਜੀ, ਕਿ ਉਹ ਤੁਹਾਡਾ ਘਰ ਲਵੇ, ਹਾਂਜੀ, ਕਿਉਂਕਿ ਉਹਨਾਂ ਨੂੰ ਇਹ ਆ ਕਿ ਜਿੰਨਾ ਚਿਰ ਉਹਨਾਂ ਦੇ ਪੈਸੇ ਵਿਆਜ ਤੇ ਚੜੇ ਹੋ ਆ, ਹਾਂਜੀ, ਉਹਨਾਂ ਲਈ ਉਹ ਇਨਕਮ ਆ, ਹਾਂਜੀ, ਬਿਲਕੁਲ, ਉਹਨਾਂ ਲਈ ਇਹ ਅਖੀਰਲਾ ਗੱਲ ਹੁੰਦੀ ਆ ਕਿ ਉਹ ਤੁਹਾਡਾ ਜਿਹੜਾ ਘਰ ਆ ਉਹ ਜ਼ਬਤ ਕਰਨ। ਠੀਕ, ਸੋ ਅਗਰ ਤੁਹਾਨੂੰ ਕੋਈ ਸਮੱਸਿਆ ਆਉਂਦੀ ਆ ਤੇ ਉਹ ਤੁਸੀਂ ਬੈਂਕ ਦੇ ਨਾਲ ਜਿਹੜਾ ਹੈਗਾ ਅਪਾਇੰਟਮੈਂਟ ਬਣਾ ਕੇ ਉਹ ਜ਼ਰੂਰ ਗੱਲ ਕਰੋ। ਮਤਲਬ ਤੁਹਾਡੇ ਕਹਿਣ ਦਾ ਵੀ ਉਹ ਇਹ ਨਹੀਂ ਗੇ ਚਾਹੁੰਦੇ ਕਿ ਉਹ ਤੁਹਾਨੂੰ ਘਰੋਂ ਬੇਕਾਰ ਕਰ ਦੇਣ, ਨਹੀਂ ਜੀ। ਤਾਂ ਤੁਹਾਡੇ ਕੋਲ ਰਹਿਣ ਲਈ ਕੋਈ ਜਗ੍ਹਾ ਨਾ ਹੋਵੇ, ਬਿਲਕੁਲ ਤੇ ਉਹ ਇਹੀ ਚਾਹੁੰਦੇ ਹੁੰਦੇ ਆ ਕਿ ਤੁਸੀਂ ਉਸ ਪ੍ਰਾਪਰਟੀ ਦੇ ਵਿੱਚ ਰਹੋ, ਰੋਬੋ, ਹਾਂਜੀ, ਤੇ ਜਿੱਦਾਂ ਕਿੱਦਾਂ ਵੀ ਉਹ ਐਡਜਸਟ ਕਰਨਾ ਚਾਹੁੰਦੇ ਆ, ਹਾਂਜੀ। ਕਿ ਜਿਹੜੇ ਵੀ ਹਿਸਾਬ ਦੇ ਨਾਲ ਉਹਨਾਂ ਦੇ ਵੀ ਜਿਹੜੇ ਪੈਸੇ ਵਾਪਸ ਹੋ ਜਾਣ, ਬਿਲਕੁਲ, ਤੇ ਜਿਹੜੀ ਤੁਹਾਡੀ ਪ੍ਰਾਪਰਟੀ ਹੈਗੀ ਆ ਉਹ ਵੀ ਤੁਹਾਡੀ ਬਣੀ ਰਵੇ। ਹਾਂਜੀ, ਕਦੇ ਇਦਾਂ ਵੀ ਹੁੰਦਾ ਕਿ ਜਿਨ੍ਹਾਂ ਨੇ ਮੰਨ ਲਓ ਹੁਣ ਤੁਸੀਂ ਘਰ ਦੇ ਵਿੱਚ ਰਹਿ ਰਹੇ ਆ ਜੀ, ਤੇ ਤੁਹਾਡਾ ਕੰਮਕਾਰ ਛੁੱਟ ਗਿਆ, ਹਾਂਜੀ। ਤੇ ਤੁਸੀਂ ਫਿਰ ਉਹਨਾਂ ਦੀ ਕਿਸ਼ਤ ਦੇ ਹੀ ਨਹੀਂ ਸਕਦੇ, ਤਾਂ ਤੁਹਾਨੂੰ ਉਹ ਘਰੋਂ ਬੇਕਾਰ ਕਰ ਦੇਣ, ਤਾਂ ਫਿਰ ਕੀ ਹੁੰਦਾ ਜੀ? ਇਵੈਂਚੁਅਲੀ ਅਗਰ ਤੁਸੀਂ ਬਲਵੀਰ ਜੀ ਕਿਸੇ ਤੋਂ ਪੈਸੇ ਲਏ ਆ, ਤੁਸੀਂ ਪੈਸੇ ਨਹੀਂ ਮੋੜਦੇ, ਹਾਂਜੀ, ਅਖੀਰ ਤਾਂ ਬੈਂਕ ਨੇ ਤੁਹਾਡਾ ਘਰ ਜਿਹੜਾ ਹੈਗਾ ਉਹ ਲੈਣਾ ਹੀ ਹੁੰਦਾ, ਜੀ, ਹੈ ਨਾ। ਪਰ ਉਹਦੇ ਲਈ ਤੁਹਾਨੂੰ ਬੈਨੀਫਿਟ ਵਗੈਰਾ ਜਿਹੜੇ ਹੈਗੇ ਆ ਉਹ ਤੁਹਾਨੂੰ ਬੈਨੀਫਿਟ ਦੀ ਸਲਾਹ ਲੈ ਲੈਣੀ ਚਾਹੀਦੀ ਆ। ਕੋਈ ਮੰਨ ਲਓ ਕੋਈ ਇੱਦਾਂ ਦੀ ਸਥਿਤੀ ਹੋ ਗਈ ਆ ਕਿ ਜਿੱਥੇ ਤੁਸੀਂ ਨਹੀਂ ਕਰ ਸਕਦੇ, ਜਿੱਦਾਂ ਹੁਣ ਹਾਂਜੀ। ਬਹੁਤ ਸਾਰੀ ਕੋਵਿਡ ਦੇ ਦੌਰਾਨ ਬਹੁਤ ਸਾਰੇ ਲੋਕਾਂ ਦੀਆਂ ਜੌਬਾਂ ਚੱਲ ਗਈਆਂ ਸੀਗੀਆਂ, ਉਹ ਘਰ ਬੈਠੇ ਸੀ, ਸੋ ਹਾਂਜੀ। ਉਹਨਾਂ ਨੂੰ ਗੌਰਮੈਂਟ ਵੱਲੋਂ ਕੁਛ ਜਿਹੜੀ ਸਹਾਇਤਾ ਮਿਲ ਗਈ, ਜਾਂ ਬੈਂਕ ਨੇ ਕਿਹਾ ਵੀ ਅਸੀਂ 2-4 ਮਹੀਨੇ 6 ਮਹੀਨੇ ਜਿਹੜੇ ਹੈਗੇ ਆ ਉਹ ਅਸੀਂ ਕਿਸ਼ਤਾਂ ਨਹੀਂ ਲੈਂਦੇ। ਹਾਂਜੀ, ਸੋ ਕਹਿੰਦਾ ਇਹ ਵਾਰ-ਵਾਰ ਉੱਥੇ ਗੱਲ ਆਉਂਦੀ ਆ ਕਿ ਇਹਦੇ ਤੋਂ ਤੁਹਾਨੂੰ ਦੌੜਨ ਦੀ ਲੋੜ ਨਹੀਂ ਹੈਗੀ, ਜੀ, ਤੁਹਾਨੂੰ ਬੈਂਕ ਨਾਲ ਖੁੱਲ੍ਹ ਕੇ ਜਿਹੜੀ ਹੈਗੀ ਆ ਆਪਣੀ ਉਹਨਾਂ ਦੇ ਸਥਿਤੀ ਨਾਲ ਜਾ ਦੱਸਣ ਕੇ ਦੀ ਗੱਲ ਹੈਗੀ ਆ, ਕਰੋ। ਤਾਂ ਕਿ ਹਾਂਜੀ। ਤੁਸੀਂ ਉਹਦਾ ਤੁਹਾਡਾ ਕੋਈ ਸਮੱਸਿਆ ਦਾ ਉਹ ਕੋਈ ਹੱਲ ਕਰ ਸਕਣ। ਹਾਂਜੀ, ਜੇ ਮੰਨ ਲਓ ਤੁਸੀਂ ਨਹੀਂ ਦੇ ਸਕਦੇ, ਕਿਸ਼ਤ ਨਹੀਂ ਦੇ ਸਕਦੇ, ਤਾਂ ਫਿਰ ਤੁਸੀਂ ਇਹ ਵੀ ਸੋਚ ਸਕਦੇ ਆ ਕਿ ਤੁਸੀਂ ਇਹ ਘਰ ਵੇਚ ਕੇ ਤੁਸੀਂ ਕਿਰਾਏ ਤੇ ਰਹਿਣ ਦੀ ਵੀ ਤੁਸੀਂ ਸੋਚ ਸਕਦੇ ਆ। ਸੋ ਇੱਕ ਆਪਸ਼ਨ ਤੁਹਾਡੇ ਕੋਲ ਉਹ ਵੀ ਹੋ ਸਕਦਾ ਹੈਗਾ। ਜੀ, ਇੱਦਾਂ ਨਾ ਹੋਵੇ ਕਿ ਤੁਸੀਂ ਉਹ ਕਿਸ਼ਤ ਨਾ ਦਿਓ ਤੇ ਉਹ ਤੁਹਾਡਾ ਉਹ ਲੈ ਜਾਣ, ਹਾਂਜੀ, ਹੈ ਨਾ, ਤੇ ਜੀ। ਫਿਰ ਉਹ ਆ ਕੇ ਜਿਹੜੀ ਹੈਗੀ ਸਮੱਸਿਆ ਜਿਹੜੀ ਤੁਹਾਡੀ ਉਹ ਵੱਡੀ ਹੋ ਜਾਵੇ। ਜੀ। ਇਹ ਨਵਦੀਪ ਜੀ ਇੱਕ ਜਿਹੜਾ ਐਪ ਕੋਡ ਹੁੰਦਾ, ਹਾਂਜੀ। ਸਕੈਮ ਕੋਡ, ਉਹ ਕੀ ਹੁੰਦਾ ਜੀ? ਬਲਵੀਰ ਜੀ ਇਹ ਥੋੜ੍ਹਾ ਜਿਹਾ ਇਹਦੇ ਨਾਲੋਂ ਅਲੱਗ ਆ। ਹਾਂਜੀ। ਆਪਾਂ 2-3 ਹਫ਼ਤੇ ਪਹਿਲਾਂ ਇੱਕ ਗੱਲ ਕੀਤੀ ਸੀ ਸਕੈਮਸ ਦੀ, ਜਿੱਥੇ ਬੈਂਕਾਂ ਵਾਲੇ ਲੋਕੀ ਫੋਨ ਕਰਦੇ ਆ, ਜਿਹੜਾ ਧੋਖਾਧੜੀ ਧੋਖਾਧੜੀ ਦੀ ਗੱਲ ਧੋਖੇ ਦੇ ਨਾਲ ਕਰਦੇ ਆ। ਜਿਹੜੇ ਪੈਸੇ ਹਾਂਜੀ, ਹਾਂਜੀ, ਹਾਂ ਜੀ, ਉਹਦੇ ਵਿੱਚ ਇੱਕ ਕੇਸ ਸਾਹਮਣੇ ਆਇਆ ਕਿ ਕਿਸੇ ਬੰਦੇ ਨੇ 1 ਲੱਖ ਪਾਉਂਡ ਜਿਹੜਾ ਸੀਗਾ ਉਹ ਕਿਸੇ ਕੰਪਨੀ ਦੇ ਵਿੱਚ ਸ਼ੇਅਰਾਂ ਦੇ ਵਿੱਚ ਲਾ ਦਿੱਤਾ। ਅੱਛਾ ਜੀ, ਜਦੋਂ ਉਹਨੇ ਉਹ ਬੈਂਕ 'ਚ ਪੈਸੇ ਟ੍ਰਾਂਸਫਰ ਕੀਤੇ ਹਾਂਜੀ, ਤੇ ਉਹ ਜਿਹੜੇ ਉਹਨੂੰ ਬਾਅਦ 'ਚ ਪਤਾ ਲੱਗਾ ਕਿ ਜਿਹੜੇ ਉਹਨਾਂ ਦਾ ਫੋਨ ਨੰਬਰ ਸੀ, ਉਹਨਾਂ ਦਾ ਐਡਰੈਸ ਸੀ, ਉਹ ਸਾਰੇ ਡੁਪਲੀਕੇਟ ਸੀ, ਜਿੱਥੇ ਪੈਸੇ ਟ੍ਰਾਂਸਫਰ ਕੀਤੇ, ਜਿਸ ਆਰਗੇਨਾਈਜੇਸ਼ਨ ਨੂੰ ਹਾਂਜੀ, ਪੈਸੇ ਟ੍ਰਾਂਸਫਰ ਕੀਤੇ। ਜੀ, ਪਰ ਉਹਨੇ ਇਹ ਜ਼ਰੂਰ ਕੀਤਾ, ਉਹਨੇ ਪਹਿਲਾਂ ਚੈੱਕ ਕੀਤਾ ਵੀ ਹਾਂ ਇਹ ਐਡਰੈਸ ਆ, ਹਾਂਜੀ, ਪਰ ਜਿਹੜੇ ਉਹ ਧੋਖਾਧੜੀ ਕਰਨ ਵਾਲੇ ਸੀ ਉਹਨਾਂ ਨੇ ਬੈਂਕ ਦੀਆਂ ਸਾਰੀਆਂ ਡੀਟੇਲ ਜਿਹੜੀਆਂ ਸੀਗੀਆਂ ਹਾਂਜੀ, ਉਹ ਆਪਣੀ ਟ੍ਰਾਂਸਫਰ ਕਰ ਲਈਆਂ ਸੀ, ਅੱਛਾ, ਉਹਦੀ ਕਾਪੀ ਕਰ ਲਈ ਸੀ, ਜਿਹਨੂੰ ਉਹ ਕਹਿੰਦੇ ਆ ਕਲੋਨ ਕਰਨਾ। ਹਾਂਜੀ, ਸੋ ਫਿਰ ਉਹ ਬੰਦੇ ਨੇ ਬੈਂਕ ਨੂੰ ਕੰਪਲੇਨ ਕੀਤੀ ਵੀ ਮੇਰੇ ਤਾਂ ਪੈਸੇ ਇਦਾਂ ਹੋ ਗਏ। ਪਹਿਲਾਂ ਹਾਂਜੀ। ਤਾਂ ਬੈਂਕ ਜਿਹੜੀ ਸੀਗੀ ਉਹ ਪਿੰਡੇ ਪਾਣੀ ਨਹੀਂ ਸੀ ਪੈਣ ਦਿੰਦੀ, ਹਾਂਜੀ, ਫਿਰ ਉਹ ਕਹਿੰਦੇ ਅਸੀਂ 25% ਤੈਨੂੰ ਵਾਪਸ ਦੇ ਦਿੰਦੇ ਆ, ਹਾਂਜੀ, ਤੇਰਾ ਲੱਖ 'ਚੋਂ 25,000 ਮੋੜ ਦਿੰਦੇ ਆ। ਜੀ, ਪਰ ਫਿਰ ਉਹਨੇ ਜਦੋਂ ਕੰਪਲੇਨ ਕੀਤੀ, FCA ਨੂੰ ਕੰਪਲੇਨ ਕੀਤੀ, ਹਾਂਜੀ, ਤਾਂ ਫਿਰ ਉਹ ਜਿਹੜੀ ਬੈਂਕ ਆ ਉਹਨਾਂ ਨੇ ਇਹ ਵੋਲੰਟਰੀ ਕੋਡ ਉਹਨੂੰ ਕਹਿੰਦੇ ਆ, ਇਹ ਕਾਨੂੰਨ ਨਹੀਂ ਹੈਗਾ, ਪਰ ਬੈਂਕਾਂ ਨੇ ਇਕੱਠਿਆਂ ਹੋ ਕੇ ਜੀ, ਜਿਹੜਾ ਹੈਗਾ ਇਹ ਸਮਝੌਤਾ ਕੀਤਾ ਆ ਕਿ ਅਗਰ ਕਿਸੇ ਨਾਲ ਧੋਖਾਧੜੀ ਹੁੰਦੀ ਹੈ ਤਾਂ ਉਹ ਉਹਨਾਂ ਦੇ ਪੈਸੇ ਵਾਪਸ ਕਰਨ ਦੀ ਕੋਸ਼ਿਸ਼ ਕਰਦੇ ਆ, ਬਸ਼ਰਤੇ ਕਿ ਤੁਸੀਂ ਪੂਰੀ ਸਾਵਧਾਨੀ ਵਰਤੀ ਹੋਵੇ। ਠੀਕ, ਤੁਸੀਂ ਇਦਾਂ ਨਹੀਂ ਕਹਿ ਸਕਦੇ, ਹੁਣ ਤੁਸੀਂ ਮੰਨ ਲਓ ਜਾ ਕੇ ਹੁਣ ਮੈਨੂੰ 1 ਲੱਖ ਭੇਜ ਦਿਓ, ਤਾਂ ਫਿਰ ਬੰਗੋੜਾ ਨਹੀਂ ਜਾ ਕੇ ਬੈਂਕ ਨੂੰ ਕਹੋ ਹਾਂਜੀ, ਵੀ ਮੇਰੇ ਕੋਲ ਤਾਂ ਨਵਦੀਪ ਨੂੰ ਗਲਤ ਪੈਸੇ ਭੇਜੋਗੇ, ਹੁਣ ਤੁਸੀਂ ਮੇਰਾ ਲੱਖ ਦਿਓ। ਹਾਂਜੀ,
ਇਦਾਂ ਨਹੀਂ ਉਹ ਦਿੰਦੇ। ਅਗਰ ਕਿਸੇ ਧੋਖਾਧੜੀ ਦੇ ਤਹਿਤ ਹੋਇਆ ਫਿਰ ਉਹ ਤੁਹਾਡੇ ਪੈਸੇ ਹੁੰਦੇ ਆ। ਔਰ ਇਸ ਬੰਦੇ ਜੈਨੂਇਨ ਹੋਣਾ ਚਾਹੀਦਾ, ਜੈਨੂਇਨ ਹੋਣਾ ਚਾਹੀਦਾ। ਇਸ ਬੰਦੇ ਨੂੰ ਇਹਦਾ ਪੂਰਾ ਲੱਖ ਪਾਉਂਡ ਜਿਹੜਾ ਸੀਗਾ ਉਹ ਵਾਪਸ ਬੈਂਕ ਨੇ ਕਰ ਦਿੱਤਾ। ਇਹ ਮੈਂ ਤਾਂ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਕਿ ਅਗਰ ਧੋਖਾਧੜੀ ਦਾ ਕੋਈ ਇਦਾਂ ਦਾ ਮਸਲਾ ਤੁਹਾਡੇ ਨਾਲ ਹੁੰਦਾ ਤੇ ਤੁਸੀਂ ਉਹ ਸ਼ੇਅਰ ਜ਼ਰੂਰ ਕਰੋ ਤੇ ਆਪਣੀ ਬੈਂਕ ਕੋਲ ਜਾਓ, ਤਾਂ ਹੋ ਸਕਦਾ ਤੁਹਾਡੀ ਸਮੱਸਿਆ ਦਾ ਜਿਹੜਾ ਹੱਲ ਆ ਉਹ ਜ਼ਰੂਰ ਨਿਕਲ ਆਵੇ। ਹਾਂਜੀ। ਔਰ ਜਿਹੜੀ ਬਲਵੀਰ ਜੀ ਸਾਡੇ ਜਾਣਨ ਵਾਲੀ ਗੱਲ ਆ ਕਿ 2021 ਦੇ ਵਿੱਚ ਜੂਨ ਤੱਕ ਪਹਿਲੇ 6 ਮਹੀਨਿਆਂ 'ਚ 350 ਮਿਲੀਅਨ ਦਾ ਧੋਖਾ ਹੋਇਆ ਬੈਂਕਾਂ ਨਾਲ। ਜੀ। ਸੋ ਇਹ ਕਹਿਣ ਦਾ ਮਤਲਬ ਇਹ ਕੋਈ ਇੱਕਾ ਦੁੱਕਾ ਘਟਨਾ ਨਹੀਂ ਹੈਗੀ। ਖਾਸ ਕਰਕੇ ਕੋਵਿਡ ਦੇ ਦੌਰਾਨ ਜਿਹੜੇ ਸੀਗੇ ਲੋਕੀ ਸੀ ਉਹ ਧੋਖਾ ਦੇਣ ਵਾਲੇ ਵੀ, ਧੋਖਾਧੜੀ ਕਰਨ ਵਾਲੇ ਵੀ, ਉਹ ਵੀ ਬੜਾ ਜਿੱਦਾਂ ਚੇਤਨ ਹੋ ਕੇ ਪੂਰੇ ਐਨ ਫੋਰਸ ਦੇ ਨਾਲ ਉਹ ਇਹਦੇ ਵੱਲ ਉਹ ਲੱਗੇ ਸੀਗੇ। ਸੋ ਇਸ ਕਰਕੇ ਪਹਿਲਾਂ ਤਾਂ ਤੁਸੀਂ ਪੈਸੇ ਕਿਸੇ ਨੂੰ ਜਿਹਨੂੰ ਤੁਸੀਂ ਜਾਣਦੇ ਨਹੀਂ ਹੈਗੇ ਉਹਨੂੰ ਟ੍ਰਾਂਸਫਰ ਨਾ ਕਰੋ। ਅਗਰ ਤੁਸੀਂ ਕਰ ਦਿੱਤੇ ਤਾਂ ਆਪਣੀ ਬੈਂਕ ਦੇ ਨਾਲ ਜ਼ਰੂਰ ਰਾਬਤਾ ਕਰੋ। ਬਿਲਕੁਲ। ਨਵਦੀਪ ਜੀ, ਜਿੱਦਾਂ ਹੁਣ ਤੁਸੀਂ ਗੱਲ ਕੀਤੀ ਆ ਕਿ ਜਿਹੜੇ ਬੈਂਕਾਂ ਵਾਲੇ ਹੈਗੇ ਆ ਉਹ ਕਦੇ ਵੀ ਤੁਹਾਨੂੰ ਜਿਹੜੇ ਹੈਗੇ ਆ ਉਹ ਪਰਸਨਲ ਨੰਬਰ ਹੈਗੇ ਉਹ ਨਹੀਂ ਮੰਗਦੇ। ਹਾਂਜੀ। ਤੇ ਬੜੀ ਸਾਵਧਾਨੀ ਦੇ ਨਾਲ, ਖਿਆਲ ਦੇ ਨਾਲ ਜੀ ਉਹ ਸੋਚ ਵਿਚਾਰ ਕਰਕੇ ਜਿਹੜੀ ਉਹ ਜਾਣਕਾਰੀ ਹੈਗੀ ਉਹ ਦੇਣੀ ਚਾਹੀਦੀ ਆ। ਬਿਲਕੁਲ। ਹਾਂਜੀ ਬਲਬੀਰ ਜੀ, ਬਸ ਆਪਣਾ ਪ੍ਰੋਗਰਾਮ ਵੀ ਮੇਰਾ ਖਿਆਲ ਲਾਗੇ ਛਾਗੇ ਹੋ ਗਿਆ। ਮਿੰਟ 1.5 ਮਿੰਟ ਆਪਣਾ ਰਹਿੰਦਾ ਹੈਗਾ। ਸੋ ਅਗਰ ਤੁਸੀਂ ਕੋਈ ਹੋਰ ਗੱਲ ਪੁੱਛਣੀ, ਕਰਨੀ ਜਾਂ ਕਰਨੀ ਚਾਹੁੰਦੇ ਹੋ ਤੇ ਆਪਾਂ ਇਹਦੇ ਬਾਰੇ, ਮੌਰਗੇਜ ਬਾਰੇ ਕੋਈ ਜਿਹੜੀ ਮੈਂ ਮੈਂਸ਼ਨ ਕਰਨੀ ਭੁੱਲ ਗਿਆ ਹੋਵਾਂ, ਤੁਸੀਂ ਕੁਛ ਉਹਦੇ ਬਾਰੇ ਕਹਿਣਾ ਚਾਹੋ ਜਾਂ ਤੁਸੀਂ ਆਪਣਾ ਕੋਈ ਇਨਪੁਟ ਦੇਣਾ ਚਾਹੋ ਤਾਂ ਜ਼ਰੂਰ ਸਾਡੇ ਦਰਸ਼ਕਾਂ ਨਾਲ। ਇਹ ਤਾਂ ਨਵਦੀਪ ਜੀ, ਜਿੱਦਾਂ ਸਮੇਂ ਦੇ ਮੁਤਾਬਕ ਆਪਾਂ ਜਿੰਨਾ ਕੁ ਹੋ ਸਕਿਆ ਉਹ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜੀ, ਤੇ ਬਹੁਤ ਵਧੀਆ ਉਪਰਾਲਾ। ਇਹ ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੇ ਜ਼ਰੂਰ ਇਹਦੇ ਕੋਲ ਵਿੱਚੋਂ ਕੁਝ ਸਿੱਖਿਆ ਹੋਵੇਗਾ ਜੀ। ਹਾਂ। ਸੋ ਦਰਸ਼ਕੋ, ਸਾਡਾ ਸਮਾਂ ਸਮਾਪਤੀ ਵੱਲ ਬਹੁਤ ਤੇਜ਼ੀ ਨਾਲ ਵੱਧ ਰਿਹਾ, ਕੁਝ ਸੈਕਿੰਡ ਰਹਿੰਦੇ ਆ। ਸੋ ਇੱਥੇ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਮੰਗਦੇ ਹਾਂ ਔਰ ਅਗਲੇ ਹਫਤੇ ਅਸੀਂ ਇੱਕ ਨਵਾਂ ਜਿਹੜਾ ਹੈਗਾ ਇਸ਼ੂ ਲੈ ਕੇ, ਨਵਾਂ ਟੌਪਿਕ ਲੈ ਕੇ ਉਹ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਅਗਰ ਸੰਭਵ ਹੋਵੇ ਤਾਂ ਤੁਸੀਂ ਸਾਨੂੰ ਟੈਲੀਫੋਨ ਕਰਕੇ ਜ਼ਰੂਰ ਦੱਸਿਆ ਕਰੋ ਕਿ ਜਿਹੜੀ ਅਸੀਂ ਗੱਲਬਾਤ ਕਰਦੇ ਹਾਂ ਉਹਦਾ ਤੁਹਾਨੂੰ ਕੋਈ ਉਹਦੇ ਤੋਂ ਲਾਭ ਹੋ ਰਿਹਾ ਜਾਂ ਕੋਈ ਹੋਰ ਤੁਸੀਂ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਜਾਣਨੀ ਚਾਹੋ, ਤਾਂ ਕਿ ਅਸੀਂ ਉੱਦਾਂ ਦੇ ਪ੍ਰੋਗਰਾਮ ਤੁਹਾਡੇ ਸਨਮੁਖ ਲੈ ਕੇ ਹਾਜ਼ਰ ਹੋਈਏ। ਸੋ ਕਾਂਸ਼ੀ TV ਦਾ ਨੰਬਰ ਹੈਗਾ 0121502304 0121-502-4304। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੇ ਬਲਵੀਰ ਜੀ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ। ਅਗਲੇ ਹਫਤੇ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਜੈ ਭੀਮ।